ਵੀ ਕਿੱਥੇ ਹੋਇਆ ਵੀ ਉਹ ਕਿਹੜਾ ਐਡਾ ਜਵਾਨ ਹੈਗਾ ਵੀ ਜਿਹੜਾ ਵੀ ਜਿਹਦੀ ਇੰਨੀ ਦਹਿਸ਼ਤ ਹੈਗੀ। ਦਲਵੀਰ ਸਿੰਘ ਰਗਾਰੋ ਸ਼ਹੀਦ ਭਾਈ ਦਲਵੀਰ ਸਿੰਘ। ਹਾਂਜੀ ਹਾਂਜੀ। ਇਹ ਮੁਕਾਬਲਾ 24 ਘੰਟੇ ਹੋਇਆ। ਹਾਂਜੀ ਹਾਂਜੀ, ਦਿਨ ਤੇ 2:30 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 11 ਵਜੇ ਤੱਕ ਹੋਇਆ। ਤੇ ਜਦੋਂ ਮੁਕਾਬਲਾ ਹੋਇਆ ਉਦੋਂ ਵੀ ਪਿੰਡ ਵਾਲੇ ਤਾਂ ਸਾਰੇ ਕੱਢ ਕੇ ਬਾਹਰ ਬਿਠਾ ਲਏ ਸੀਗੇ ਇੱਕ ਪਾਸੇ ਖੇਤ 'ਚ ਹੀ। ਤੇ ਮੇਰੀ ਸੱਸ ਹੀ ਸੀ ਇਕੱਲੇ ਉੱਥੇ ਤੇ ਬਾਕੀ ਅਸੀਂ ਤਾਂ ਉੱਥੇ ਹੈ ਨਹੀਂ ਸੀਗੇ। ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਜਿਹੜੇ ਪਤੀ ਨੇ ਸ਼ਹੀਦ ਭਾਈ ਦਲਜੀਤ ਸਿੰਘ, ਹਾਂਜੀ, ਬਈ ਉਹ ਸ਼ਹੀਦ ਹੋ ਚੁੱਕੇ ਨੇ, ਔਰ ਤੁਹਾਡਾ ਜਿਹੜਾ ਦਿਓਰ ਹੈ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ, ਬਈ ਉਹ ਵੀ ਸ਼ਹੀਦ ਹੋ ਚੁੱਕਿਆ। ਤਕਰੀਬਨ 8 ਸਿੰਘ ਉੱਥੇ ਸ਼ਾਇਦ ਸ਼ਹੀਦ ਹੋਏ। 6 ਹੋਰ ਸੀਗੇ। 6 ਹੋਰ ਸੀ ਤੇ 2 ਸੀ, 8 ਜਣੇ ਸ਼ਹੀਦ ਹੋਏ। ਹਾਂਜੀ 8 ਸਿੰਘ ਸ਼ਹੀਦ ਹੋਏ। ਮਤਲਬ ਕਿਹੋ ਜਿਹਾ ਉਹ ਸਮਾਂ ਆਇਆ? ਇੱਕ ਪਾਸੇ ਤਾਂ ਤੁਹਾਡੇ ਪਤੀ ਔਰ ਤੁਹਾਡੇ ਦਿਓਰ ਦੀ ਜਿਹੜੀ ਲਾਸ਼ ਹੈ ਉਹ ਟਰਾਲੀ ਦੇ ਵਿੱਚ ਲੈ ਕੇ ਆ ਰਹੇ ਸੀ ਤੇ ਲਾਸ਼ਾਂ ਅੱਧ ਸੜੀਆਂ ਕੀਤੀਆਂ ਹੋਈਆਂ ਸੀਗੀਆਂ। ਇਹਨਾਂ ਨੇ ਮਤਲਬ ਪੈਟਰੋਲ ਦੇ ਗੋਲੇ ਸੁੱਟ ਕੇ ਨਾ ਕਮਾਦ ਨੂੰ ਅੱਗ ਲਾਤੀ ਸੀਗੀ। ਤੇ ਉਹਨਾਂ ਦੇ ਹੱਥੋਂ ਤਾਂ ਇਹ ਹੋਏ ਨਹੀਂ। ਜਦੋਂ ਵੀ ਪਿੰਡ ਦੇ ਜਿਹੜੇ ਮਜ਼ਬੀ ਸੀਗੇ ਉਹਨਾਂ ਨੂੰ ਬਿਠਾ ਲਿਆ ਸੀਗਾ ਉੱਥੇ ਵੀ ਜਦੋਂ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਖਾਰੇ ਛੱਡ ਕੇ ਤੇ ਫਿਰ ਉਹਨਾਂ ਨੇ ਸੈਨੇਟ ਦੇ ਸਾਰਿਆਂ ਨੇ ਕੈਪਸੂਲ ਖਾ ਲਏ ਸੀਗੇ। ਤੇ ਫਿਰ ਉਹਨਾਂ ਨੇ ਨਾ ਵੀ ਮੇਰੇ ਦਿਓਰ ਨੂੰ ਬਾਹਰ ਕੱਢ ਲਿਆ ਕਿਉਂਕਿ ਇਹਦਾ ਨਾਮ ਸੀਗਾ। ਤੇ ਉਹਨਾਂ ਨੇ ਪੈਟਰੋਲ ਦੇ ਗੋਲੇ ਸੁੱਟ ਕੇ ਨਾ ਫਿਰ ਅੱਗ ਲਾਤੀ ਸੀ ਵੀ ਫਿਰ ਪਛਾਣ ਨਹੀਂ ਸੀ ਆਉਂਦੀ ਹੈਗੀ ਗੀ। ਤੇ ਜਦੋਂ ਅਸੀਂ ਉੱਥੇ ਥਾਣੇ 'ਚ ਲਾਸ਼ਾਂ ਲੈ ਕੇ ਗਏ ਨੇ ਟਰਾਲੀ 'ਚ ਐ ਵੀ ਢੇਰ ਹੀ ਲੱਗਿਆ ਹੁਣ 8 ਜਣਿਆਂ ਦਾ। ਤੇ ਇਹ ਮੇਰਾ ਜਿਹੜਾ ਇਕੱਲਾ ਦਿਓਰ ਸੀ ਇਹਦੀ ਪਛਾਣ ਆਉਂਦੀ ਸੀ। ਤੇ ਜਿਹੜੇ ਮੇਰੇ ਹਸਬੈਂਡ ਸੀ ਨਾ ਉਹਨਾਂ ਦੇ ਇੱਕ ਮੇਰੇ ਸਵੈਟਰ ਤੋਂ ਪਛਾਣ ਆ ਰਹੀ ਸੀ। ਤੇ ਉਹ ਵੀ ਬਾਕੀ ਤਾਂ ਸਰੀਰ ਸੜਿਆ ਹੋਇਆ ਸੀਗਾ, ਕਾਲੇ ਹੋਏ ਹੋਏ ਸੀਗੇ। ਤੇ ਫਿਰ ਨਾਲੇ ਮਾਵਾਂ ਧੀਆਂ ਰੋ ਲੈਂਦੀਆਂ ਸੀ, ਨਾਲੇ ਆਏ ਗਏ ਨੂੰ ਸਾਂਭ ਲੈਂਦੀਆਂ। ਆ ਜਿਹੜਾ ਮੇਰਾ ਛੋਟਾ ਜਿਹਾ ਬੇਟਾ ਹੈਗਾ ਸਾਡੇ ਗਵਾਂਢ ਮੁਸਲਮਾਨ ਨੇ, ਉਹ ਮੀਂਹ ਆਏ ਤੋਂ ਕੰਧ ਡਿੱਗੀ ਹੋਈ ਸੀ ਤੇ ਇੱਕੋ ਹੀ ਵਿਹੜਾ ਬਣਿਆ ਹੋਇਆ ਸੀਗਾ। ਮੇਰੀ ਝੱਲੀ ਬੰਨ੍ਹ ਦੇਣੀ ਤੇ ਆਪ ਜਦੋਂ ਕੋਈ ਪਿੰਡ 'ਚੋਂ ਆ ਗਿਆ ਕੋਈ ਰਿਸ਼ਤੇਦਾਰ ਉੱਥੇ ਹੀ ਆਉਣਾ ਸੀ। ਉੱਥੇ ਤਾਂ ਡਰਦੇ ਕੋਈ ਗਿਆ ਨਹੀਂ ਗਾ ਭੋਗ 'ਤੇ ਤਾਂ। ਤੇ ਇਹਨੇ ਮੇਰੇ ਬੇਟੇ ਨੇ ਨਾ ਆਪੇ 2 ਲੱਤਾਂ ਮਾਰ ਕੇ ਤੇ ਝੂਟਾ ਲੈ ਕੇ ਸੌ ਲਿਆ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ तमाम ਸੰਗਤਾਂ ਦਾ ਮੈਂ ਪਰਮਜੀਤ ਸਿੰਘ ਰਾਣਵਾ ਸਵਾਗਤ ਕਰਦਾ। ਜਿਵੇਂ ਕਿ ਆਪ ਜੀ ਜਾਣਦੇ ਹੋ ਅਸੀਂ ਸ਼ਹੀਦ ਪਰਿਵਾਰਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਇੱਕ ਲੜੀ ਦੇ ਤਹਿਤ ਜੋ ਸ਼ਹੀਦ ਪਰਿਵਾਰਾਂ ਦੀ ਦਾਸਤਾਨ ਹੈ। ਅੱਜ ਉਸੇ ਲੜੀ ਦੇ ਤਹਿਤ ਅਸੀਂ ਇੱਕ ਸ਼ਹੀਦ ਪਰਿਵਾਰ ਦੇ ਕੋਲ ਪਹੁੰਚੇ ਹਾਂ ਜਿਸ ਪਰਿਵਾਰ ਦਾ ਇੱਕ ਸ਼ਹੀਦ ਨਹੀਂ 2 ਸ਼ਹੀਦ ਹੋਏ ਨੇ। ਜਿਸ ਪਰਿਵਾਰ ਵਿੱਚੋਂ ਤੁਸੀਂ ਨਾਮ ਸੁਣਿਆ ਹੋਵੇਗਾ, ਬਹੁਤ ਚੋਟੀ ਦੇ ਖਾੜਕੂ ਹੋਏ ਨੇ। ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਭਾਈ ਦਲਵੀਰ ਸਿੰਘ ਰਵੇਰੋ। ਸ਼ਾਇਦ ਇਹ ਨਾਮ ਸੁਣ ਕੇ ਤੁਹਾਨੂੰ ਚੇਤਾ ਵੀ ਆ ਗਿਆ ਹੋਵੇਗਾ ਕਿ ਹਿੰਦੁਸਤਾਨ ਦੀ ਧਰਤੀ 'ਤੇ ਪੰਜਾਬ ਦੀ ਇਸ ਸਰਜ਼ਮੀਂ ਦੇ ਉੱਪਰ ਇੱਕ ਬਹੁਤ ਵੱਡਾ ਉਸ ਵਕਤ ਮੁਕਾਬਲਾ ਹੋਇਆ ਜਿਹੜਾ ਮੁਕਾਬਲਾ 24 ਘੰਟੇ ਫੋਰਸਾਂ ਦੇ ਨਾਲ ਕੀਤਾ ਸੀ 8 ਖਾੜਕੂ ਸਿੰਘਾਂ ਨੇ। ਇਹ ਮੁਕਾਬਲਾ ਹੋਇਆ ਸੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੱਟੀ ਦੇ ਲਾਗੇ ਘਰਿਆਲੀ ਦੇ ਕੋਲ। ਔਰ ਉਸ ਮੁਕਾਬਲੇ ਦੇ ਵਿੱਚ ਤਕਰੀਬਨ ਫੋਰਸਾਂ ਦੇ 500 ਤੋਂ ਵੱਧ ਸਿਪਾਹੀ ਮਾਰੇ ਗਏ ਸਨ। ਪਰ ਹਿੰਦ ਹਕੂਮਤ ਨੇ ਔਰ ਅਖਬਾਰਾਂ ਨੇ ਉਹ ਬਾਤ ਛੁਪਾਈ ਤੇ ਚੰਦ ਕੁ ਹੀ ਉੱਥੇ ਜਿਹੜੇ ਜਵਾਨ ਸਨ ਉਸ ਮੁਕਾਬਲੇ ਵਿੱਚ ਮਾਰੇ ਹੋਏ ਦਿਖਾਏ ਗਏ, ਜਦੋਂ ਕਿ 24 ਘੰਟੇ ਚੋਟੀ ਦੇ ਖਾੜਕੂ ਸਿੰਘਾਂ ਨੇ ਮੁਕਾਬਲਾ ਕੀਤਾ ਸੀ। ਔਰ ਉਸ ਮੁਕਾਬਲੇ ਨੂੰ ਜਦੋਂ ਮੁਕਾਬਲਾ ਹੋ ਗਿਆ ਉਦੋਂ ਬਾਅਦ ਉਸ ਮੁਕਾਬਲੇ ਨੂੰ ਦੇਖਣ ਲਈ ਡੀਜੀਪੀ ਜਿਹੜਾ ਸੀ ਰਵੇਰੋ
ਉਹਦੀ ਘਰਵਾਲੀ ਸਪੈਸ਼ਲ ਆਈ ਸੀ ਕਿ ਮੈਂ ਦੇਖਾਂ ਇਹ ਰਿਵੈਰੋ ਹੈ ਕਿਹੜਾ ਜਿਹਦਾ ਐਡਾ ਤਕੜਾ ਨਾਮ, ਐਡੀ ਤਕੜੀ ਦਹਿਸ਼ਤ ਸੀ। ਸ਼ਹੀਦ ਭਾਈ ਦਲਵੀਰ ਸਿੰਘ ਰਿਵੈਰੋ ਦੇ ਸਕੇ ਭਰਾ ਵੀ ਇਸ ਮੁਕਾਬਲੇ ਵਿੱਚ ਸ਼ਹੀਦ ਹੋਏ ਨੇ। ਸ਼ਹੀਦ ਭਾਈ ਦਲਜੀਤ ਸਿੰਘ, ਭਾਈ ਦਲਜੀਤ ਸਿੰਘ ਜੀ ਦੀ ਸੁਪਤਨੀ ਬੀਬੀ ਮਨਜੀਤ ਕੌਰ ਜੀ ਔਰ ਸ਼ਹੀਦ ਭਾਈ ਦਲਵੀਰ ਸਿੰਘ ਰਿਵੈਰੋ ਦੀ ਭਰਜਾਈ ਇਸ ਵਕਤ ਮੇਰੇ ਨਾਲ ਬੈਠੇ ਨੇ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਚੋਟੀ ਦਾ ਤਕੜਾ ਮੁਕਾਬਲਾ ਪੰਜਾਬ ਦੀ ਧਰਤੀ 'ਤੇ ਖਾੜਕੂਆਂ ਵੱਲੋਂ ਜਿਹੜਾ ਕੀਤਾ ਗਿਆ ਸੀ, ਬਹੁਤ ਤਕੜਾ ਮੁਕਾਬਲਾ ਸੀ ਉਹ, ਜਿਹਨੇ ਕੇਂਦਰ ਨੂੰ ਹਿਲਾ ਕੇ ਰੱਖ ਦਿੱਤਾ। ਅਤੇ ਉਸੇ ਮੁਕਾਬਲੇ ਦੇ ਵਿੱਚ ਤੁਹਾਡੇ ਦਿਓਰ ਸ਼ਹੀਦ ਭਾਈ ਦਲਵੀਰ ਸਿੰਘ ਸ਼ਹੀਦ ਹੁੰਦੇ ਨੇ ਔਰ ਤੁਹਾਡੇ ਸਿਰ ਦੇ ਸਾਈਂ ਤੁਹਾਡੇ ਪਤੀ ਸ਼ਹੀਦ ਭਾਈ ਦਲਜੀਤ ਸਿੰਘ ਵੀ ਸ਼ਹੀਦ ਹੋ ਜਾਂਦੇ ਨੇ। ਇਹ ਸਾਰੀ ਜੋ ਕਹਾਣੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ? ਕਿਵੇਂ ਤੁਹਾਡਾ ਜਿਹੜਾ ਦਿਓਰ ਸੀ ਉਹ ਖਾੜਕੂ ਸਫਾ ਵਿੱਚ ਗਿਆ, ਫਿਰ ਤੁਹਾਡੇ ਪਤੀ ਵੀ ਕਿਵੇਂ ਖਾੜਕੂ ਬਣੇ? ਇਹ ਸਾਰਾ ਕੁਝ ਤੁਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਇਹ 84 'ਚ ਹੋਇਆ ਸੀਗਾ ਜਦੋਂ ਆਪਣਾ ਕਾਂਡ ਉੱਥੇ ਅੰਮ੍ਰਿਤਸਰ ਦਾ। ਅਤੇ ਉਸ ਤੋਂ ਬਾਅਦ ਵੀ ਮੇਰਾ 83 'ਚ ਵਿਆਹ ਹੋਇਆ ਸੀ। 84 'ਚ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਉੱਧਰ ਦੇ ਹਾਲਾਤ ਖਰਾਬ ਹੋ ਗਏ। 84 ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ? ਹਾਂਜੀ। ਅਤੇ ਮੇਰਾ ਦਿਓਰ ਪੜ੍ਹਨ ਗਿਆ ਸੀ, 10ਵੀਂ 'ਚ ਪੜ੍ਹਦਾ ਸੀਗਾ ਅਤੇ ਬੱਸ 'ਤੇ ਬੈਠਾ ਸੀਗਾ ਅਤੇ ਉਹਦੀ ਔਰੰਜ ਪੱਗ ਬੰਨੀ ਹੋਈ ਸੀ। ਉੱਧਰ ਉਸ ਇਲਾਕੇ ਕੇਸਰੀ ਦਸਤਾਰ? ਹਾਂਜੀ, ਕੇਸਰੀ ਦਸਤਾਰ ਬੰਨੀ ਹੋਈ ਸੀ। ਅਤੇ ਉਸ ਇਲਾਕੇ 'ਚ ਜਿਹਦੇ ਕੇਸਰੀ ਦਸਤਾਰ ਜਾਂ ਕਾਲੀ ਲੋਈ ਲਈ ਹੁੰਦੀ ਸੀ ਤਾਂ ਉਹਨੂੰ ਖਾੜਕੂ ਸਮਝਦੇ ਸੀਗੇ। ਤਾਂ ਜਦੋਂ ਇਹਦੇ ਪੁਲਿਸ ਨੇ ਇਹਦੀ ਪੱਗ ਨੂੰ ਹੱਥ ਪਾਇਆ, ਫਿਰ ਇਹਨੇ ਉਹਨਾਂ ਦੇ ਹੱਥ ਨਹੀਂ ਆਇਆ ਹੈਗਾ, ਉੱਥੋਂ ਭੱਜ ਲਿਆ। ਜਦੋਂ ਭੱਜਿਆ ਤਾਂ ਫਿਰ ਉਸ ਤੋਂ ਬਾਅਦ ਪੁਲਿਸ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰਤਾ। ਫਿਰ ਸਾਡੇ ਘਰੇ ਕਈ ਵਾਰੀ ਆਉਂਦੇ ਦਿਨ ਵਿੱਚ ਦੀ, ਕਦੇ CRP ਨੇ ਆਉਣਾ ਅਤੇ ਕਦੇ ਪੰਜਾਬ ਪੁਲਿਸ ਨੇ ਆਉਣਾ। ਅਜੇ ਅਸੀਂ ਚਾਹ ਬਣਾ ਕੇ ਅਸੀਂ ਬੰਦੇ ਤਾਂ ਭਜਾ ਦਿੰਦੀਆਂ ਸੀਗੀਆਂ ਵੀ ਚਲੋ ਸਾਨੂੰ ਤਾਂ ਕੀ ਕਹਿਣਾ, ਬੰਦਿਆਂ ਨੂੰ ਵੀ ਡਰ ਹੈਗਾ ਵੀ ਬੰਦਿਆਂ ਨੂੰ ਨਾ ਫੜ ਕੇ ਲੈ ਜਾਣ। ਤਾਂ ਫਿਰ ਉਹ ਸਾਨੂੰ ਆ ਕੇ ਪੁੱਛਦੇ ਵੀ ਬੰਦੇ ਕਿੱਥੇ ਗਏ ਨੇ। ਅਸੀਂ ਕਦੇ ਕੁਛ ਕਹਿ ਦਿੰਦੇ, ਕਦੇ ਕੁਛ ਕਹਿ ਦਿੰਦੇ, ਕਦੇ ਕਹਿ ਦਿੰਦੇ ਸਫੈਦੇ ਲੈਣ ਗਏ ਨੇ, ਕਦੇ ਕੁਛ ਕਦੇ ਕੁਛ। ਫਿਰ ਸਾਨੂੰ ਫਿਰ ਤੰਗ ਕਰਨ ਲੱਗ ਗਏ। ਅਤੇ ਅਜੇ ਜੇ ਚਾਹ ਉਹਨਾਂ ਨੇ ਜਦੋਂ ਪੁਲਿਸ ਨੇ ਵਾਪਸ ਮੁੜ ਜਾਣਾ ਅਤੇ ਫਿਰ ਅਸੀਂ ਘਰਦਿਆਂ ਨੇ ਭੱਜ ਕੇ ਪਿੰਡੋਂ ਆ ਜਾਣਾ ਅਤੇ ਫਿਰ ਚਾਹ ਬਣਾਉਣੀ। ਚਾਹ ਜੇ ਸਾਡੇ ਭਾਂਡਿਆਂ 'ਚ ਹੀ ਪਾਈ ਹੋਣੀ ਅਤੇ ਪੰਜਾਬ ਪੁਲਿਸ ਨੇ ਆ ਜਾਣਾ। ਫਿਰ ਉਹਨਾਂ ਨੇ ਫਿਰ ਮੇਰੇ ਜਿਹੜਾ ਹਸਬੈਂਡ ਸੀਗਾ ਅਤੇ ਮੇਰੀ ਸੱਸ ਅਤੇ ਨਨਾਣ ਉਹਨਾਂ ਨੇ ਘਰੋਂ ਭੱਜ ਜਾਣਾ ਅਤੇ ਮੈਂ ਅਤੇ ਮੇਰੀ ਦਰਾਣੀ ਨੇ ਘਰ ਰਹਿ ਜਾਣਾ। ਉਹਨਾਂ ਨੇ ਫਿਰ ਆ ਕੇ ਪੁੱਛਣਾ ਵੀ ਤੁਸੀਂ ਬੰਦੇ ਭਜਾਤੇ, ਚਾਹ ਕਿਹਦੀ, ਚਾਹ ਕਿਹਦੀ ਹੈ, ਸਾਨੂੰ ਝਿੜਕਾਂ ਦੇਣ ਲੱਗ ਜਾਣੀਆਂ। ਅਤੇ ਫਿਰ ਉਹਨਾਂ ਨੇ ਚਲੇ ਜਾਣਾ। ਇਸ ਤਰ੍ਹਾਂ ਕਰਦਿਆਂ ਵੀ ਸਾਡੇ 5-6 ਵਾਰੀ ਦਿਨ ਦੇ ਵਿੱਚ ਆਉਂਦੇ ਸੀਗੇ। ਅਤੇ ਇੱਕ ਦਿਨ ਫਿਰ ਮੇਰੇ ਦਿਓਰ ਨੇ ਵੀ ਜਦੋਂ ਜ਼ਿਆਦਾ ਹੀ ਤੰਗ ਕਰਨ ਲੱਗ ਗਏ ਅਤੇ ਉਹਨਾਂ ਨੇ ਵੀ ਜਿਹੜੇ ਮਾਰਦੇ ਸੀਗੇ ਬੱਚਿਆਂ ਨੂੰ ਐਵੇਂ ਮੁਕਾਬਲਾ ਬਣਾ ਕੇ, ਜਿਹੜਾ ਝੂਠੇ ਮੁਕਾਬਲੇ ਬਣਾ ਕੇ, ਅਤੇ ਉਹ ਥਾਣੇਦਾਰ ਨਾ ਖੇਮਕਰਨ ਤੋਂ ਗੱਡੀ ਅੰਮ੍ਰਿਤਸਰ ਨੂੰ ਜਾਂਦੀ ਸੀ ਅਤੇ ਉਹਦੇ ਵਿੱਚੋਂ ਉਹਨਾਂ ਨੇ ਘੋੜੀਆਂ 'ਤੇ ਜਾ ਕੇ ਅਤੇ ਲਾ ਕੇ ਫੜ ਕੇ ਅਤੇ ਉਹਨੂੰ ਵੀ ਲੈ ਗਏ ਕਿਤੇ। ਅਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਪੁਲਿਸ ਆ ਗਈ। ਪਹਿਲਾਂ ਤਾਂ ਪੰਜਾਬ ਪੁਲਿਸ ਆਈ, ਪਹਿਲਾਂ CRP ਆਈ ਅਤੇ ਉਦੋਂ ਵੀ ਅਸੀਂ ਘਰ ਦੇ ਵਿੱਚ ਨਾ ਸਫਾਈਆਂ ਕਰ ਰਹੀਆਂ ਸੀਗੀਆਂ। ਮੇਰਾ ਦਿਓਰ ਪਹਿਲਾਂ ਇੱਕ ਮੁਕਾਬਲੇ 'ਚੋਂ ਨਿਕਲ ਗਿਆ ਸੀਗਾ ਅਤੇ ਉਹਨੇ ਸੁੱਖਿਆ ਸੀ ਵੀ ਆਪਾਂ ਅਖੰਡ ਪਾਠ ਕਰਾਉਣਾ ਹੈਗਾ ਅਤੇ ਅਸੀਂ ਸਫਾਈਆਂ ਕਰ ਰਹੀਆਂ ਸੀਗੀਆਂ। ਅਤੇ ਅਜੇ ਮੇਰਾ ਬੇਟਾ ਸਾਲ ਕੁ ਦਾ ਹੀ ਸੀਗਾ ਅਤੇ ਮੇਰੇ ਦਿਓਰ ਦਾ ਬੇਟਾ ਵੀ ਉਹ ਵੀ ਸਾਲ ਦਾ ਹੀ ਸੀਗਾ ਅਤੇ ਉਹ ਲਿਬੜੇ ਪਏ ਸੀ ਇਸ ਤਰ੍ਹਾਂ ਹੀ। ਅਤੇ ਵੀ ਮੇਰੇ ਬੇਟੇ ਨੇ ਟੱਟੀ ਕਰ ਲਈ ਅਤੇ ਮੈਂ ਉਦੋਂ ਬਾਹਰ ਹੀ ਜਾਈਦਾ ਸੀ ਸੁੱਟਣ ਅਤੇ ਮੈਂ ਜਾ ਰਹੀ ਸੀ। CRP ਮੈਨੂੰ ਅੱਗੋਂ ਘੇਰਨ ਲੱਗ ਗਈ, ਸਾਹਬ ਬੁਲਾਤਾ, ਸਾਹਬ ਬੁਲਾਤਾ, ਸਾਹਬ ਬੁਲਾਤਾ। ਮੈਂ ਕਿਹਾ ਵੀ ਸਾਹਬ ਬੁਲਾਤਾ, ਬੱਚਾ ਮੇਰਾ ਘਰ ਹੈ, ਵੀ ਮੈਂ ਕਿਹੜਾ ਭੱਜ ਚੱਲੀ ਹਾਂ, ਵੀ ਮੈਂ ਆ ਜਾਂਦੀ ਹਾਂ। ਅਤੇ ਸਾਨੂੰ ਲੈ ਗਿਆ ਸੀ, ਬੱਚੇ ਚੁੱਕੇ ਦੋਵਾਂ ਨੇ ਅਤੇ ਬਾਹਰ ਚਲੇ ਗਏ। ਅਤੇ ਉੱਥੇ CRP ਵਾਲਾ ਜਿਹੜਾ ਅਫਸਰ ਸੀਗਾ ਉਹ ਕਹਿੰਦਾ ਤੁਸੀਂ ਇਹਨਾਂ ਨੂੰ ਕਿੱਧਰ ਲਈ ਆਉਣੇ, ਚਲੋ ਬੀਬੀ ਤੁਸੀਂ ਜਾਓ, ਵਾਪਸ ਚਲੇ ਜਾਓ। ਅਤੇ ਉਹਨਾਂ ਨੇ ਸਾਨੂੰ ਵਾਪਸ ਭੇਜ ਦਿੱਤਾ। ਅਤੇ ਜਦੋਂ ਅਸੀਂ ਵਾਪਸ ਆ ਕੇ ਬਹਿ ਕੇ ਰੋਣ ਲੱਗ ਗਈਆਂ ਅਤੇ ਇੰਨੇ ਨੂੰ ਮੇਰੇ ਨਨਾਣ ਵੀ ਆ ਗਏ ਹੱਸਦੀ ਅਤੇ ਨਾਲੇ ਵੀ ਇਹਨਾਂ ਦੇ ਡੈਡੀ ਵੀ ਆ ਗਏ, ਕਹਿੰਦੇ ਚਾਹ ਬਣਾਓ, ਚਾਹ ਬਣਾਓ। ਇੱਕ ਗਵੰਡਣ ਮਾਤਾ ਜੀ ਵੀ ਉਹ ਵੀ ਆ ਗਈ। ਅਸੀਂ ਚਾਹ ਬਣਾਈ ਅਤੇ ਚਾਹ ਭਾਂਡਿਆਂ 'ਚ ਹੀ ਪਾਈ ਅਜੇ ਅਤੇ ਪੰਜਾਬ ਪੁਲਿਸ ਆ ਗਈ। ਅਤੇ ਉਹ ਸਾਡੇ ਘਰ 'ਚ ਨਾ ਦਿਸ ਜਾਂਦਾ ਸੀ, ਇੱਕੋ ਹੀ ਸੜਕ ਹੈ ਸਿੰਗਲ, ਤੁਸੀਂ ਦੇਖੀ ਹੋਈ ਹੋਣੀ ਹੈ। ਅਤੇ ਸਾਨੂੰ ਪੁਲਿਸ ਵਾਲੇ ਦਿਸ ਜਾਂਦੇ ਸੀ। ਮੈਂ ਕਿਹਾ ਵੀ ਗੱਡੀਆਂ ਆਉਂਦੀਆਂ ਨੇ, ਭੱਜ ਜਾਓ ਤੁਸੀਂ। ਉਹ ਚਲੇ ਗਏ ਅਤੇ ਬਾਅਦ 'ਚ ਸਾਨੂੰ ਕਹਿੰਦੇ ਵੀ
ਤਾਂ ਅਸੀਂ ਬੰਦੇ ਭਜਾਤੇ ਤੇ ਸਾਨੂੰ ਅੱਗੇ ਲਾ ਕੇ ਕਹਿੰਦੇ ਚਲੋ ਬੈਠੋ ਗੱਡੀ 'ਚ। ਸਾਨੂੰ ਗੱਡੀ 'ਚ ਬਿਠਾ ਕੇ ਤੇ ਲੈ ਗਏ। ਤੇ ਪਿੰਡ ਦਾ ਕੋਈ ਨਹੀਂ ਬਾਹਰ ਨਿਕਲਿਆ ਹੈਗਾ। ਮੇਰੀ ਸੱਸ, ਮੇਰੇ ਨਾਨੇ ਸਹੁਰਾ ਹੈਗਾ ਉੱਥੇ, ਉਹਨੂੰ ਬੁਲਾਉਣ ਚਲੀ ਗਈ। ਹਵੇਲੀ ਤੇ ਪੈਂਦੀ ਹੈ 4-5 ਕਿੱਲੇ, ਉੱਥੇ ਚਲੀ ਗਈ ਬੁਲਾਉਣ ਤੇ ਕੋਈ ਨਾ ਪਿੰਡ ਦਾ ਬਾਹਰ ਨਿਕਲਿਆ। ਸਾਨੂੰ ਲੈ ਗਏ ਫੜ ਕੇ। ਕੋਈ ਪਿੰਡ ਚੋਂ ਬਾਹਰ ਕੋਈ ਨਹੀਂ ਪਿੰਡ ਚੋਂ ਬਾਹਰ ਨਿਕਲਿਆ। ਕਿਸੇ ਨੇ ਆਵਾਜ਼ ਨਹੀਂ ਉਠਾਈ? ਨਾ ਕਿਸੇ ਨੇ ਨਹੀਂ ਸੀ ਆਵਾਜ਼ ਉਠਾਈ ਹੈ, ਕੋਈ ਨਿਕਲਿਆ ਹੀ ਨਹੀਂ ਬਾਹਰ। ਤੇ ਸਾਨੂੰ ਬਿਠਾ ਕੇ ਲੈ ਗਏ। ਤੇ ਪਹਿਲੋਂ ਤਾਂ ਸਾਨੂੰ ਕੱਚੇ ਪੱਕੇ ਲੈ ਗਏ ਰਾਤ ਨੂੰ, ਤੇ ਉਸ ਤੋਂ ਬਾਅਦ ਭਿੱਖੀਵਿੰਡ ਲੈ ਗਏ। ਭਿੱਖੀਵਿੰਡ ਫਿਰ ਸਾਨੂੰ ਰੱਖਿਆ। ਤੇ ਉੱਥੇ ਸਾਨੂੰ ਜਿਨ੍ਹਾਂ ਤੋਂ ਸਾਨੂੰ ਘੁੰਡ ਕੱਢਦੇ ਸੀ, ਸਾਡੇ ਸਹੁਰੇ ਕਹਿੰਦੇ ਅਸੀਂ ਬਾਹਰ ਨਹੀਂ ਜਾਣਾ ਗਲੀਆਂ 'ਚ, ਰਾਤ ਨੂੰ ਅਸੀਂ ਬਾਹਰ ਜਾਣਾ। ਤੇ ਉਸ ਟਾਈਮ ਸਾਡੇ ਵੀ ਛੋਟੀ ਜਿਹੀ ਗੈਲਰੀ ਸੀ, ਇੱਕ ਪਾਸੇ ਅਸੀਂ ਕੋਠੜੀ 'ਚ ਸੀ, ਦੂਜੇ ਪਾਸੇ ਸਾਡੇ ਪਿੰਡ ਦੇ ਬੰਦੇ ਸੀਗੇ। ਉਹਨਾਂ ਨੂੰ ਵੀ ਫੜਿਆ ਸੀ ਪੁਲਿਸ? ਉਹਨਾਂ ਨੂੰ ਵੀ ਸਾਡੇ ਪਿੰਡ ਨੂੰ ਬਹੁਤ ਤੰਗ ਕਰਦੇ ਸੀਗੇ। ਸਾਰੇ ਪਿੰਡ ਨੂੰ ਹੀ ਕੁੱਟ ਪਈ ਹੋਈ ਹੈ, ਸਾਰਿਆਂ ਨੂੰ ਤੰਗ ਕੀਤਾ ਹੋਏਗਾ। ਤੇ ਫਿਰ ਬੱਚੇ ਵੀ ਸਾਡੇ ਛੋਟੇ ਛੋਟੇ ਸੀ, ਰੋਂਦੇ ਸੀਗੇ ਤੇ ਸਾਨੂੰ ਝਿੜਕਾਂ ਦੇਣ। ਫਿਰ ਕਹਿੰਦੇ ਕੁਛ ਖਾਣਾ। ਮੇਰਾ ਤਾਂ ਬੇਟਾ ਮੇਰਾ ਦੁੱਧ ਪੀਂਦਾ ਸੀ, ਮੇਰਾ ਦਿਓਰ ਦਾ ਜਿਹੜਾ ਬੇਟਾ ਸੀ ਉਹ ਦੂਜਾ ਦੁੱਧ ਪੀਂਦਾ ਸੀ। ਫਿਰ ਉਹਨਾਂ ਨੇ ਮੰਗਾ ਕੇ ਦਿੱਤਾ ਦੁੱਧ। ਤੇ 2-3 ਦਿਨ ਸਾਨੂੰ ਉੱਥੇ ਰੱਖਿਆ। ਫਿਰ ਇਹਨਾਂ ਨੂੰ ਮੇਰੇ ਦਿਓਰ ਨੇ ਕਿਤੇ ਥਾਣਿਆਂ 'ਚ ਸਾਰਿਆਂ 'ਚ ਚਿੱਠੀਆਂ ਪਾਤੀਆਂ, ਸਾਨੂੰ ਕੁਛ ਨਹੀਂ ਸੀ ਪਤਾ। ਦਲਵੀਰ ਸਿੰਘ ਰਵੇਰੋ ਨੇ? ਹਾਂਜੀ। ਜਦੋਂ ਵੀ ਲੋਕਾਂ ਨੂੰ ਕੁੱਟਦੇ ਸੀ, ਗਾਲਾਂ ਕੱਢਦੇ ਸੀ ਗੰਦੀਆਂ, ਤੇ ਅਸੀਂ ਰੋਈ ਜਾਂਦੀਆਂ ਹੁੰਦੀਆਂ ਸੀਗੀਆਂ। ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਪਿੰਡ ਦੇ ਮਤਲਬ ਪਕੜੇ ਹੋਏ ਸੀ ਸਿੱਖ, ਉਹਨਾਂ ਨੂੰ ਨਹੀਂ, ਹੋਰ ਆਉਂਦੇ ਸੀ ਜਿਹੜੇ, ਉਹਨਾਂ ਨੂੰ ਤਾਂ ਅੰਦਰ ਹੀ ਫੜਿਆ ਹੋਇਆ ਸੀਗਾ। ਤੁਹਾਡੇ ਸਾਹਮਣੇ ਕੁੱਟਦੇ ਸੀ ਉਹਨਾਂ ਨੂੰ? ਹਾਂਜੀ। ਤੇ ਮਤਲਬ ਕਿਸ ਤਰ੍ਹਾਂ ਦੀ ਜਿਹੜੀ ਮਾਰ ਸੀ ਉਸ ਵਕਤ ਤੁਸੀਂ ਆਪਣੀਆਂ ਅੱਖਾਂ ਨਾਲ ਜਿਹੜੀ ਦੇਖੀ ਥਾਣੇ 'ਚ ਪੈਂਦੀ ਸਿੱਖ ਨੌਜਵਾਨਾਂ ਦੇ ਉੱਪਰ? ਕਿੱਦਾਂ ਦਾ ਟੌਰਚਰ ਕਰਦੀ ਸੀ ਪੁਲਿਸ? ਬਹੁਤ ਜ਼ਿਆਦਾ ਟੌਰਚਰ ਕਰਦੇ ਸੀ, ਡੰਡੇ ਵੀ ਮਾਰਦੇ ਸੀਗੇ ਤੇ ਗਾਲਾਂ ਵੀ ਗੰਦੀਆਂ ਕੱਢਦੇ ਸੀ। ਤੇ ਉਸ ਤੋਂ ਬਾਅਦ ਫਿਰ ਸਾਨੂੰ ਵੀ ਕਦੇ ਕਹਿ ਦਿੰਦੇ ਵੀ ਰੋਟੀ ਲਿਆ ਦੀ। ਅਸੀਂ ਕੁਛ ਨਹੀਂ ਸੀ ਖਾਂਦੀਆਂ ਹੈਗੇ, ਬਸ ਰੋਈ ਜਾਂਦੀਆਂ ਹੁੰਦੀਆਂ ਸੀ ਵੀ ਅਸੀਂ ਇਹ ਜਿਹਾ ਕੁਛ ਦੇਖਿਆ ਨਹੀਂ ਸੀ, ਮਾਂ ਪਿਓ ਦੇ ਘਰ ਵੀ ਨਹੀਂ ਸੀ ਦੇਖਿਆ ਹੈਗਾ। ਤੇ ਸਾਨੂੰ ਬਹੁਤ ਵੀ ਲਾਜ਼ਮੀ ਸ਼ਰਮ ਆਉਂਦੀ ਸੀਗੀ ਵੀ ਜੇ ਕੋਈ ਸਾਡੇ ਕੋਲ ਹੋ ਜਾਵੇ, ਕੁਛ ਹੋਵੇ ਤੇ ਅਸੀਂ ਵੀ ਸ਼ਹੀਦ ਹੋ ਜਾਈਏ। ਤੇ ਉਸ ਤੋਂ ਬਾਅਦ ਫਿਰ ਜਦੋਂ ਮੇਰੇ ਦਿਓਰ ਨੇ ਥਾਣਿਆਂ 'ਚ ਚਿੱਠੀਆਂ ਪਾਈਆਂ ਹੋਣੀਆਂ, ਫਿਰ ਸਾਨੂੰ ਕਹਿੰਦੇ ਵੀ ਚਲੋ ਬੀਬੀ ਤੁਹਾਨੂੰ ਆਖੇ ਵੀ ਇੱਧਰ ਭੇਜ ਦਿਆਂਗੇ। ਤੇ ਸਾਨੂੰ ਬਲਟੋਏ ਥਾਣੇ 'ਚ ਲੈ ਗਏ। ਬਲਟੋਏ ਥਾਣੇ 'ਚ ਵੀ ਇੱਕ ਛੋਟਾ ਜਿਹਾ ਕਮਰਾ ਸੀ, ਉਹਦੇ ਵਿੱਚ ਅਸੀਂ ਹੁੰਦੇ ਸੀ। ਤੇ ਜਿਨ੍ਹਾਂ ਨੂੰ ਕੁੱਟਦੇ ਸੀ ਨਾਲ ਸਾਡੇ ਵੀ ਵੱਜੀ ਜਾਂਦੀਆਂ ਸੀ। ਤੇ ਜਿਹੜੇ ਜਿਨ੍ਹਾਂ ਦੇ ਪੁਲਿਸ ਉਦੋਂ ਟੌਰਚਰ ਕਰਦੀ ਸੀ, ਤਸ਼ੱਦਦ ਕਰਦੀ ਸੀ, ਉਹ ਵਿੱਚੇ ਤੁਹਾਨੂੰ ਵੀ ਮਤਲਬ ਮਾਰਦੀ ਸੀ? ਹਾਂਜੀ, ਸਾਨੂੰ ਵੀ ਵਿੱਚੇ ਵੱਜੀ ਜਾਣੀਆਂ। ਤੇ ਫਿਰ ਸਾਨੂੰ ਕਈ ਦਿਨ ਕੋਈ ਨਹੀਂ ਸਾਡੇ ਮਗਰ ਗਿਆ ਹੈਗਾ, ਕਿਸੇ ਨੇ ਨਹੀਂ ਸਾਨੂੰ ਛਡਾਇਆ। 10 ਦਿਨ ਅਸੀਂ ਥਾਣੇ 'ਚ ਹੀ ਰਹੀਆਂ। ਬਲਟੋਏ? ਹਾਂਜੀ, ਬਲਟੋਏ 'ਚ। ਤੇ ਫਿਰ ਇੱਕ ਦਿਨ ਨਾ ਸਾਨੂੰ ਨਹੀਂ ਸੀ ਪਤਾ ਵੀ ਇਹ ਕਿਉਂ ਇੰਨਾ ਮਿੱਠਾ ਜਿਹਾ ਹੋਇਆ ਥਾਣੇਦਾਰ। ਤੇ ਸੜਕੋਂ ਪਾਰ ਉਹਦੀ ਕੋਠੀ ਸੀ, ਸਾਨੂੰ ਉੱਥੇ ਲੈ ਗਿਆ। ਅਸੀਂ ਬਹੁਤ ਡਰਦੀਆਂ ਸੀ, ਪਤਾ ਨਹੀਂ ਵੀ ਸਾਡੀ ਇੱਜ਼ਤ ਨੂੰ ਨਾ ਕਿਤੇ ਹੱਥ ਪਾ ਲਵੇ। ਤੇ ਫਿਰ ਸਾਨੂੰ ਕਹਿੰਦਾ ਵੀ ਤੁਸੀਂ ਨਾ ਵਾਰੀ ਜਾ ਆਇਓ ਬਾਥਰੂਮ, ਤੇ ਬੱਚਿਆਂ ਨੂੰ ਕੁਛ ਖਾਣ ਨੂੰ ਦੇ ਦਿਓ ਫਰਿੱਜ 'ਚੋਂ। ਅਸੀਂ ਆਖਿਆ ਤਾਂ ਕੁਛ ਨਹੀਂ ਖਾਂਦੇ ਹੈਗੇ ਵੀ। ਤੇ ਸਾਡੇ ਤਾਂ ਹੱਥ ਕੰਬੀ ਜਾਣ। ਤੇ ਬਾਅਦ 'ਚ ਹੋਰ ਫਿਰ ਸਾਨੂੰ ਕਹਿੰਦੇ ਵੀ ਨਹੀਂ, ਤੁਹਾਨੂੰ ਤਾਂ ਅਸੀਂ ਐਵੇਂ ਲੈ ਆਂਦਾ, ਤੁਹਾਨੂੰ ਛੱਡ ਦੇਣਾ, ਤੁਹਾਡੀ ਤਾਂ ਕੋਈ ਗਲਤੀ ਨਹੀਂ ਹੈਗੀ। ਤੇ ਪਹਿਲਾਂ ਸਾਨੂੰ ਕਹਿੰਦੇ ਸੀ ਵੀ ਤੁਸੀਂ ਰੋਟੀਆਂ ਪਕਾਉਣੀਆਂ, ਘਰ ਆਉਂਦੇ ਨੇ, ਸਾਨੂੰ ਬਹੁਤ ਕੁਛ ਬੋਲਦੇ ਸੀਗੇ। ਤੇ ਕਹਿੰਦੇ ਕਿ ਵੀ ਉਦੋਂ ਨਹੀਂ ਤੁਹਾਨੂੰ ਪਤਾ ਲੱਗਦਾ ਜਦੋਂ ਘਰੇ ਆਉਂਦੇ ਸੀ ਰੋਟੀਆਂ ਬਣਾਉਂਦੀਆਂ। ਅਸੀਂ ਆਖਿਆ ਵੀ ਅਸੀਂ ਆਪਣੇ ਬੱਚਿਆਂ ਦੀ ਸਹੁੰ ਖਾ ਲਈ। ਅਸੀਂ ਆਖਿਆ ਵੀ ਨਹੀਂ, ਘਰ ਨਹੀਂ ਆਉਂਦਾ ਸਾਡਾ ਦਿਓਰ, ਵੀ ਨਾ ਹੀ ਅਸੀਂ ਰੋਟੀਆਂ ਪਕਾਉਣੀਆਂ। ਤੇ CID ਦਾ ਸਾਡਾ ਗਵਾਂਢੀ ਕਰਦਾ ਸੀਗਾ ਨਾਲ ਹੀ, ਜਿਹੜਾ ਘਰ ਪੈਂਦਾ ਸਾਡੇ ਪਿੰਡ 'ਚ। ਹਾਂਜੀ, ਉਹ ਰਾਤ ਨੂੰ ਨਾ ਕੋਠੇ ਤੇ ਪੈ ਜਾਂਦਾ ਸੀ ਜਾਂ ਅੱਗੇ ਵਿਹੜੇ 'ਚ ਪੈ ਜਾਂਦਾ ਸੀ। ਪੁਲਿਸ ਦਾ ਮੁਖਬਰ ਹੋਣਾ? ਹਾਂ, ਮੁਖਬਰ ਸੀਗਾ। ਤੇ ਸਾਡਾ ਉਹਦਾ ਨਾਂ ਕੀ ਸੀ? ਉਹਦਾ ਨਾਂ ਸੀਗਾ, ਮੈਂ ਤਾਂ ਦੱਸ ਦਿੰਦੀ ਹਾਂ ਯਾਦ ਕਰਕੇ, ਸੂਜਾ ਕਹਿੰਦੇ ਸੀਗੇ। ਸੁਰਜਣ ਹੋਣਾ ਹੈਗਾ, ਸੂਜਾ। ਹਾਂ, ਨਾਲ ਹੀ ਸੀਗਾ ਉਹਨਾਂ ਦਾ ਘਰ। ਤੇ ਉਹ ਫਿਰ ਮੇਰਾ ਜਿਹੜਾ ਮਾਮਾ ਸਹੁਰਾ ਸੀਗਾ ਉਹ ਸਾਧੂ ਸੰਤ ਸੀਗਾ। ਉਹ ਰਾਤ ਨੂੰ ਬਾਹਰ ਜਾਂਦਾ ਹੁੰਦਾ ਸੀਗਾ ਜੰਗਲ ਪਾਣੀ। ਤੇ ਉਹਨੇ ਘਰ ਆ ਕੇ ਦੱਸਣਾ ਵੀ ਇਹ ਰਾਤ ਨੂੰ ਇੰਨੇ ਵਜੇ ਜਾਂਦਾ ਹੈਗਾ। ਉਹਨੇ ਬਹੁਤ ਰੌਲਾ ਪਾਉਣਾ ਬਾਬਾ ਜੀ ਨੇ। ਤੇ ਪਰ ਸਾਡੇ ਘਰ ਦੇ ਕੋਈ ਨਹੀਂ ਸੀ ਸੁਣਦੇ ਹੈਗੇ ਵੀ ਬਾਬਾ ਕੀ ਕਹਿੰਦਾ ਕੀ ਨਹੀਂ ਕਹਿੰਦਾ। ਪੂਰੀ ਜਿਹੜੀ ਨਿਗਾਹ ਰੱਖਦਾ ਹੁੰਦਾ ਸੀ ਉਹ ਵੀ ਦਲਵੀਰ ਸਿੰਘ ਰਵੇਰੋ ਘਰੇ ਆਉਂਦਾ ਕਿ ਨਹੀਂ ਆਉਂਦਾ? ਨਾਲ ਹੀ ਸਾਡੇ ਵੀ ਘਰ ਦੇ ਨਾ ਉਹਨਾਂ ਦਾ ਖੇਤ ਸੀ, ਉਹਦੇ ਵਿੱਚ ਵੀ ਲੰਮਾ ਪੈ ਕੇ ਵੇਖੀ ਜਾਂਦਾ, ਸਾਡੀਆਂ ਰੋਟੀਆਂ ਪਕਾਉਂਦੀਆਂ ਵੇਖੀ ਜਾਂਦਾ, ਜਾਂ ਆਪਣੀ ਛੱਤ ਤੇ ਚੜ੍ਹ ਕੇ ਦੇਖਦਾ ਰਹਿੰਦਾ। ਫਿਰ ਉਹ ਸਾਰੀ CID ਕਰਦਾ ਸੀਗਾ। ਤੇ CID ਕਰਕੇ ਤੇ ਉਹ ਬਾਬੇ ਨੂੰ ਸਾਰਾ ਪਤਾ ਲੱਗਦਾ ਸੀ। ਬਾਬਾ ਉਹਦਾ ਫਿਰ ਸੌਦਾ ਨਹੀਂ ਲਾਇਆ ਕਿਸੇ ਨੇ, ਖੜਗੂ ਸਿੰਘ ਨੇ?
ਉਹ ਦੱਸਦੇ ਆ ਤੁਹਾਨੂੰ ਲਾਇਆ ਸੀਗਾ ਸਾਲ ਬਾਅਦ। ਹੂੰ ਹੂੰ ਤੇ ਫਿਰ ਜਦੋਂ ਸਾਨੂੰ ਛਡਾ ਕੇ ਲਿਆਂਦਾ ਤੇ ਸਾਡੀ ਨਾ ਭੂਆ ਸੱਸ ਦੀ ਕੁੜੀ ਹੈ ਇੱਥੇ ਪਿੰਡ ਦੇ ਵਿੱਚ। 10 ਦਿਨਾਂ ਬਾਅਦ ਮੇਰਾ ਨਾਨ ਵੀ ਹੈਗਾ ਇੱਥੇ ਚਿਰਾਗ ਵਾਲੇ, ਤੇ ਉਹਨਾਂ ਨੇ ਵੀ ਸਾਨੂੰ ਲੈ ਕੇ ਆਂਦਾ। ਤੇ ਜਦੋਂ ਅਸੀਂ ਉਹਨਾਂ ਦੇ ਘਰੇ ਅਜੇ ਗਏ ਹੀ ਆਂਗੇ, ਉੱਥੋਂ ਸਾਨੂੰ ਛਡਾ ਕੇ ਲਿਆਏ ਨੇ ਪੁਲਿਸ, ਫਿਰ ਉੱਥੇ ਚਲੀ ਗਈ। ਤੇ ਜਿਹੜੀ ਮੇਰੇ ਨਾਲ ਲੱਗਦੀ ਸੀ ਭੂਆ ਸੱਸ ਦੀ ਕੁੜੀ, ਉਹ ਕਹਿੰਦੀ ਤੁਸੀਂ ਕੰਧਾਂ ਟੱਪ ਜੋ ਨਾਲ ਗਵਾਂਢੀਆਂ ਦੇ, ਵੀ ਪੁਲਿਸ ਆ ਗਈ। ਫਿਰ ਮੇਰੇ ਨਾਲ ਵੀ ਆ ਕਹਿੰਦਾ ਵੀ ਕੰਧਾਂ ਕੋ ਟੱਪਣਗੇ, ਅਸੀਂ ਹੈਗੇ ਆਂਗੇ, ਵੀ ਕੋਈ ਲੋੜ ਨਹੀਂ ਕੰਧਾਂ ਟੱਪਣ ਦੀ ਤੁਹਾਨੂੰ, ਤੇ ਤੁਸੀਂ ਬਹਿ ਜਾਓ। ਤੇ ਫਿਰ ਪੁਲਿਸ ਵਾਲੇ ਵੀ ਗੱਲਾਂ ਬਾਤਾਂ ਕਰਕੇ ਮੇਰੇ ਨਾਲ ਵੀ ਇਹਨਾਂ ਨਾਲ ਵਾਪਸ ਆ ਗਏ। ਫਿਰ ਉਸ ਤੋਂ ਬਾਅਦ ਸਾਨੂੰ ਪਿੰਡ ਛੱਡਣਾ ਪੈ ਗਿਆ ਸੀਗਾ। ਤੇ ਸਾਨੂੰ ਆਪਣੇ ਘਰ ਕੋਈ ਰੱਖਦਾ ਵੀ ਨਹੀਂ ਸੀਗਾ, ਗਲੀਆਂ ਦੇ ਵਿੱਚ ਸਾਡੇ ਤੋਂ ਕੱਖ ਵੀ ਡਰਦੇ ਸੀਗੇ। ਇੱਕ ਵਾਰੀ ਮਤਲਬ ਕੋਈ ਸਹਾਇਤਾ ਨਹੀਂ ਸੀ ਕਰਦਾ? ਹਾਂਜੀ, ਇਸ ਤੋਂ ਪਹਿਲਾਂ ਜਦੋਂ ਵੀ ਪੁਲਿਸ ਪੈਂਦੀ ਸੀਗੀ, ਇੱਕ ਬੇਟਾ ਮੇਰਾ 3-4 ਸਾਲ ਦਾ ਸੀਗਾ, ਤੇ ਇੱਕ ਮੇਰੇ ਵੀ ਪੇਟ 'ਚ ਸੀਗਾ। ਤੇ ਜਦੋਂ ਵੀ ਪੁਲਿਸ ਪੈਂਦੀ ਸੀਗੀ ਤੇ ਮੇਰੇ ਨਾਨ ਸਾਹਮਣੇ ਉੱਤੇ ਵੇਖਣ ਲੱਗ ਜਾਂਦੀ ਹੁੰਦੀ ਸੀ, ਜਦੋਂ ਆਊ ਤੂੰ ਭਾਬੀ ਤੂੰ ਕੱਪੜੇ ਧੋ ਲੈ ਤੇ ਆਹ ਕੰਮ ਕਰ ਲੈ। ਤੇ ਮੈਂ ਕੱਪੜੇ ਧੋਂਦੀ ਪਈ ਸੀ ਤੇ ਪੁਲਿਸ ਮੈਨੂੰ ਕਹਿੰਦੀ ਭਾਬੀ ਪੁਲਿਸ ਆ ਗਈ, ਤੇ ਆਪ ਤਾਂ ਭੱਜ ਗਈ। ਮੈਂ ਨਾਲੇ ਤਾਂ ਜੰਦਰਾ ਮਾਰਿਆ, ਮੈਂ ਖੁੱਲੇ ਛੱਡ ਕੇ ਵੀ ਨਹੀਂ ਸੀ ਜਾ ਸਕਦੀ। ਜਦੋਂ ਮੈਂ ਜੰਦਰਾ ਮਾਰ ਕੇ ਫਿਰ ਮੈਂ ਦੂਜੇ ਬੇਟੇ ਨੂੰ ਗੋਦੀ ਚੁੱਕ ਕੇ ਤੇ ਮੈਂ ਕੱਪੜੇ ਤਾਂ ਉੱਥੇ ਹੀ ਛੱਡੇ। ਤੇ ਮੈਂ ਕਦੇ ਅਸੀਂ ਬਾਹਰ ਨਿਕਲੇ ਹੀ ਨਹੀਂ ਸੀਗੇ, ਤੇ ਮਿਸਤਰੀਆਂ ਦਾ ਘਰ ਸੀ ਸਾਡੇ ਗੁਆਂਢ ਹੀ। ਤੇ ਮੈਂ ਨਾ ਜਦੋਂ ਭੱਜ ਕੇ ਉਹਨਾਂ ਨੂੰ, ਜਦੋਂ ਮੈਂ ਬਾਹਰ ਨਿਕਲੀ ਤੇ ਉਹਦੀ ਪੁਲਿਸ ਆ ਗਈ। ਪੁਲਿਸ ਨੇ ਇਹ ਸੋਚਿਆ ਹੋਣਾ ਵੀ ਕੋਈ ਇਹਨਾਂ ਦੇ ਘਰੋਂ ਹੋਰ ਨਿਕਲੀ ਹੋਣੀ, ਨਹੀਂ ਤਾਂ ਮੈਨੂੰ, ਮੈਂ ਹੁਣ ਕਈ ਵਾਰੀ ਸੋਚਦੀ ਹਾਂ ਵੀ ਉਹਨਾਂ ਨੇ ਮੈਨੂੰ ਉਦੋਂ ਹੀ ਫੜ ਲੈਣਾ ਸੀਗਾ। ਤੇ ਉਹ ਅੰਦਰ ਸਾਰੇ ਕੰਧਾਂ ਤੇ ਚੜ੍ਹ ਕੇ ਵੇਖਣ ਲੱਗ ਗਏ, ਸਾਰੇ ਘਰ ਵੜ ਗਏ। ਤੇ ਮੈਂ ਨਾ ਜਾ ਕੇ ਮਿਸਤਰੀਆਂ ਦਾ ਘਰ ਸੀਗਾ, ਅਸੀਂ ਕਦੇ ਬਾਹਰ ਨਿਕਲੇ ਨਹੀਂ ਸੀ, ਮੈਨੂੰ ਪਤਾ ਹੀ ਨਹੀਂ ਸੀ ਵੀ ਉਹ ਮਿਸਤਰੀਆਂ ਦਾ ਵੀ ਜਿੱਥੇ ਕੰਮ ਕਰਦੇ ਨੇ ਉੱਥੇ ਮੈਂ ਚਲੀ ਗਈ। ਤੇ ਉਹ ਬਾਬਾ ਕਹਿੰਦਾ ਬੀਬੀ ਇਹ ਤਾਂ ਵੀ ਉਹ ਹੈ ਸਾਡਾ ਕੰਮ ਕਰਨ ਵਾਲਾ, ਵੀ ਸਾਡੇ ਘਰ ਦਾ ਬੂਹਾ ਦੂਜੇ ਪਾਸੇ ਹੈਗਾ। ਤੇ ਮੈਂ ਉੱਤੇ ਜਾ ਕੇ ਦੂਜੇ ਪਾਸੇ ਜਾ ਕੇ ਜਦੋਂ ਮੁੰਡਾ ਤਾਂ ਮੈਂ ਬੈੱਡ 'ਤੇ ਸੁੱਟਿਆ, ਤੇ ਮੈਂ ਤਾਂ ਇੰਨਾ ਰੋਈ। ਮੈਂ ਆਖਿਆ ਵੀ ਕੀ ਸਾਡੀ ਜ਼ਿੰਦਗੀ ਹੈ, ਵੀ ਕਿੱਥੇ ਤਾਂ ਕਹਿੰਦੇ ਸੀ ਵੀ ਬਾਹਰ ਨਹੀਂ ਨਿਕਲਣਾ, ਘੁੰਡ ਕੱਢ ਕੇ ਬਾਹਰ ਜਾਓ, ਜੇ ਰਾਤ ਨੂੰ ਬਾਹਰ ਜਾਣਾ ਤੇ ਰਾਤ ਨੂੰ ਜਾਣਾ, ਹਵੇਲੀ 'ਚ ਬੰਦੇ ਬੈਠੇ ਨੇ, ਤੇ ਅੱਜ ਸਾਡੀ ਇੱਜ਼ਤ ਕਿੱਥੇ ਰੁਲਦੀ ਫਿਰਦੀ ਹੈ। ਮੈਂ ਬੜਾ ਰੋਈ, ਤੇ ਰੂ ਕੇ ਫਿਰ ਮੈਂ ਜਦੋਂ ਫਿਰ ਪੁਲਿਸ ਚਲੀ ਗਈ, ਫਿਰ ਅਸੀਂ ਘਰ ਆ ਜਾਂਦੇ ਸੀਗੇ। ਫਿਰ ਕਈ ਦਿਨ ਅਸੀਂ, ਮੇਰੇ ਨਨਾਣ ਜਿਹੜੀ ਉਹ ਪਿੰਡ 'ਚ ਉਹਨਾਂ ਦੇ ਘਰੇ ਸੌਂਦੀਆਂ ਸੀ, ਤੇ ਸਵੇਰੇ ਉੱਠ ਕੇ ਅਸੀਂ ਜਦੋਂ ਆਉਂਦੀਆਂ ਸੀ ਕੰਮ ਕਰਕੇ ਫਿਰ ਅਸੀਂ ਵੀ ਰਾਤ ਨੂੰ ਚਲੀਆਂ ਜਾਂਦੇ ਸੀ। ਜਦੋਂ ਦਿਨੇ ਵੇਖਦੀਆਂ ਫਿਰ ਭੱਜ ਕੇ ਬਾਹਰ ਕਿਸੇ ਦੇ ਘਰੇ ਚਲੀਆਂ ਜਾਂਦੀਆਂ। ਇੱਕ ਦਿਨ ਅਸੀਂ ਉਹਨਾਂ ਦੇ ਘਰੋਂ ਆ ਹੀ ਰਹੀਆਂ ਸੀ ਵਾਪਸ, ਮੈਂ ਸੀ ਮੇਰੀ ਦਰਾਣੀ ਸੀਗੀ, ਉਹਦੇ ਵੀ ਬੇਟਾ ਹੋਣ ਵਾਲਾ ਸੀ, ਮੇਰੇ ਵੀ ਬੇਟਾ ਹੋਣ ਵਾਲਾ ਸੀ। ਤੇ ਜਦੋਂ ਅਸੀਂ ਵੀ ਘਰ ਦਾ ਸਾਡਾ ਅੱਜ ਵਿਆਹ ਗਲੀ ਮੋੜ ਆ ਗਿਆ, ਇੱਥੇ ਸਾਡੀਆਂ ਘਰ ਨੂੰ ਕੰਧਾਂ ਵੀ ਪੁਲਿਸ ਨਾਲ ਭਰੀਆਂ ਪਈਆਂ, ਤੇ ਅਸੀਂ ਉਦੋਂ ਪਿੱਛੇ ਹੀ ਮੁੜ ਆਏ ਹਾਂ। ਪਿੱਛੇ ਇੱਕ ਨਾਲ ਘਰ ਸੀਗਾ, ਉਹਨਾਂ ਦੇ ਅਸੀਂ ਵੜ ਗਈਆਂ। ਤੇ ਉਹ ਪੁਲਿਸ ਵਾਲਿਆਂ ਨੇ ਸਾਨੂੰ ਵੇਖਿਆ ਹੋਇਆ ਸੀ, ਸਾਨੂੰ ਡਰ ਆਵੇ ਵੀ ਹੁਣ ਇਹਨੇ ਸਾਨੂੰ ਵੇਖਿਆ, ਸਾਨੂੰ ਲੈ ਜਾਊਗਾ। ਪਰ ਜਿਹੜੀ ਉਹ ਘਰ ਵਾਲੀ ਸੀ ਨਾ ਬੀਬੀ, ਉਹ ਕਹਿੰਦੀ ਇਹ ਤਾਂ ਪੂਨੀਆਂ ਤੋਂ ਆਏ ਹੋਏ ਨੇ ਵੀ ਚੈੱਕਅਪ ਕਰਾਉਣ, ਵੀ ਇੱਥੇ ਦਵਾਈ ਲੈਣ ਆਏ ਹੋਏ ਨੇਗੇ। ਤੇ ਪਰ ਉਹਨਾਂ ਨੇ ਫਿਰ ਇੰਨਾ ਧਿਆਨ ਜਿਹਾ ਨਹੀਂ ਦਿੱਤਾ ਹੈਗਾ। ਤੇ ਮੈਂ ਪਛਾਣ ਲਿਆ ਵੀ ਉਹ ਉਹੀ ਹੈਗਾ, ਵੀ ਕਿਉਂਕਿ ਰੋਜ਼ ਤਾਂ ਆਉਂਦੇ ਸੀਗੇ। ਤੇ ਫਿਰ ਉਸ ਦਿਨ ਵੀ ਸਾਨੂੰ ਛੱਡ ਗਏ। ਸਾਡੇ ਨਾਲ ਇਸ ਤਰ੍ਹਾਂ ਵੀ ਬਹੁਤ ਵਾਰੀ ਐਵੇਂ ਹੋਇਆ ਵੀ ਛੱਡ ਜਾਣਾ, ਤੇ ਅਸੀਂ ਰਾਤ ਨੂੰ ਫਿਰ ਉਹਨਾਂ ਦੇ ਘਰੇ ਜਾ ਕੇ ਸੌਂ ਜਾਣਾ, ਸਵੇਰੇ ਆ ਕੇ ਇਸ ਤਰ੍ਹਾਂ ਕੰਮ ਕਰਨੇ। ਤੇ ਇੱਕ ਵਾਰੀ ਇਸ ਤਰ੍ਹਾਂ ਹੀ ਵੀ ਕਹਿੰਦੇ ਵੀ ਪੁਲਿਸ ਨੇ ਆਉਣਾ, ਮੇਰਾ ਦਿਓਰ ਦੱਸ ਗਿਆ ਵੀ ਪੁਲਿਸ ਆਊਗੀ ਤੇ ਤੁਸੀਂ ਘਰ ਨਹੀਂ ਰਹਿਣਾ ਹੈਗਾ। ਮੈਂ ਵਾਰ-ਵਾਰ ਇਹਦੇ ਡੈਡੀ ਨੂੰ ਉਠਾਈ ਜਾਵਾਂ ਵੀ ਉੱਠ ਜਾਓ। ਕਹਿੰਦਾ ਆਖੇ ਵੀ ਉਦੋਂ ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਪੁਲਿਸ ਕਿੰਨੇ ਵਜੇ ਪੈਂਦੀ ਹੈ। ਕਹਿੰਦਾ ਤੂੰ ਮੈਨੂੰ ਸੌਂ ਜਾਣ ਦੇ। ਵੀ ਮੈਂ ਕਿਹਾ ਵੀ ਬੀਬੀ ਇੰਝ ਕਹਿ ਕੇ ਗਿਆ ਵੀ ਪੁਲਿਸ ਨੇ ਪੈਣਾ ਤੇ ਤੁਸੀਂ ਘਰ ਨਹੀਂ ਰਹਿਣਾ ਹੈਗਾ। ਦਲਵੀਰ ਸਿੰਘ ਰਵੇਰੋ ਨੇ ਕਿਸੇ ਨੇ ਹੈਲਪ ਲਿਆ ਸੀ? ਕਹਿੰਦੇ ਵੀ ਪੁਲਿਸ ਉਹ ਹੋਰ ਚੱਕਰ 'ਚ ਆਈ ਸੀ, ਪੁਲਿਸ ਇਹਦੇ ਰਵੈਰੋ ਦੇ 'ਚ ਨਹੀਂ ਸੀ ਆਈ। ਤੇ ਕਹਿੰਦੇ ਵੀ 4 ਵਜੇ ਪੁਲਿਸ ਪੈਂਦੀ ਹੁੰਦੀ ਹੈ। ਮੈਂ ਜੇ 4 ਵਜੇ ਇਹਨੂੰ ਉਠਾ ਕੇ ਭੇਜਿਆ ਹੀ ਤੇ ਪੁਲਿਸ ਆ ਗਈ। ਤੇ ਪਹਿਲੀ ਵਾਰ ਉਦੋਂ ਮੈਂ ਦੇਖੀ ਸੀ। ਕਹਿੰਦੇ ਵੀ ਤੂੰ ਬੰਦਾ ਭਜਾ ਤਾ। ਮੈਂ ਕਿਹਾ ਮੈਂ ਬੰਦਾ ਨਹੀਂ ਭਜਾਇਆ, ਮੈਂ ਸੱਚ ਹੀ ਬੋਲਤਾ। ਮੈਂ ਕਿਹਾ ਉਹ ਤਾਂ ਖੇਤ ਨੇ ਹੈਗੇ, ਉਹ ਸਾਡੇ 2 ਖੇਤ ਨੇ, ਇੱਧਰ ਨਹੀਂ ਸੀ ਇੱਧਰਲੇ ਚਲੇ ਗਿਆ। ਉਹਨਾਂ ਨੂੰ ਪਤਾ ਸੀ ਵੀ ਇਹ ਕਿਤੇ ਵੀ ਜਨਾਨੀਆਂ ਦੇ ਮੂੰਹੋਂ ਨਿਕਲ ਹੀ ਜਾਂਦਾ ਸੱਚ। ਤੇ ਉੱਥੋਂ ਵੀ ਫਿਰ ਮੈਂ ਖੇਤ ਚਲੇ ਗਏ, ਤੇ ਖੇਤ ਮੇਰੇ ਸਹੁਰਾ ਸੀਗਾ, ਤੇ ਉੱਥੇ ਉਹਨੂੰ ਫੜ ਕੇ ਲੈ ਗਏ। 15 ਦਿਨ ਉਹਨਾਂ ਨੇ ਰੱਖਿਆ ਜੇਲ੍ਹ ਵਿੱਚ ਉਹਨਾਂ ਨੂੰ। ਤੇ 15 ਦਿਨ ਵਿੱਚ ਸਾਡੇ ਘਰ 'ਚ ਘਾਹ ਉੱਗ ਗਿਆ, ਕੋਈ ਬੁਰੇ ਹਾਲ। ਤੇ ਅਸੀਂ ਵਿੱਚ ਦੀ ਆ ਕੇ ਫਿਰ ਠੀਕ ਕਰਕੇ ਜਾਂਦੀਆਂ ਸੀਗੀਆਂ।
ਇਸ ਤਰ੍ਹਾਂ ਹੀ ਮਤਲਬ ਜਦੋਂ ਪੁਲਿਸ ਲੈ ਕੇ ਗਈ ਸੀ ਦਲਵੀਰ ਸਿੰਘ ਰਵੇਰੋ ਦੇ ਪਿਤਾ ਜੀ ਨੂੰ, ਤੁਹਾਡੇ ਸਹੁਰਾ ਸਾਹਿਬ ਨੂੰ, ਉਦੋਂ ਫਿਰ ਜਿਹੜੇ 15 ਦਿਨ ਉਹ ਤੁਸੀਂ ਪਿੰਡ ਦੇ ਵਿੱਚ ਕੱਟੇ ਘਰਿਆਲੀ ਕਿਤੇ? ਹਾਂਜੀ, ਫਿਰ ਅਸੀਂ ਉੱਥੇ ਹੀ ਆਏ, ਕਿਸੇ ਦੇ ਘਰ ਕੱਟਣੇ, ਦਿਨੇ ਘਰ ਆ ਜਾਣਾ, ਜਦੋਂ ਦੇਖਣਾ ਸਾਨੂੰ ਦੂਰੋਂ ਹੀ ਦਿਸ ਜਾਂਦੇ ਸੀ, ਫਿਰ ਅਸੀਂ ਆਸੇ ਪਾਸੇ ਹੋ ਜਾਂਦੇ ਸੀਗੇ। ਤੇ ਇਹ ਅਸੀਂ ਲਾਸਟ ਜਦੋਂ ਸਾਨੂੰ ਇਹ ਲੈ ਕੇ ਗਏ ਨੇ, ਸਾਨੂੰ ਉਸ ਤੋਂ ਬਾਅਦ ਪਿੰਡ ਛੱਡਿਆ ਸੀ ਅਸੀਂ। ਉਦੋਂ ਪਹਿਲਾਂ ਤਾਂ ਸਾਨੂੰ ਬਹੁਤ ਵਾਰੀ ਪੁਲਿਸ ਨੇ ਤੰਗ ਕੀਤਾ, ਫਿਰ ਰੋਜ਼ ਹੀ ਆਉਂਦੀ ਸੀ, ਮਤਲਬ 4-5 ਸਾਲ ਸਾਨੂੰ ਤੰਗ ਕਰਦੀ ਰਹੀ। ਇਦਾਂ ਹੀ ਘਰ ਖੁੱਲ੍ਹਾ ਛੱਡ ਕੇ ਤੁਰ ਜਾਂਦੇ? ਫਿਰ ਅਸੀਂ ਫਟਾਫਟ ਜੰਦਰੇ ਮਾਰ ਕੇ ਤੇ ਦੂਰੋਂ ਦਿਸ ਜਾਂਦੀਆਂ ਸੀ ਗੱਡੀਆਂ ਆਉਂਦੀਆਂ, ਤੇ ਫਿਰ ਅਸੀਂ ਆਸੇ ਪਾਸੇ ਹੋ ਜਾਂਦੇ ਸੀਗੇ। ਇਹ ਜਿਹੜਾ ਸਾਨੂੰ ਛੱਡ ਕੇ ਲੈ ਗਏ ਨੇ, ਉਦੋਂ ਅਸੀਂ ਲਾਸਟ 4 ਸਾਲਾਂ ਬਾਅਦ ਘਰ ਛੱਡਿਆ ਸੀਗਾ। ਉਸ ਤਰ੍ਹਾਂ ਫਿਰ ਵੀ ਮੇਰੀ ਨਨਾਣ ਕੋਲੇ ਮੈਨੂੰ ਛੱਡ ਆਏ ਸੀ, ਕਹਿੰਦੇ ਵੀ। ਉਦੋਂ ਫਿਰ ਤੁਹਾਡੇ ਦੂਸਰੇ ਬੇਟੇ ਦਾ ਜਨਮ ਹੋਇਆ? ਉਹ ਮੈਂ ਫਿਰ ਦੱਸਦੀ ਹਾਂ ਜੀ, ਬਾਅਦ 'ਚ ਹੋਇਆ ਸੀਗਾ। ਉਹ ਵੀ ਮੇਰੇ ਫਿਰ ਪਿੰਡ ਆ ਗਈ ਇੱਕ ਵਾਰੀ, ਤੇ ਉਸ ਤੋਂ ਬਾਅਦ ਜਦੋਂ ਦੁਬਾਰੇ ਫਿਰ ਮੈਂ ਚਲੋ ਉੱਥੇ ਚਲੀ ਗਈ, ਤੇ ਇਹ ਭੇਜਦੇ ਵੀ ਨਹੀਂ ਸੀ ਹੁੰਦੇ, ਕਹਿੰਦੇ ਹੁੰਦੇ ਸੀ ਵੀ ਨਹੀਂ ਰਹਿਣਾ ਵੀ ਇੱਥੇ ਹੀ ਹੈਗਾ। ਤੇ ਜਦੋਂ ਵੀ ਇਹ ਬੇਟੇ ਨੇ ਹੋਣਾ ਸੀਗਾ, ਉਸ ਦਿਨ ਰਾਤ ਨੂੰ ਵੀ ਮੈਂ ਸਾਰੀ ਰਾਤ, ਮੇਰਾ ਡੈਡੀ ਆਇਆ ਹੋਇਆ ਸੀਗਾ ਲੈਣ ਵਾਸਤੇ ਮੈਨੂੰ। ਮੇਰੀ ਮਾਂ ਕਹਿੰਦੀ ਵੀ ਲੈ ਆ, ਵੀ ਉੱਥੇ ਤਾਂ ਹਾਲਾਤ ਇੰਨੇ ਮਾੜੇ ਨੇ ਵੀ ਉਹ ਭੇਜਦੇ ਵੀ ਨਹੀਂ ਗੇ, ਤੇ ਜੇ ਤੋਰਦੇ ਨੇ ਤੇ ਲੈ ਆ। ਤੇ ਮੈਂ ਸਾਰੀ ਰਾਤ ਦਰਦਾਂ ਨਾਲ ਇਸ ਤਰ੍ਹਾਂ ਹੀ ਵੀ ਫਿਰਦੀ ਰਹੀ, ਤੇ 7 ਵਜੇ ਮੈਨੂੰ ਪੂਰੀਆਂ ਦਰਦਾਂ ਲੱਗੀਆਂ ਹੋਈਆਂ ਸੀ, ਤੇ ਪੁਲਿਸ ਆ ਗਈ। ਤੇ ਇਹ ਝੋਨਾ ਵੇਚਣ ਗਏ ਹੋਏ ਸੀ ਇਹਦੇ ਡੈਡੀ, ਤੇ ਪੁਲਿਸ ਆ ਕੇ ਸਾਰਾ ਫਿਰ ਫੁਰ ਕੇ, ਪਰ ਮੈਨੂੰ ਕੁਛ ਕਿਹਾ ਨਹੀਂ ਹੈਗਾ। ਮੈਨੂੰ ਕਹਿੰਦੇ ਆ ਬਿਮਾਰ ਆ, ਮੈਂ ਕਿਹਾ ਹਾਂਜੀ, ਤੇ ਵੀ ਚਲੇ ਗਏ ਗੇੜਾ ਗੂੜਾ ਲਾ ਕੇ। ਫਿਰ ਉਹ 7 ਵਜੇ ਆ ਕੇ ਵਾਪਸ ਚਲੇ ਗਏ। ਫਿਰ ਮੈਨੂੰ ਇਹਦਾ ਡੈਡੀ ਉਹਨਾਂ ਨੂੰ ਬੁਲਾਇਆ, ਫਿਰ ਮੈਨੂੰ ਲੈ ਕੇ ਗਏ। ਫਿਰ ਇਹਦਾ 10 ਵਜੇ ਜਨਮ ਹੋਇਆ ਪੱਟੀ ਜਾ ਕੇ। ਹਾਂ, ਪਹਿਲੋਂ ਉਸ ਤੋਂ ਪਹਿਲੋਂ ਪੁਲਿਸ ਆ ਮਤਲਬ ਉਦੋਂ ਜਦੋਂ ਤੁਹਾਨੂੰ ਪੇਨ ਹੋ ਰਹੀ ਸੀਗੀ? ਹਾਂ, ਪੂਰੀਆਂ ਦਰਦਾਂ ਲੱਗੀਆਂ ਹੋਈਆਂ ਸੀਗੀਆਂ, ਕੋਈ ਸਹੂਲਤ ਨਹੀਂ ਸੀਗੀ, ਤੇ ਨਾ ਹੀ ਉਸ ਟਾਈਮ ਵੀ ਇਸ ਉਹਨਾਂ ਦੇ ਡੈਡੀ ਆ ਹੀ ਸਕਦੇ ਸੀ। ਮੈਂ ਪੂਰਾ ਤੜਫਦੀ ਸੀਗੀ, ਤੜਫਦਿਆਂ ਨੂੰ ਦੇਖ ਕੇ ਉਹਨਾਂ ਮੈਨੂੰ ਇੰਨੀ ਕੁਛ ਵੀ ਕਿਹਾ ਹੈਗਾ, ਤੇ ਨਾ ਹੀ ਮੇਰੇ ਡੈਡੀ ਨੂੰ ਕੁਛ ਕਿਹਾ ਸੀ। ਉਹਨਾਂ ਨੂੰ ਵੀ ਪਤਾ ਹੀ ਸੀ ਵੀ ਇਹ ਇਸ ਹਾਲ ਵਿੱਚ ਹੈ, ਤਾਂ ਕੀ ਕਸੂਰ ਹੈ ਨਾਲੇ। ਉਸ ਤੋਂ ਬਾਅਦ ਫਿਰ ਬੇਟਾ ਮੇਰਾ ਹੋਇਆ, ਫਿਰ ਵੀ ਅਸੀਂ ਇਸ ਤਰ੍ਹਾਂ ਹੀ ਉੱਥੇ ਰਹਿਣ ਲੱਗ ਗਈ ਮੈਂ। ਫਿਰ ਇਸ ਤਰ੍ਹਾਂ ਹੀ ਫਿਰ ਪੁਲਿਸ ਆਉਂਦੀ ਜਾਂਦੀ ਰਹਿਣਾ। ਤੇ ਉਹ ਜਦੋਂ ਲਾਸਟ ਵਾਰੀ ਇਹ ਹੋ ਗਿਆ ਸੀ ਸਾਲ ਦਾ, ਤੇ ਜਦੋਂ ਅਸੀਂ ਫਿਰ ਉਹ ਛੱਡਿਆ ਹੈਗਾ, ਉਦੋਂ ਪਹਿਲਾਂ ਕਈ ਵਾਰੀ ਆਉਣਾ, ਫਿਰ ਅਸੀਂ ਲੋਕਾਂ ਦੇ ਘਰੇ ਚਲੇ ਜਾਣਾ, ਆਂਢੀਆਂ ਗੁਆਂਢੀਆਂ ਦੇ। ਫਿਰ ਸਾਨੂੰ ਲੋਕ ਵੀ ਸਾਡੇ ਤੋਂ ਡਰਨ ਲੱਗ ਗਏ ਸੀਗੇ, ਕਿਉਂਕਿ ਉਹਨਾਂ ਨੂੰ ਵੀ ਪੁਲਿਸ ਤੰਗ ਕਰਦੀ ਸੀਗੀ, ਪਿੰਡ ਵਾਲਿਆਂ ਨੂੰ ਵੀ ਕੁੱਟਦੇ ਮਾਰਦੇ ਸੀ। ਉਹਨਾਂ ਦੀ ਵੀ ਪੁੱਛ ਦੱਸ ਹੁੰਦੀ ਸੀ, ਜਿਹੜੇ ਮੁੰਡੇ ਸੀ ਉਹਨਾਂ ਨੂੰ ਤਾਂ ਬਹੁਤ ਕੁੱਟਿਆ ਜਾਂਦਾ ਸੀਗਾ। ਤੇ ਫਿਰ ਘਰਾਂ 'ਚ ਵੀ ਅਗਲੇ ਕਹਿੰਦੇ ਸੀ ਵੀ, ਫਿਰ ਹੁਣ ਕਈ ਵਾਰੀ ਕਹਿ ਦਿੰਦੀਆਂ ਸੀਗੀਆਂ ਵੀ ਜੇ ਤੂੰ ਨਾ ਜਾਂਦੀ, ਵੀ ਇਹ ਨਾ ਇਸ ਤਰ੍ਹਾਂ ਹੁੰਦਾ, ਤੂੰ ਇੱਥੇ ਰਹਿੰਦੀ। ਤੇ ਮੈਂ ਕਿਹਾ ਰਹਿੰਦੇ ਕਿੱਥੇ, ਵੀ ਸਾਡੇ ਤੋਂ ਤਾਂ ਗਲੀਆਂ ਦੇ ਕੱਖ ਵੀ ਡਰਦੇ ਸੀਗੇ, ਸਾਨੂੰ ਕੋਈ ਨੇੜੇ ਹੀ ਨਹੀਂ ਸੀ ਲਾਉਂਦਾ ਹੈਗਾ ਵੀ ਚਲੋ ਸਾਡੇ ਘਰੇ ਰੁਕ ਜਾ ਜਾਂ ਕਿਸ ਤਰ੍ਹਾਂ। ਤੇ ਫਿਰ ਮੈਨੂੰ ਜਦੋਂ ਥਾਣੇ 'ਚੋਂ ਛਡਾ ਕੇ ਲਿਆਂਦਾ, ਤੇ ਫਿਰ ਮੇਰੇ ਨਨਾਣ ਵੀ ਇੱਥੇ ਲੈ ਆਇਆ ਸਾਨੂੰ ਆਪਣੇ ਪਿੰਡ 'ਚ ਰਾਗ ਵਾਲੇ। ਉੱਥੋਂ ਫਿਰ ਮੈਂ ਆਪਦੇ ਪੇਕਿਆਂ ਦੇ ਘਰ ਆ ਗਈ। ਪੇਕੇ ਫਿਰ ਮੈਂ ਥੋੜ੍ਹਾ ਕੁ ਚਿਰ ਰਹੀ, ਤੇ ਫਿਰ ਮੈਨੂੰ ਆ ਕੇ ਤਾਂ ਉਹਨਾਂ ਦਾ ਡੈਡੀ, ਸਾਡੀ ਮਾਸੀ ਸੱਸ ਦੇ ਮੁੰਡੇ ਦਾ ਵਿਆਹ ਸੀ, ਆ ਕੇ ਲੈ ਗਿਆ। ਮੈਂ ਤਾਂ ਜਾਂਦੀ ਨਹੀਂ ਸੀ, ਨਾ ਹੀ ਮੈਂ ਬੋਲਦੀ ਸੀ, ਗੁੱਸੇ 'ਚ ਸੀਗੀ ਵੀ ਜਦੋਂ ਕੋਈ ਕਹਿੰਦਾ ਹੈ ਤਾਂ ਵੀ ਤੁਸੀਂ ਇਹ ਗੱਲ ਨਹੀਂ ਸੁਣਦੇ ਵੀ ਆਸੇ ਪਾਸੇ ਹੋ ਜਾਓ, ਵੀ ਉਹ ਤਾਂ ਇਸ ਕੰਮ 'ਚ ਵੜਿਆ ਹੀ ਹੈ। ਉਹ ਕਹਿੰਦਾ ਮੈਂ ਭਰਾ ਨਹੀਂ ਛੱਡਣਾ ਹੈਗਾ। ਤੁਹਾਡੇ ਜਿਹੜੇ ਪਤੀ ਸ਼ਹੀਦ ਭਾਈ ਦਲਜੀਤ ਸਿੰਘ? ਹਾਂਜੀ, ਉਹ ਕਹਿੰਦਾ ਮੈਂ ਭਰਾ ਨਹੀਂ ਛੱਡਣਾ। ਦਲਜੀਤ ਸਿੰਘ ਰਵੇਰੋ ਦੇ ਭਰਾ ਜਿਹੜੇ? ਹਾਂਜੀ, ਮੇਰੇ ਭਰਾ ਨੇ ਵੀ ਕਹਿਤਾ ਸੀਗਾ ਵੀ ਮੇਰਾ ਇੱਕ ਦੋਸਤ ਬਾਹਰ ਗਿਆ ਹੈਗਾ, ਤੇ ਮੈਂ ਕਾਗਜ਼ ਭਰ ਦਿੰਨਾ। ਉਹ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਦੇ ਗੈਪ ਵਿੱਚ ਵੀ ਇਹਦਾ ਵੀ ਆਪਣੇ ਬੱਚੇ ਬਣਾ ਕੇ ਇਹਨਾਂ ਨੂੰ ਬਾਹਰ ਕੱਢ ਲੈਣਾ, ਤੇ ਮੈਂ ਕਾਗਜ਼ ਭਰ ਦਿੰਨਾ ਗਾ। ਤੇ ਜਦੋਂ ਇਹਨੂੰ ਵੀ ਮੇਰੇ ਹਸਬੈਂਡ ਨੂੰ ਮੇਰੇ ਭਰਾ ਨੇ ਕਿਹਾ, ਤੇ ਮੇਰੇ ਹਸਬੈਂਡ ਕਹਿੰਦੇ ਵੀ ਮੈਂ ਭਰਾ ਨਹੀਂ ਛੱਡਣਾ ਹੈਗਾ। ਉਹਨੇ ਉੱਥੇ ਹੀ ਕਾਗਜ਼ ਪਾੜਤੇ, ਕਹਿੰਦਾ ਜੇ ਤੈਨੂੰ ਨਹੀਂ ਇਹਨਾਂ ਬੱਚਿਆਂ ਦਾ ਫਿਕਰ, ਫਿਰ ਉਹਨੇ ਉੱਥੇ ਹੀ ਕਾਗਜ਼ ਪਾੜਤੇ। ਚਲੋ ਫਿਰ ਮੇਰੇ ਭਰਜਾਈ ਵੀ ਕਹਿੰਦੀ ਵੀ ਚਲੀ ਜਾ। ਮੇਰੀ ਮੰਮੀ ਹੈ ਨਹੀਂ ਸੀਗੀ, ਮੈਂ ਨਾਨਕੇ ਗਈ ਹੋਈ ਸੀ। ਫਿਰ ਮੇਰੇ ਭਰਾ ਇਹਨਾਂ ਬੱਚਿਆਂ ਦੇ ਕੱਪੜੇ ਲਿਆਇਆ, ਮੈਂ ਚਲੀ ਗਈ, ਜਿਵੇਂ ਹੈਗੀ ਸੀ ਉਵੇਂ ਚਲੀ ਗਈ ਮਾਸੀ ਦੇ ਮੁੰਡੇ ਦੇ ਵਿਆਹ 'ਤੇ। ਉੱਥੋਂ ਫਿਰ ਮੇਰੀ ਨਨਾਣ ਕੋਲ, ਵੱਡੀ ਨਨਾਣ ਹੈ ਨਾਲ ਹੀ ਸਰਾਵਾਂ, ਤੇ ਉੱਥੇ ਮੈਨੂੰ ਛੱਡਤਾ ਇਹਨਾਂ ਨੇ। ਤੇ ਉੱਥੇ ਛੱਡ ਕੇ ਤੇ ਫਿਰ ਜਦੋਂ ਵੀ ਉੱਥੇ ਇੱਕ ਮੇਰੀ ਨਨਾਣ ਕੁਆਰੀ ਸੀ ਜਿਹੜੀ, ਉਹ ਵੀ ਰਹਿੰਦੀ ਸੀਗੀ, ਉਹਨੂੰ ਉੱਥੇ ਰੱਖ ਲਿਆ, ਤੇ ਮੈਨੂੰ ਮੇਰੀ ਦੂਜੀ ਨਨਾਣ ਕੋਲੇ ਭੇਜਤਾ। ਤੇ 20 ਕੁ ਦਿਨ ਹੀ ਮੈਂ ਉੱਥੇ ਰਹੀ ਹਾਂ। ਤੇ ਵੀ ਉਸ ਦਿਨ ਜਿੱਦਣ ਮੁਕਾਬਲਾ ਹੁੰਦਾ ਹੈਗਾ, ਉਸ ਦਿਨ ਮੇਰਾ ਜਿਹੜਾ ਛੋਟਾ ਬੇਟਾ ਇਹਨੂੰ ਨਮੂਨੀਆ ਹੋਇਆ ਸੀਗਾ, ਤੇ ਅਸੀਂ ਦਵਾਈ ਲੈਣ ਜਾਣਾ ਸੀ। ਮੇਰੇ ਨਨਾਣ ਕਹਿੰਦੀ ਵੀ ਤੂੰ ਨਾ ਤਿਆਰ ਹੋ ਜਾ, ਤੇ ਆਪਾਂ ਦਵਾਈ ਲੈ ਕੇ ਆਉਣੇ ਆ। ਉਹ ਜਦੋਂ ਗੁਰਦੁਆਰੇ ਗਏ, ਤੇ ਲੋਕ ਨਾ ਇਹਨਾਂ ਦੇ ਮੂੰਹਾਂ ਵੱਲ ਦੇਖਣ ਵੀ ਇਹਨਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ ਵੀ TV 'ਤੇ ਤਾਂ ਖਬਰਾਂ ਆ ਗਈਆਂ ਵੀ ਇਸ ਤਰ੍ਹਾਂ ਕਰਕੇ ਵੀ ਮੁਕਾਬਲਾ ਹੋ ਗਿਆ, ਵੀ ਸ਼ਹੀਦ ਹੋ ਗਏ।
ਤੇ ਉਹ ਉੱਥੋਂ ਫਿਰ ਕਿਸੇ ਨੇ ਦੱਸਿਆ ਤੇ ਜਦੋਂ ਆਈਆਂ ਤੇ ਵੀ ਮੇਰੇ ਨਨਾਣ ਮੈਨੂੰ ਕਹਿੰਦੀ ਵੀ ਇਸ ਤਰ੍ਹਾਂ ਕਰਕੇ ਵੀ ਆਪਾਂ ਜਾਣਾ ਹੈਗਾ ਵੀ ਆਪਣਾ ਵੀ ਵੀਰਾ ਕਹਿੰਦੇ ਸੀ ਉਹਨੂੰ ਘਰ 'ਚ ਤਾਂ ਦਲਵੀਰ ਸਿੰਘ ਰਵੇਰੋ ਨੂੰ। ਹਾਂ ਵੀਰਾ ਕਹਿੰਦੇ ਵੀਰਾ ਸ਼ਹੀਦ ਹੋ ਗਿਆ। ਜਦੋਂ ਉਹਨਾਂ ਕਿਹਾ ਵੀ ਵੀਰਾ ਸ਼ਹੀਦ ਹੋ ਗਿਆ ਮੈਨੂੰ ਉਸੇ ਟਾਈਮ ਹੀ ਇਹ ਮੇਰੇ ਮਨ 'ਚ ਆ ਗਿਆ ਵੀ ਸੁਣ ਦਾ ਡੈਡੀ ਵੀ ਵਿੱਚ ਜ਼ਰੂਰ ਹੋਊਗਾ ਵੀ ਉਹ ਤਾਂ ਉਹਦੇ ਤੋਂ ਇੱਕ ਪਾਸੇ ਨਹੀਂ ਸੀ ਹੁੰਦਾ, ਮਿੰਟ ਨਹੀਂ ਸੀ ਪਾਸੇ ਹੁੰਦਾ ਵੀ ਜਿੱਥੇ ਕਿੱਥੇ ਨਾਲ ਉਹਨੂੰ ਦੱਸਣ ਜਾਂਦਾ ਸੀ ਵੀ ਅੱਜ ਪੁਲਿਸ ਇੱਥੇ ਆ ਤੇ ਇੱਥੇ ਹੈਗੇ। ਤੇ ਮੇਰੀ ਜਿਹੜੀ ਨਨਾਣ ਦੀ ਜਠਾਣੀ ਆ ਉਹ ਮੈਨੂੰ ਕਹਿਣ ਲੱਗ ਗਈ ਤੂੰ ਨਾ ਲਾਈਟ ਜਿਹਾ ਸੂਟ ਪਾ ਲੈ। ਮੈਂ ਫਿਰ ਵੀ ਸਮਝ ਗਈ, ਮੈਂ ਕਿਹਾ ਵੀ ਪੱਕਾ ਵਿੱਚ ਸੁਣਦਾ ਡੈਡੀ ਹੈਗਾ ਗਾ। ਫਿਰ ਜਦੋਂ ਅਸੀਂ ਚਲੇ ਗਏ ਉੱਥੇ ਪਿੰਡ ਜਾਣ ਲੱਗੇ ਘਰਿਆਲੀ ਤੇ ਉੱਥੋਂ ਸਾਨੂੰ ਅੱਗੋਂ ਨਾ ਵੀ ਪਿੰਡ ਵਾਲਿਆਂ ਨੇ ਨਾਕਾ ਲੱਗਿਆ ਹੋਇਆ ਸੀ ਪੁਲਿਸ ਦਾ, ਉਹ ਕਹਿੰਦੇ ਵੀ ਅੱਗੇ ਨਹੀਂ ਜਾਣਾ ਹੈਗਾ ਗਾ। ਤੇ ਫਿਰ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਵੀ ਉਹ ਟਰਾਲੀ 'ਤੇ ਪਾ ਕੇ ਲੈ ਕੇ ਆ ਰਹੇ ਨੇਗੇ ਤੇ ਤੁਸੀਂ ਵੀ ਨਾਲ ਇਸ ਤਰ੍ਹਾਂ ਵੀ ਨਾਲ ਰੋਇਆ ਜੇ ਨਾ ਤੇ ਨਾ ਹੀ ਵੀ ਸ਼ੋਅ ਜੇ ਕਰਿਆ ਜੇ ਵੀ ਅਸੀਂ ਉਹਨਾਂ ਦੇ ਘਰ ਦੇ ਆ। ਤੇ ਆਪਾਂ ਪਹਿਲਾਂ ਤਾਂ ਅਸੀਂ ਕਿਸੇ ਦੇ ਪਿੰਡ ਘਰਿਆਲੇ 'ਚ ਬੈਠ ਗਏ, ਉਹਨਾਂ ਦੇ ਘਰੇ ਵਿਆਹ ਸੀ ਵਿਚਾਰਿਆਂ ਦੇ ਤੇ ਸਾਨੂੰ ਉੱਧਰ ਬਿਠਾਤਾ, ਨਾ ਅਸੀਂ ਉੱਥੇ ਰੋਣ ਜੋਗੇ ਨਾ ਕੁਛ। ਤੇ ਫਿਰ ਜਦੋਂ ਪਤਾ ਲੱਗਿਆ ਮੇਰੇ ਨਾਲ ਵੀ ਇਹ ਕਹਿੰਦਾ ਵੀ ਐਂ ਕਰਕੇ ਵੀ ਪੱਟੀ ਜਾ ਰਹੀਆਂ ਨੇ ਲਾਸ਼ਾਂ ਤੇ ਰਿਪੇਅਰ ਉਹਦੇ ਘਰ ਵਾਲੀ ਆਈ ਹੈ ਵੀ ਉਹ ਕਹਿੰਦੀ ਮੈਂ ਉਹ ਜਗ੍ਹਾ ਦੇਖਣੀ ਹੈ ਵੀ ਉਹ ਉਸ ਨੂੰ ਦੇਖਣਾ ਸੂਰਮੇ ਨੂੰ। ਜਿਹੜਾ ਡੀਜੀਪੀ ਪੁਲਿਸ ਪੰਜਾਬ ਪੁਲਿਸ ਦਾ ਰਿਵੇਰੋ ਸੀ। ਹਾਂਜੀ ਉਹਦੀ ਘਰ ਵਾਲੀ ਵੀ ਨਾਲ ਹੀ ਆਈ ਸੀ, ਕਹਿੰਦੀ ਮੈਂ ਉਹ ਜਗ੍ਹਾ ਦੇਖਣੀ ਹੈਗੀ ਮੁਕਾਬਲੇ ਵਾਲੀ ਵੀ ਕਿੱਥੇ ਹੋਇਆ ਵੀ ਉਹ ਕਿਹੜਾ ਐਡਾ ਜਵਾਨ ਹੈਗਾ ਵੀ ਜਿਹੜਾ ਵੀ ਜਿਹਦੀ ਇੰਨੀ ਦਹਿਸ਼ਤ ਹੈਗੀ। ਦਲਵੀਰ ਸਿੰਘ ਰਵੇਰੋ ਸ਼ਹੀਦ ਭਾਈ ਦਲਵੀਰ ਸਿੰਘ। ਹਾਂਜੀ ਇਹ ਮੁਕਾਬਲਾ 24 ਘੰਟੇ ਹੋਇਆ। ਹਾਂਜੀ ਦਿਨ ਤੇ 2:30 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 11 ਵਜੇ ਤੱਕ ਹੋਇਆ। ਤੇ ਜਦੋਂ ਮੁਕਾਬਲਾ ਹੋਇਆ ਉਦੋਂ ਵੀ ਪਿੰਡ ਵਾਲੇ ਤਾਂ ਸਾਰੇ ਕੱਢ ਕੇ ਬਾਹਰ ਬਿਠਾ ਲਏ ਸੀਗੇ ਇੱਕ ਪਾਸੇ ਖੇਤ 'ਚ ਹੀ ਤੇ ਮੇਰੀ ਸੱਸ ਹੀ ਸੀ ਇਕੱਲੇ ਉੱਥੇ ਤੇ ਬਾਕੀ ਅਸੀਂ ਤਾਂ ਉੱਥੇ ਹੈ ਨਹੀਂ ਸੀਗੇ। ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਜਿਹੜੇ ਪਤੀ ਨੇ ਸ਼ਹੀਦ ਭਾਈ ਦਲਜੀਤ ਸਿੰਘ ਬਈ ਉਹ ਸ਼ਹੀਦ ਹੋ ਚੁੱਕੇ ਨੇ ਔਰ ਤੁਹਾਡਾ ਜਿਹੜਾ ਦਿਓਰ ਹੈ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਬਈ ਉਹ ਵੀ ਸ਼ਹੀਦ ਹੋ ਚੁੱਕਿਆ। ਤਕਰੀਬਨ 8 ਸਿੰਘ ਉੱਥੇ ਸ਼ਾਇਦ ਸ਼ਹੀਦ ਹੋਏ। 6 ਹੋਰ ਸੀ ਤੇ 2 ਸੀ ਤੇ 8 ਜਣੇ ਸ਼ਹੀਦ ਹੋਏ। 8 ਸਿੰਘ ਸ਼ਹੀਦ ਹੋਏ। ਮਤਲਬ ਕਿਹੋ ਜਿਹਾ ਉਹ ਸਮਾਂ ਆਇਆ। ਇੱਕ ਪਾਸੇ ਤਾਂ ਤੁਹਾਡੇ ਪਤੀ ਔਰ ਤੁਹਾਡੇ ਦਿਓਰ ਦੀ ਜਿਹੜੀ ਲਾਸ਼ ਹੈ ਉਹ ਟਰਾਲੀ ਦੇ ਵਿੱਚ ਲੈ ਕੇ ਆ ਰਹੇ ਸੀ। ਇੱਕ ਪਾਸੇ ਤੁਸੀਂ ਜਿਹੜਾ ਉਹ ਵਿਆਹ ਵਾਲਾ ਘਰ ਸੀ ਹੈ ਨਾ, ਉਸ ਵਿਆਹ ਵਾਲੇ ਘਰ ਦੇ ਵਿੱਚ ਬੈਠੇ ਤੁਸੀਂ ਆਏ ਕਿਹੜੇ ਕੰਮ ਸੀ ਹੈ ਨਾ ਤੇ ਤੁਹਾਨੂੰ ਮਜਬੂਰਨ ਬਸ ਉਸ ਘਰ ਦੇ ਵਿੱਚ ਰੁਕਣਾ ਪਿਆ। ਮਤਲਬ ਤੁਹਾਨੂੰ ਤੁਹਾਡੇ ਅੰਦਰੋਂ ਜਿਹੜਾ ਰੋਣਾ ਸੀ ਉਹ ਵੀ ਤੁਸੀਂ ਜ਼ਾਹਰ ਨਾ ਕਰ ਸਕੇ। ਰੋਣਾ ਤਾਂ ਅਸੀਂ ਘੁੱਟ ਕੇ ਹੀ ਰੱਖਿਆ ਨਾ। ਹੁਣ ਕਿਹੋ ਜਿਹਾ ਦੁਖਾਂਤ ਸੀ। ਰੋਂਦੇ ਤਾਂ ਹੋਣਾ ਉਸ ਟਾਈਮ ਤਾਂ ਜਦੋਂ ਉਹ ਲਾਸ਼ਾਂ ਫਿਰ ਵਾਪਸ ਲੈ ਕੇ ਜਾ ਰਹੇ ਸੀਗੇ ਤਾਂ ਅਸੀਂ ਵੀ ਮਗਰ ਹੀ ਚਲੇ ਗਏ ਸੀਗੇ ਤੇ ਉੱਥੇ ਜਦੋਂ ਲਾਸ਼ਾਂ ਦੇਖੀਆਂ ਟਰਾਲੀ ਦੇ ਵਿੱਚ ਤੇ ਲਾਸ਼ਾਂ ਅੱਧ ਸੜੀਆਂ ਕੀਤੀਆਂ ਹੋਈਆਂ ਸੀਗੀਆਂ। ਇਹਨਾਂ ਨੇ ਮਤਲਬ ਪੈਟਰੋਲ ਦੇ ਗੋਲੇ ਸੁੱਟ ਕੇ ਨਾ ਕਮਾਦ ਨੂੰ ਅੱਗ ਲਾਤੀ ਸੀਗੀ ਤੇ ਉਹਨਾਂ ਦੇ ਹੱਥੋਂ ਤਾਂ ਇਹ ਹੋਏ ਨਹੀਂ। ਜਦੋਂ ਵੀ ਪਿੰਡ ਦੇ ਜਿਹੜੇ ਮਜ਼੍ਹਬੀ ਸੀਗੇ ਉਹਨਾਂ ਨੂੰ ਬਿਠਾ ਲਿਆ ਸੀਗਾ ਉੱਥੇ ਵੀ ਜਦੋਂ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਖਾਰੇ ਛੱਡ ਕੇ ਤੇ ਫਿਰ ਉਹਨਾਂ ਨੇ ਸੈਨੇਟ ਦੇ ਸਾਰਿਆਂ ਨੇ ਕੈਪਸੂਲ ਖਾ ਲਏ ਸੀਗੇ। ਤੇ ਜਿਹੜੇ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਸੀ ਤੇ ਤੁਹਾਡੇ ਪਤੀ ਦੇਵ ਸ਼ਹੀਦ ਭਾਈ ਦਲਜੀਤ ਸਿੰਘ ਨੇ ਆਪੇ ਸ਼ਹੀਦ ਹੋ ਗਏ ਆਪਣਾ ਖਾ ਕੇ। ਮਤਲਬ ਉਹ ਪੁਲਿਸ ਦੀ ਗੋਲੀ ਨਹੀਂ ਉਹ ਫਿਰ ਜਿਹੜੇ ਪਿੰਡ ਦੇ ਮਜ਼੍ਹਬੀ ਸੀ ਨਾ ਉਹਨਾਂ ਨੂੰ ਫਿਰ ਭੇਜਿਆ। ਆਪ ਨਹੀਂ ਗਏ ਹੈਗੇ ਪੁਲਿਸ ਵਾਲੇ, ਉਹਨਾਂ ਨੂੰ ਕਹਿੰਦੇ ਵੀ ਜਾਓ ਤੁਸੀਂ ਦੇਖ ਕੇ ਆਓ ਵੀ ਹੁਣ ਆਵਾਜ਼ਾਂ ਨਹੀਂ ਆ ਰਹੀਆਂ। ਕਾਫੀ ਟਾਈਮ ਡਿੱਕਿਆ ਉਹਨਾਂ ਨੇ ਜਖਾਰਿਆਂ ਤੋਂ ਬਾਅਦ। ਜਦੋਂ ਦੇਖਿਆ ਉਹਨਾਂ ਨੇ ਤੇ ਕਹਿੰਦੇ ਵੀ ਜਿਹੜੇ ਸੀ ਦੋਨੇ ਭਰਾ ਆਪਸ ਵਿੱਚ ਜੱਫੀ ਪਾਈ ਹੋਈ ਸੀ ਇਹਨਾਂ ਨੇ। ਅੱਛਾ ਦਲਜੀਤ ਸਿੰਘ ਤੇ ਦਲਵੀਰ ਸਿੰਘ ਰਵੇਰੋ। ਹਾਂਜੀ ਉਹ ਮਜ਼੍ਹਬੀ ਦੱਸਦੇ ਨੇਗੇ ਤੇ ਕੋਲ ਸੇਬ ਪਿਆ ਹੋਇਆ ਸੀਗਾ ਤੇ ਜਿਹੜਾ ਸੀ ਪੈਸੇ ਸੀ ਉਹ ਪਾੜੇ ਹੋਏ ਸੀ, ਜੋ ਅਸਲਾ ਸੀ ਉਹਨਾਂ ਕੋਲ ਉਹ ਵੀ ਸਾਰਾ ਤੋੜਿਆ ਹੋਇਆ ਸੀਗਾ ਤੇ ਉਹ ਮਜ਼੍ਹਬੀਆਂ ਨੂੰ ਭੇਜਿਆ, ਆਪ ਨਹੀਂ ਸੀ ਗਏ ਹੈਗੇ ਕਿ। ਫਿਰ ਉਹਨਾਂ ਨੇ ਆ ਕੇ ਦੱਸਿਆ ਸੀ, ਕਹਿੰਦੇ ਵੀ ਇਹਨਾਂ ਦੋਨਾਂ ਭਰਾਵਾਂ ਨੇ ਆਪਸ ਵਿੱਚ ਜੱਫੀ ਪਾਈ ਹੋਈ ਸੀਗੀ ਤੇ ਦੂਜਿਆਂ ਨੇ ਵੀ ਸਾਰਿਆਂ ਨੇ ਵੀ ਉਹ ਖਾਧਾ। ਮਤਲਬ ਸ਼ਹੀਦ ਹੋਣ ਤੋਂ ਪਹਿਲਾਂ ਵੀ ਜਿਵੇਂ ਭਾਈ ਹਰਜਿੰਦਰ ਸਿੰਘ ਤੇ ਭਾਈ ਸੁੱਖਾ ਦੋਨਾਂ ਨੇ ਮਤਲਬ ਜੱਫੀ ਪਾਈ ਹੈ ਨਾ ਫਾਂਸੀ ਦੇ ਤਖਤੇ ਤੇ ਜਾਣ ਤੋਂ ਪਹਿਲਾਂ। ਮਤਲਬ ਚਾਅ ਸੀ ਇੱਕ ਸ਼ਹੀਦੀ ਦਾ ਹੈ ਨਾ। ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਔਰ ਤੁਹਾਡੇ ਪਤੀ ਸ਼ਹੀਦ ਭਾਈ ਦਲਜੀਤ ਸਿੰਘ ਦੇ ਮਨ ਦੇ ਅੰਦਰ ਤੇ ਜਿਹੜੇ ਸ਼ਹੀਦ ਹੋਣ ਤੋਂ ਪਹਿਲਾਂ ਵੀ ਇੱਕ ਦੂਜੇ ਨੂੰ ਗਲਵਕੜੀ ਚ ਲਿਆ। ਗਲਵਕੜੀ ਚ ਸੀਗੇ ਤੇ ਉਹਨਾਂ ਨੇ ਕੈਪਸੂਲ ਖਾ ਲਏ ਸੀਗੇ ਤੇ ਪਿੰਡ ਦੇ ਮਜ਼੍ਹਬੀਆਂ ਨੇ ਫਿਰ ਸਾਰੀ ਗੱਲ ਬਾਅਦ 'ਚ ਦੱਸੀ ਸੀ ਵੀ ਐਂ ਕਰਕੇ ਸੀਗੇ। ਤੇ ਫਿਰ ਉਹਨਾਂ ਨੇ ਨਾ ਵੀ ਮੇਰੇ ਦਿਓਰ ਨੂੰ ਬਾਹਰ ਕੱਢ ਲਿਆ ਕਿਉਂਕਿ ਇਹਦਾ ਨਾਮ ਸੀਗਾ
ਤੇ ਉਹਨਾਂ ਨੇ ਪੈਟਰੋਲ ਦੇ ਗੋਲੇ ਸੁੱਟ ਕੇ ਨਾ ਫਿਰ ਅੱਗ ਲਾਤੀ ਸੀ ਵੀ ਫਿਰ ਪਛਾਣ ਨਹੀਂ ਸੀ ਆਉਂਦੀ ਹੈਗੀ ਗੀ। ਤੇ ਜਦੋਂ ਅਸੀਂ ਉੱਥੇ ਥਾਣੇ 'ਚ ਲਾਸ਼ਾਂ ਲੈ ਕੇ ਗਏ ਨੇ ਟਰਾਲੀ 'ਚ ਐਂ ਵੀ ਢੇਰ ਹੀ ਲੱਗਿਆ ਹੁਣ 8 ਜਣਿਆਂ ਦਾ। ਤੇ ਇਹ ਮੇਰਾ ਜਿਹੜਾ ਇਕੱਲਾ ਦਿਓਰ ਸੀ ਇਹਦੀ ਪਛਾਣ ਆਉਂਦੀ ਸੀ, ਤੇ ਜਿਹੜੇ ਮੇਰੇ ਹਸਬੈਂਡ ਸੀ ਨਾ ਉਹਨਾਂ ਦੇ ਇੱਕ ਮੇਰੇ ਸਵੈਟਰ ਤੋਂ ਪਛਾਣ ਆ ਰਹੀ ਸੀ। ਤੇ ਉਹ ਵੀ ਬਾਕੀ ਤਾਂ ਸਰੀਰ ਸੜਿਆ ਹੋਇਆ ਸੀਗਾ, ਕਾਲੇ ਹੋਏ ਹੋਏ ਸੀਗੇ। ਤੇ ਪਰ ਫਿਰ ਸਵੈਟਰ ਮਤਲਬ ਸਵੈਟਰ ਤੋਂ ਪਛਾਣ ਆਈ। ਤੇ ਮੇਰਾ ਜਿਹੜਾ ਨਨਾਣ ਵੀ ਆ ਕਹਿੰਦਾ ਤੁਸੀਂ ਰੋਣਾ ਨਹੀਂ, ਜੇ ਰੋਵੋਗੇ ਤਾਂ ਤੁਹਾਨੂੰ ਫੜ ਲੈਣਗੇ, ਕਹਿਣਗੇ ਵੀ ਉਹਨਾਂ ਦੀਆਂ ਘਰ ਦੀਆਂ ਨੇ। ਉਸ ਟਾਈਮ ਐਸਾ ਰਮੂਨ ਕੁੱਟਿਆ ਨਾ, ਤੇ ਮੇਰੇ ਦਿਮਾਗ 'ਤੇ ਜਿਵੇਂ ਟੈਨਸ਼ਨ ਜੀ ਹੋ ਗਈ ਵੀ ਬੰਦਾ ਰੋ ਲੈਂਦਾ ਤੇ ਹਲਕਾ ਹੋ ਜਾਂਦਾ। ਹੁਣ ਮੈਂ ਰੋ ਲੈਂਦੀ ਹਾਂ ਨਾ, ਮੈਂ ਹਲਕੀ ਹੋ ਜਾਂਦੀ, ਜੇ ਨਹੀਂ ਰੋਂਦੀ ਤਾਂ ਫਿਰ ਮੈਨੂੰ ਵੀ ਐਵੇਂ ਡਿਪਰੈਸ਼ਨ ਜਿਹੀ ਚਲੀ ਜਾਂਦੀ ਹਾਂ। ਫਿਰ ਉੱਥੇ ਵੀ ਅਸੀਂ ਆਏ ਨਾ, ਜਿਵੇਂ ਕਿਸੇ ਨੂੰ ਦੇਖੀ ਹੁੰਦਾ ਇੰਝ ਦੇਖਿਆ, ਇਕੱਲਾ ਬਸ ਮੇਰੇ ਦਿਓਰ ਦਾ ਹੀ ਚਿਹਰਾ ਸਾਨੂੰ ਦਿਸਿਆ, ਬਾਕੀਆਂ ਦਾ ਤਾਂ ਦਿਸਿਆ ਹੀ ਨਹੀਂ। ਉਹ ਤਾਂ ਅੱਧ ਝੁਲਸੇ ਹੋਏ ਹੋਏ ਸੀ, ਕਾਲੇ ਹੋਏ ਹੋਏ ਸੀਗੇ ਸੜ ਕੇ। ਤੇ ਫਿਰ ਲਾਸ਼ਾਂ ਉਹਨਾਂ ਨੇ ਦਿੱਤੀਆਂ ਨਹੀਂ ਹੈਗੀਆਂ। 5 ਦਿਨ ਜਾਂਦੇ ਰਹੇ ਸਾਰੇ, ਮੇਰਾ ਸਹੁਰਾ ਸਾਰੇ ਸਾਰੇ ਜਾਂਦੇ ਰਹੇ ਪਿੰਡ ਵਾਲੇ, ਤੇ ਉਹਨਾਂ ਨੇ ਲਾਸ਼ਾਂ ਨਹੀਂ ਦਿੱਤੀਆਂ ਹੈਗੀਆਂ। ਤੇ ਉਹਨਾਂ ਨੇ ਸੰਸਕਾਰ ਕੀਤਾ ਉੱਥੇ ਉਹਨਾਂ ਨੇ। ਉਸ ਤੋਂ ਬਾਅਦ ਜਦੋਂ ਸਾਡਾ ਭੋਗ ਪੈਂਦਾ 8 ਦਿਨ ਵੀ ਮਤਲਬ ਪਹਿਲਾਂ ਹੀ ਮੇਰੇ ਨਾਲ ਨਾ ਸਾਰਾ ਪਰਿਵਾਰ ਪਹਿਲਾਂ ਹੀ ਚੇਂਜ ਹੋ ਗਿਆ ਮੇਰੇ ਸਹੁਰਿਆਂ ਦਾ, ਕਿਉਂਕਿ ਮੇਰਾ ਜਿਹੜਾ ਬ੍ਰਦਰ ਸੀਗਾ ਉਹ ਥੋੜ੍ਹਾ ਜਿਹਾ ਵੀ ਸਾਡੇ ਫੈਮਿਲੀ 'ਚ ਥੋੜ੍ਹੇ ਜਿਹੇ ਟੈਨਸ਼ਨ ਜਿਹੀ 'ਚ ਜ਼ਿਆਦਾ ਆ ਜਾਂਦੇ ਨੇ। ਮੇਰੇ ਡੈਡੀ ਵੀ ਐਵੇਂ ਸੀਗੇ, ਟੈਨਸ਼ਨ ਜਿਹੀ 'ਚ ਛੇਤੀ ਆ ਜਾਂਦੇ ਸੀ, ਕਿਸੇ ਦਾ ਪੈਸਾ ਦੇਣਾ ਹੋਵੇ। ਮੇਰੇ ਬ੍ਰਦਰ ਵੀ ਸੀ ਟੈਨਸ਼ਨ 'ਚ। ਉਹ ਮੈਨੂੰ ਨਾ ਅੰਦਰ ਲਿਜਾ ਕੇ ਸਮਝਾਉਣ ਜੇ ਲੱਗ ਗਿਆ, ਕਹਿੰਦਾ ਵੀ ਤੂੰ ਟੈਨਸ਼ਨ ਨਾ ਲਈ, ਵੀ ਆਪਾਂ ਕਿਹੜਾ ਕਿਸੇ ਦਾ ਕੁਛ ਦੇਣ ਆਏਗਾ, ਆਪਣਾ ਖਰਚਾ ਨਹੀਂ, ਵੀ ਆਪਣਾ ਟਾਈਮ ਤੇਰਾ ਵਧੀਆ ਅਸੀਂ ਕੱਢ ਦਾਂਗੇ। ਤੇ ਜਿਹੜੀ ਮੇਰੇ ਨਨਾਣ ਸੀਗੀ ਕੰਧ ਨਾਲ ਲੱਗ ਕੇ ਸੁਣਦੀ ਸੀਗੀ ਕਿਤੇ ਗੱਲ, ਬਾਰੀ ਨਾਲ ਲੱਗ ਕੇ, ਤੇ ਉਹਨੇ ਆ ਕੇ ਦੂਜਿਆਂ ਘਰਦਿਆਂ ਨੂੰ ਦੱਸਿਆ ਹੋਣਾ ਹੈਗਾ ਵੀ ਇਹਦਾ ਭਰਾ ਐਵੇਂ ਕਹਿੰਦਾ ਵੀ ਪਤਾ ਨਹੀਂ। ਉਹਨਾਂ ਨੇ ਮੈਨੂੰ ਨਹੀਂ ਪਤਾ ਕੀ ਗੱਲ ਬਣਾਈ ਹੈ ਕੀ ਨਹੀਂ ਬਣਾਈ ਹੈਗੀ। ਉਹ ਤਾਂ ਮੇਰੇ ਬਾਅਦ 'ਚ ਮੇਰੇ ਜਦੋਂ ਮੈਂ 7 ਮਹੀਨੇ ਮੈਨੂੰ ਕੋਈ ਲੈਣ ਨਹੀਂ ਆਇਆ, ਉਦੋਂ ਫਿਰ ਮੇਰੇ ਸਹੁਰਾ ਸਾਹਿਬ ਨੇ ਦੱਸਿਆ। ਤੇ ਮੇਰੇ ਨਾਲ ਨਾ ਉਸ ਟਾਈਮ ਇਹੋ ਬਦਲੀਆਂ ਜੀਆਂ ਹੋ ਗਈਆਂ ਵੀ, ਕਿਉਂਕਿ ਮੇਰੇ ਭਰਾ ਸੀ ਜਿਹੜਾ, ਇੱਕ ਵਾਰੀ ਜਦੋਂ ਵੀ ਲੈਣ ਰੱਖੜੀ ਬਣਾਉਣ ਗਏ ਸੀ ਮੇਰੇ ਕੋਲ, ਮੇਰੇ ਤੋਂ ਰੱਖੜੀ ਬਣਾਉਣ ਗਏ ਸੀ, ਨਵਾਂ ਹੀ ਵਿਆਹ ਹੋਇਆ ਸੀ ਮੇਰੇ ਭਰਾ ਦਾ। ਤੇ ਉਹਨਾਂ ਨੂੰ ਰਸਤੇ 'ਚ ਕਿਸੇ ਨੇ ਦੱਸਤਾ ਵੀ ਉਹਨਾਂ ਨੂੰ ਤਾਂ ਵੀ ਪੁਲਿਸ ਫੜ ਕੇ ਲੈ ਗਈ। ਤੇ ਮੇਰੇ ਭਰਾ ਉੱਥੋਂ ਪਿੱਛੇ ਵਾਪਸ ਮੁੜ ਕੇ ਆ ਗਿਆ। ਉਹ ਫਿਰ ਮੇਰਾ ਭਰਾ ਇਹ ਗੱਲ ਕਹਿੰਦਾ ਸੀ, ਕਹਿੰਦਾ ਵੀ ਜਦੋਂ ਪੁਲਿਸ ਪੈਂਦੀ ਹੈ, ਕਹਿੰਦਾ ਅਸੀਂ ਵੀ ਪੁਲਿਸ ਵਿੱਚ ਨੌਕਰੀ ਕਰਦੇ ਆਂਗੇ, ਵੀ ਜਦੋਂ ਕੋਈ ਰੇਟ ਮਾਰਦਾ ਘਰ ਵਿੱਚ ਕੋਈ ਵੀ ਹੁੰਦਾ, ਜਦੋਂ ਅਸੀਂ ਰੇਟ ਮਾਰਦੇ ਹਾਂ ਜੋ ਘਰ ਵਿੱਚ ਕੋਈ ਵੀ ਹੁੰਦਾ, ਅਸੀਂ ਉਹਨੂੰ ਵੀ ਫੜ ਕੇ ਲੈ ਆਉਂਦੇ ਹੈਗੇ, ਵੀ ਸਾਡਾ ਵੀ ਸਾਨੂੰ ਵੀ ਇਹ ਪਤਾ ਹੈਗਾ। ਤੇ ਜਦੋਂ ਵੀ ਇਹ ਪੁਲਿਸ ਦੇ ਅੱਗੇ ਲੱਗ ਕੇ ਭੱਜਦਾ ਹੈਗਾ, ਮੇਰੇ ਹਸਬੈਂਡ ਬਾਰੇ ਕਹਿੰਦੇ ਸੀ ਵੀ ਸਾਡੀ ਭੈਣ ਅੱਜ ਵੀ ਰੰਡੀ ਤੇ ਕੱਲ੍ਹ ਵੀ ਰੰਡੀ। ਇਹ ਗੱਲ ਇੱਕ ਉਹਨਾਂ ਨੇ ਬਹੁਤ ਵੀ ਵੱਡਾ ਸ਼ੋਅ ਬਣਾ ਲਿਆ ਵੀ ਇਹਦੇ ਭਰਾ ਨੇ, ਬਣਾ ਲਿਆ ਇਸ ਗੱਲ ਦਾ। ਹਾਂ, ਮੁੱਦਾ ਬਣਾ ਲਿਆ ਵੀ ਇਹਦੇ ਭਰਾ ਨੇ ਆਹ ਗੱਲ ਕਹੀ ਸੀ। ਕਿਉਂਕਿ ਉਹ ਕਾਨੂੰਨ ਹੈ ਜਿਹੜਾ, ਕਾਨੂੰਨ ਦੇ ਵਿੱਚ ਪਤਾ ਹੁੰਦਾ ਵੀ ਆਪਾਂ ਨੇ ਚਲੋ ਆਸਾ ਪਾਸਾ ਕਰ ਲਓ, ਚਲੋ ਉਹ ਤਾਂ ਇਸ ਕੰਮ 'ਚ ਵੜ ਹੀ ਗਿਆ, ਦੂਜਿਆਂ ਦਾ ਵੀ ਆਪਾਂ ਬਚਾਅ ਕਰ ਸਕਦੇ ਹਾਂ। ਤਾਂ ਇਹੀ ਸੋਚਦਾ ਸੀ ਵੀ ਇਹਦੇ ਬੱਚੇ ਨੇ ਚੱਲ ਛੋਟੇ ਵੀ ਚੱਲ ਜੇ ਇਹ ਬਚਾਅ ਹੋ ਜੇ। ਪਰ ਉਹਨਾਂ ਨੇ ਵੱਡਾ ਸ਼ੂ ਬਣਾ ਲਿਆ ਵੀ ਇਹਦੇ ਭਰਾ ਨੇ ਇਹ ਗੱਲ ਕਹੀ ਹੈ ਤੇ ਤਾਂ ਹੀ ਇਸ ਤਰ੍ਹਾਂ ਹੋ ਗਿਆ। ਇੱਕ ਮੇਰਾ ਭਰਾ CID 'ਚ ਸੀਗਾ, ਤੇ ਕਹਿੰਦੇ ਸੀ ਵੀ CID ਇਹਨੇ ਕਰਵਾਈ ਹੈ, ਇਹਨੇ ਹੀ ਮਰਵਾਇਆ ਬਹੁਤ। ਸਾਰਾ ਇਲਜ਼ਾਮ ਤੁਹਾਡੇ ਭਰਾਵਾਂ ਤੇ ਸੁੱਟਦਾ? ਹਾਂ, ਅਜੇ ਤੱਕ ਹੀ ਉਹ ਕਹਿੰਦੇ ਨੇ ਵੀ ਇੰਨਾ ਹਗਾਮਾ ਬਣਾਇਆ ਉਹਦੇ ਕਰਕੇ ਮੇਰੇ ਨਾਲ ਵੀ ਸਾਰੇ। ਨਹੀਂ, ਇਹ ਕਿੱਥੇ ਦਾ ਕਾਨੂੰਨ ਆ ਵੀ ਇੱਕ ਭਰਾ ਆਪਣੀ ਭੈਣ ਦਾ ਸੁਹਾਗ ਉਜਾੜੂਗਾ? ਹਾਂਜੀ, ਇਹ ਕਦੇ ਹੋ ਸਕਦਾ? ਨਾਲੇ ਮੇਰੇ ਭਰਾ ਤਾਂ ਨਾ ਜਦੋਂ ਇਹ ਹਾਲਾਤ ਹੋ ਗਏ ਸੀਗੇ ਸਾਰੇ ਕਿਤੇ, ਤੇ ਇਹ ਨਾ ਵੀ ਆਪਣੇ ਇਲਾਕੇ ਤੋਂ ਲੁਧਿਆਣੇ ਚੇਂਜ ਕਰਾ ਕੇ ਚਲੇ ਗਏ ਸੀਗੇ ਵੀ ਅਸੀਂ ਨਾ ਤਾਂ ਇਸ ਕੰਮ 'ਚ ਆਪਾਂ ਕਿਸੇ ਦਾ ਮਾੜਾ ਹੀ ਕਰਨਾ ਹੈਗਾ, ਨਾ ਮਾੜਾ ਉਹਨਾਂ ਨੇ ਕੀਤਾ ਹੀ ਹੈ। ਲੋਕਾਂ ਨੇ ਬਹੁਤ ਕੁਛ ਕਰ ਲਿਆ ਸੀ ਇਹਨਾਂ ਵਿੱਚ, ਬਹੁਤ ਫਾਇਦੇ ਪੁਲਿਸ ਵਾਲਿਆਂ ਨੇ ਉਠਾਏ ਨੇ। ਤੇ ਪਰ ਮੇਰੇ ਦੋਨੇ ਬ੍ਰਦਰ ਨੇ ਜਿਹਨਾਂ, ਉਹਨਾਂ ਨੇ 10 ਨੌਹਾਂ ਦੀ ਕਮਾਈ ਨਾਲ ਹੀ ਇੱਥੋਂ ਤੱਕ ਆਪਣਾ ਲਿਆਂਦਾ ਹੈਗਾ ਕਾਰੋਬਾਰ। ਤੇ ਉਹ ਕਹਿੰਦੇ ਵੀ ਇਹ ਬੱਚਿਆਂ ਵਿੱਚ ਦੀ ਨਿਕਲਦਾ ਵੀ ਜੇ ਆਪਾਂ ਵੀ ਕਿਸੇ ਦਾ ਨਜਾਇਜ਼ ਪੈਸਾ, ਜਾਂ ਹੁਣ ਉਹਨਾਂ ਨੇ ਕਈ ਥਾਈਂ ਹੈਲਪ ਵੀ ਕੀਤੀ ਇਸ ਗੱਲ ਦੀ, ਤੇ ਇੱਥੇ ਹੁਣ ਹੈਲਪ ਕਰ ਨਹੀਂ ਸੀ ਸਕਦੇ। ਮੇਰੇ ਸਹੁਰੇ ਕਹਿੰਦੇ ਨੇ ਇਹਦੇ ਭਰਾਵਾਂ ਨੇ ਹੈਲਪ ਨਹੀਂ ਕੀਤੀ ਹੈਗੀ। ਹੁਣ ਆਪਣੀਆਂ ਡਿਊਟੀਆਂ ਵਾਲੇ ਨੇ ਉਹ ਕਿਵੇਂ ਹੈਲਪ ਕਰ ਸਕਦੇ ਸੀ? ਆਪਣੇ ਵੀ ਉਹਨਾਂ ਦੇ ਪਰਿਵਾਰ ਨੇ, ਆਪਣੇ ਵੀ ਬੱਚੇ ਸੀਗੇ। ਤੇ ਇਹੋ ਜਿਹੀਆਂ ਗੱਲਾਂ ਤੋਂ ਇਹਨਾਂ ਨੇ ਮੇਰੇ ਨਾਲ ਇਹੋ ਜਿਹਾ ਸ਼ੂ ਬਣਾਇਆ, ਕਹਿੰਦੇ ਇਹਦੇ ਭਰਾ ਨੇ ਘੇਰਾ ਪਵਾਇਆ ਹੈਗਾ, ਕਿਉਂਕਿ CID 'ਚ ਸੀਗਾ।
ਵੀ ਉਹ ਗੱਲਾਂ ਸਿੱਧੀਆਂ ਕਹਿ ਦਿੰਦਾ ਸੀ, ਸਿੱਧੀ ਗੱਲ ਤੋਂ ਉਹਨਾਂ ਨੇ ਇਹੀ ਸ਼ੋਅ ਬਣਾ ਲਿਆ ਵੀ ਇੰਨਾ ਨਹੀਂ ਕਰਿਆ। ਅਜੇ ਤੱਕ ਵੀ ਮੇਰੇ ਨਾਲ ਉਹੀ ਗੱਲਾਂ ਕਰਦੇ ਨੇ ਵੀ ਇਹਦੇ ਭਰਾ ਇੰਝ, ਇਹਦੇ ਭਰਾ ਇੰਝ। ਤੇ ਪਰ ਮੈਂ ਜੋ ਮੇਰੇ ਭਰਾਵਾਂ ਨੇ ਕੀਤਾ ਮੇਰੇ ਨਾਲ, ਮੈਂ ਕੋਈ ਬੀਬੀ ਮਨਜੀਤ ਕੌਰ ਜੀ, ਤੁਸੀਂ ਵੀ ਸਿਆਣੇ ਹੋ, ਦੁਨੀਆ ਦਾ ਕਿਹੜਾ ਭਰਾ ਇਹ ਚਾਹੁੰਦਾ ਵੀ ਮੇਰੀ ਭੈਣ ਜਿਹੜੀ ਆ ਵਿਧਵਾ ਹੋਵੇ, ਹੈ ਨਾ, ਮੇਰੀ ਭੈਣ ਦਾ ਸੁਹਾਗ ਉਜੜੇ? ਕੋਈ ਚਾਹੁੰਦਾ ਭਰਾ? ਕੋਈ ਨਹੀਂ ਚਾਹੁੰਦਾ। ਮੇਰੇ ਖਿਆਲ ਦੁਨੀਆ 'ਤੇ ਕੋਈ ਐਸਾ ਭਰਾ ਹੋਵੇਗਾ ਨਹੀਂ। ਔਰ ਇਹ ਕਹਿਣਾ ਤਾਂ ਉਹਨਾਂ ਦਾ ਬਿਲਕੁਲ ਸਰਾਸਰ ਗਲਤ ਸੀ ਤੁਹਾਡੇ ਸਹੁਰੇ ਪਰਿਵਾਰ ਦਾ। ਹਾਂਜੀ, ਜਿਸ ਦਿਨ ਫਿਰ ਜਦੋਂ ਭੋਗ ਪੈਂਦਾ ਹੈਗਾ ਤੇ ਉਸ ਦਿਨ ਵੀ ਮੇਰਾ ਜਿਹੜਾ ਜੇਠ ਸੀਗਾ ਬਾਹਰ ਸੀਗਾ ਗਿਆ ਹੈ ਤੇ ਬਾਹਰੋਂ ਆਇਆ ਹੈ ਸੀ, ਉਹ ਵੀ ਨਹੀਂ ਵੇਲੇ ਭਰਾਵਾਂ ਨੂੰ ਮਿਲਿਆ ਹੈਗਾ। ਸਾਰਿਆਂ ਨੂੰ ਆਪਣੇ ਥਾਂ ਤੇ ਖਤਰਾ ਸੀਗਾ, ਉਹਨਾਂ ਨੇ ਤਾਂ ਕੋਈ ਗੱਲ ਕਹੀ ਨਹੀਂ ਹੈਗੀ ਤੇ ਮੇਰੇ ਭਰਾਵਾਂ ਨੂੰ ਗੱਲ ਇਹ ਕਹਿਤੀ। ਉਹ ਕਿਉਂ ਨਹੀਂ ਆਪਣੇ ਭਰਾਵਾਂ ਨੂੰ ਜਿਉਂਦਿਆਂ ਨੂੰ ਮਿਲਣ ਆਇਆ ਸੀਗਾ, ਉਦੋਂ ਜਿਉਂਦੇ ਸੀਗੇ ਤੇ ਉਹ ਵੀ ਨਹੀਂ ਆਇਆ ਹੈਗਾ। ਤੇ ਜਿਹੜਾ ਇੱਕ ਹੋਰ ਸੀ ਮੇਰਾ ਦਿਓਰ, ਉਹਨੂੰ ਉਂਝ ਪਾਸੇ ਕੀਤਾ ਹੋਇਆ ਸੀ, ਜਿਹੜਾ ਜਿਹਦੇ ਵੀ ਕੋਟ ਰਹਿੰਦੀ ਹੈ ਮਿਸੀ 'ਚ। ਤੇ ਵੀ ਮੇਰੇ ਬ੍ਰਦਰਾਂ ਨੂੰ ਕਹਿਤਾ ਵੀ ਇਸ ਤਰ੍ਹਾਂ ਕਰਕੇ, ਕਿਉਂਕਿ ਉਹ ਉਹਨਾਂ ਦੀ ਆਪਣੀ ਨੌਕਰੀ ਸੀ, ਆਪਣੇ ਉਹਨਾਂ ਦੇ ਬੱਚੇ ਸੀਗੇ, ਉਹ ਨਹੀਂ ਸੀ ਹੈਲਪ ਕਰ ਸਕਦੇ ਮੇਰੀ। ਤੇ ਜਿਸ ਦਿਨ ਭੋਗ ਪੈਂਦਾ ਹੈਗਾ ਉਸ ਦਿਨ ਕੋਈ ਨਹੀਂ ਸੀ ਹੈਗਾ। ਤੇ ਪਹਿਲਾਂ ਤਾਂ ਉਹ ਬੰਦੇ ਦੇਖਦੇ ਸੀਗੇ ਵੀ ਬੰਦੇ ਕਿੱਥੇ ਨੇ, ਬੰਦੇ ਤਾਂ ਕੋਈ ਹੈ ਨਹੀਂ ਸੀਗਾ। ਜਦੋਂ ਸ਼ਹੀਦ ਭਾਈ ਦਲਵੀਰ ਸਿੰਘ ਰਵੈਰੋ ਤੇ ਸ਼ਹੀਦ ਭਾਈ ਦਲਜੀਤ ਸਿੰਘ ਦਾ ਭੋਗ ਪੈਂਦਾ ਤੁਹਾਡੇ ਘਰੇ ਉੱਥੇ ਪਿੰਡ ਘਰਿਆਲੀ ਦੇ ਵਿੱਚ, ਉਦੋਂ ਵੀ ਬਹੁਤ ਪੁਲਿਸ ਨੇ ਮਤਲਬ ਘੇਰਾਬੰਦੀ ਕੀਤੀ ਹੋਊਗੀ? ਹਾਂਜੀ, ਉਹ ਜਦੋਂ ਗੁਰਦੁਆਰੇ ਭੋਗ ਪੈਂਦਾ ਸੀ ਤੇ ਲੇਡੀਜ਼ ਸਾਰੀਆਂ ਉਹ ਘਰ ਵਿੱਚ ਬੈਠੀਆਂ ਸੀਗੀਆਂ ਤੇ ਪੁਲਿਸ ਉੱਥੇ ਆ ਕੇ ਜਦੋਂ ਬੰਦੇ ਨਾ ਮਿਲੇ ਫਿਰ ਕਹਿੰਦੇ ਵੀ ਉਹਨਾਂ ਦੀਆਂ ਜਨਾਨੀਆਂ ਕਿੱਥੇ ਨੇਗੀਆਂ। ਫਿਰ ਜਿਹੜੀ ਸਾਡੇ ਪਿੰਡ ਦੀਆਂ ਸਿਆਣੀਆਂ ਬੀਬੀਆਂ ਸੀ ਸਾਨੂੰ ਉਹਨਾਂ ਪਾਸੇ 'ਚ ਕਰਕੇ ਆਪਣੇ ਘਰਾਂ 'ਚ ਲੈ ਗਈਆਂ। ਉੱਥੇ ਸਾਡੇ ਭੋਗ ਪੈਂਦਾ, ਅਸੀਂ ਕਿਸੇ ਦੇ ਘਰੇ ਚੁੱਲ੍ਹੇ ਚੌਂਕੇ 'ਚ ਕੰਮ ਕਰਦੀਆਂ ਹੈਗੇ ਵੀ ਕੋਈ ਇਹ ਨਾ ਸ਼ੱਕ ਕਰੇ ਵੀ ਇਹ ਜਿਹੜੀਆਂ ਆ ਕੇ ਬੈਠੀਆਂ ਨੇ ਕਿਤੇ ਉਹਨਾਂ ਦੀਆਂ ਜਨਾਨੀਆਂ ਨੇ, ਸਾਨੂੰ ਫੜ ਕੇ ਨਾ ਲੈ ਜਾਣ। ਮਤਲਬ कैसा दर्द और दुखांत और किड्डी मतलब दर्द भरी यह कहानी तुसी सुन रहे हो। शहीद भाई दलवीर सिंह रवेरो की सकी भरजाई बीबी मनजीत कौर जी और इन्हों के जोड़े पति ने वो भी शहीद ने, शहीद भाई दलजीत सिंह घरियाली। मतलब कैसा मंजर होएगा है ना एक बीबी मनजीत कौर जी लई कि जदों पति शहीद हुंदा है और हिंदुस्तान की धरती ते पंजाब की सरजमीन ते सब तो बड़ा मुकाबला होया 24 घंटे फोर्सां दे नाल। उस मुकाबले विच किन्ने फोर्स वाले मारे गए ये मैं अगे गल करदा, बीबी जी तो पुछदा। मतलब एक पासे तो उन्हां ਸਿੰਘਾਂ ਦੇ शरीर आ रहे हैं ट्रालियां ते लदे हुए, शरीर ते शरीर चढ़िया होया, तुसीं अंदाज़ा ला सकते हो। पत्नी नूं पता भी लग जाता है बीबी मनजीत कौर नूं कि मेरा पति शहीद हो गया, मेरा दिओर भी शहीद हो गया। फिर वो ब्याह वाले घर दे विच रुकदे ने, रुकना पिया, उत्थे मजबूरी सी, रो भी नहीं सके सब कुछ पता होने के बावजूद। उस तो बाद शहीद दियां जिहड़े शरीरां दे नाल तुरदी है एक पत्नी, तो फिर पत्नी हंझू नहीं बहा सकी, उहदे अंदरला जिहड़ा वहन सी वो सामने नहीं आया। कारण सी कि पुलिस जिहड़ी है उन्होंने पता लग जाएगा भी ये उहदी पत्नी है। उस तो बाद शहीदां दा भोग पैंदा है, मतलब किड्डी त्रासदी है, किड्डा दुखांत है एक शहीद परिवार की पत्नी दे लई। तुसीं एहसास तुहानूं हुंदा होएगा बई भोग दे उपर भी अरदास दे विच भी शहीद की पत्नी शामिल ना हो सकी। वो गवांढियां दे घरे रोटी बनाउंदी रही क्योंकि पुलिस ने घेरा पाया सी। फिर जदों तुसीं रोटियां बना रहे सी उधर भोग पै रहा सी, की मन ते की बीतदी सी? मन ते तां कुछ नहीं समझ लगदी सी उदों भी यही सीगा भी किवें दे हालात किधर नूं लै गए सानूं, भी कित्थे तां भोग पै रिहा हैगा ते कित्थे असीं किसे दे घरे रोटियां बना रही हैगीआं। पुलिस उधर भी गई सी, गेड़ा ला के आ गई, देखिया जदों रोटियां पकाउंदियां नूं वापस आ गए। उस तो बाद फिर जदों भोग पै गया तां सारे कोई है ही नहीं सीगा मैनूं लिआउण वाला। मेरा माँ ते प्यो मैनूं नाल लै आए पेकिआं दे घरे, भोग पै गया उत्थे। हाँ जी, मेरी माँ ते मेरा प्यो कहंदे भी एडा तगड़ा जुल्म परिवारां दे उपर पंजाब पुलिस ने उस वक्त ढाया, हिंद हुकूमत ने ढाया, पंजाब दी जिहड़ी सरकार सी पंजाब सरकार ने ढाया। एक पत्नी अपने पति दे भोग ते भी शामिल ना हो सकी पिंड दे विच रहण दे बावजूद। तुसीं अंदाज़ा लाओ बीबी मनजीत कौर जी दे अंदर वो किन्ना को दर्द जिहड़ा है इन्हां दे अंदर
ਛੁਪਿਆ ਹੋਇਆ ਹੈ, ਜੋ ਮਤਲਬ ਇਹ ਕਹਿੰਦੇ ਮੈਂ ਕੰਧਾਂ ਨਾਲ ਗੱਲਾਂ ਕਰਦੀ ਰਹਿੰਦੀ ਹਾਂ, ਐਡਾ ਦੁਖਾਂਤ ਹੈ। ਮੈਂ ਤਾਂ ਅੱਜ ਗੱਲਾਂ ਕਰਨ ਲੱਗੀ ਹਾਂ, ਮੈਂ ਤਾਂ ਇਕੱਲੀ ਕਰਦੀ ਹਾਂ, ਮੈਂ ਕਿਸੇ ਨਾਲ ਦੁੱਖ ਸਾਂਝਾ ਕਰ ਹੀ ਨਹੀਂ ਸਕਦੀ। ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਬਣ ਦੀ ਲੱਕੜੀ ਹੈ। ਆਪਣਿਆਂ ਨੇ ਕਿਸੇ ਨੇ ਮੈਨੂੰ ਹੌਸਲਾ ਨਹੀਂ ਦਿੱਤਾ, ਆਪਣੇ ਮੇਰੇ ਭਰਾਵਾਂ ਤੋਂ ਬਗੈਰ। ਸਹੁਰਿਆਂ ਦੇ ਵਿੱਚੋਂ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਤੇਰੇ ਨਾਲ ਹਾਂ, ਵੀ ਤੂੰ ਕਿਤੇ ਡੋਲ ਨਾ ਜਾਈਂ, ਵੀ ਛੋਟੇ ਛੋਟੇ ਬੱਚੇ ਨੇ, ਚਲੋ ਕੋਈ ਨਹੀਂ, ਵੀ ਜੋ ਹੋ ਗਿਆ ਭਾਣਾ ਵਰਤ ਗਿਆ, ਅਸੀਂ ਤੇਰੇ ਨਾਲ ਨਾ। ਮੈਨੂੰ ਕਿਸੇ ਨੇ ਨਹੀਂ ਅੱਜ ਤੱਕ ਕਿਹਾ, ਕਿਸੇ ਨੇ। ਫਿਰ ਜਦੋਂ ਭੋਗ ਪੈ ਗਿਆ ਤੇ ਮੇਰੇ ਮਾਂ ਪਿਓ ਨੇ ਦੇਖਿਆ ਵੀ ਸਾਡੀ ਕਿੱਥੇ ਰਹੂਗੀ, ਉਹ ਮੈਨੂੰ ਲੈ ਆਏ ਪੇਕਿਆਂ ਦੇ ਘਰੇ। ਅਸੀਂ ਉੱਥੇ ਨਾਲੇ ਮਾਵਾਂ ਧੀਆਂ ਰੋ ਲੈਂਦੀਆਂ ਸੀ, ਨਾਲੇ ਆਏ ਗਏ ਨੂੰ ਸਾਂਭ ਲੈਂਦੀਆਂ। ਆ ਜਿਹੜਾ ਮੇਰਾ ਛੋਟਾ ਜਿਹਾ ਬੇਟਾ ਹੈਗਾ, ਸਾਡੇ ਗਵਾਂਢ ਮੁਸਲਮਾਨ ਨੇ, ਉਹ ਮੀਂਹ ਆਏ ਤੋਂ ਕੰਧ ਡਿੱਗੀ ਹੋਈ ਸੀ ਤੇ ਇੱਕੋ ਹੀ ਵਿਹੜਾ ਬਣਿਆ ਹੋਇਆ ਸੀਗਾ। ਮੇਰੀ ਝੱਲੀ ਬੰਨ੍ਹ ਦੇਣੀ ਤੇ ਆਪ ਜਦੋਂ ਕੋਈ ਪਿੰਡ 'ਚੋਂ ਆ ਗਿਆ, ਕੋਈ ਰਿਸ਼ਤੇਦਾਰ, ਉੱਥੇ ਹੀ ਆਉਣਾ ਸੀ। ਉੱਥੇ ਤਾਂ ਡਰਦੇ ਕੋਈ ਗਿਆ ਨਹੀਂ ਗਾ ਭੋਗ 'ਤੇ ਤਾਂ। ਤੇ ਇਹਨੇ ਮੇਰੇ ਬੇਟੇ ਨੇ ਨਾ ਆਪੇ 2 ਕੁ ਲੱਤਾਂ ਮਾਰ ਕੇ ਤੇ ਝੂਟਾ ਲੈ ਕੇ ਸੌਂ ਜਾਣਾ। ਇਹ ਹੈ ਸ਼ਹੀਦਾਂ ਦੇ ਪਰਿਵਾਰਾਂ ਦੀ ਦਾਸਤਾਨ। ਅਹਿਸਾਸ ਤੁਸੀਂ ਕਰ ਸਕਦੇ ਹੋ ਨਾ, ਕਿੰਨਾ ਕੁ ਅੰਦਰ ਦਰਦ ਹੈ ਬੀਬੀ ਮਨਜੀਤ ਕੌਰ ਜੀ ਦੇ। ਫਿਰ ਆਏ ਗਏ ਨੂੰ ਵੀ ਸਾਂਭਣਾ ਤੇ ਰੋਣਾ। ਜਦੋਂ ਫਿਰ ਮੇਰੀ ਮਾਂ ਨੇ ਮੈਨੂੰ ਕਦੇ ਨਹੀਂ ਕਿਸੇ ਕੰਮ ਨੂੰ ਨਹੀਂ ਕਿਹਾ। ਜਦੋਂ ਪਾਠ ਕਰਨ ਬਹਿਣਾ, ਬਹਾਨੇ ਨਾਲ ਬਹਿ ਕੇ ਅੰਦਰ ਰੋ ਲੈਣਾ। ਪਾਠ ਤਾਂ ਕਿਹੜਾ ਕਰਨਾ ਸੀ, ਮੈਂ ਰੋ ਹੀ ਜਾਂਦੀ ਹੁੰਦੀ। ਫਿਰ ਮੇਰੇ 7 ਮਹੀਨੇ ਗੁਜ਼ਰ ਗਏ। 7 ਮਹੀਨਿਆਂ 'ਚ ਮੇਰੇ ਕੋਲ ਕੋਈ ਨਹੀਂ ਆਇਆ, ਨਾ ਕੋਈ ਨਨਾਨਾ, ਨਾ ਕੋਈ ਨਨਾਣਵੀਏ, ਨਾ ਕੋਈ ਸਹੁਰਾ, ਨਾ ਕੋਈ ਸੱਸ, ਕੋਈ ਨਹੀਂ ਆਇਆ ਹੈਗਾ। ਬਸ ਆਹੀ ਮੇਰੇ ਭਰਾ ਦੀ ਗੱਲ ਅੱਗੇ ਲੈ ਕੇ ਵੀ ਇਹਨੇ CID ਕੀਤੀ ਹੈ, ਇਹ ਪਤਾ ਨਹੀਂ ਕਿਤੇ ਹੋਰ ਵਿਆਹੁਣ ਨੂੰ ਕਹਿੰਦਾ, ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਸੀ। ਮੈਨੂੰ ਤਾਂ ਮੇਰੇ ਫਿਰ ਸਹੁਰਿਆਂ ਨੇ ਦੱਸਿਆ। ਮੈਂ 7 ਮਹੀਨੇ ਬਾਅਦ ਆਪਣੇ ਡੈਡੀ ਨੂੰ ਨਾ ਲੈ ਕੇ ਗਈ। ਮੈਂ ਕਿਹਾ ਵੀ ਮੇਰਾ ਘਰ ਬਣਦਾ ਬਣ ਜੂ, ਜੇ ਮੈਂ ਇੱਥੇ ਬੈਠੀ ਰਹੀ ਮੇਰਾ ਘਰ ਟੁੱਟ ਜੂਗਾ। ਤੇ ਮੈਂ ਉੱਥੇ ਚਲੀ ਗਈ 7 ਮਹੀਨਿਆਂ ਦੇ ਬਾਅਦ। ਫਿਰ ਮੇਰੇ ਸਹੁਰੇ ਨੇ ਦੱਸਿਆ, ਕਹਿੰਦਾ ਵੀ ਐਂ ਕਰਕੇ ਵੀ ਤੇਰੇ ਭਰਾ ਨੇ ਆਹ ਗੱਲ ਕਹੀ ਹੈਗੀ ਵੀ ਅਸੀਂ ਤੈਨੂੰ ਉੱਥੇ ਮਕਾਨ ਬਣਾ ਕੇ ਦੇ ਦਾਂਗੇ, ਜਾਂ ਵੀ ਤੈਨੂੰ ਕਿਤੇ ਹੋਰ ਕਰ ਦਾਂਗੇ। ਘਰੇ ਨਹੀਂ ਰੱਖਣਾ ਹੈ ਵੀ ਪਤਾ ਨਹੀਂ ਕੀ ਸਮਝਿਆ ਉਹਨਾਂ ਨੇ। ਤੇ ਸਾਰੇ ਉਦੋਂ ਹੀ ਮੇਰੇ ਨਾਲ ਬਦਲ ਗਏ ਸੀਗੇ, ਬੋਲਣੋਂ ਹਟ ਗਏ। ਮੈਂ ਫਿਰ ਵੀ ਨਾ ਮੈਂ 7 ਮਹੀਨਿਆਂ ਬਾਅਦ ਆਪੇ ਚਲੀ ਗਈ ਉੱਥੇ ਸਹੁਰਿਆਂ ਦੇ ਘਰੇ। ਉੱਥੇ ਜਦੋਂ ਮੈਂ ਗਈ ਤੇ ਮੇਰੀ ਸੱਸ ਕਿੱਥੇ, ਤਾਂ ਜਦੋਂ ਇਹ ਕੋਈ ਵੀ ਕੰਮ ਕਰਦੇ ਸੀ, ਸਾਡੇ ਮਾਰੇ ਸੀਗੇ ਤੇ ਉਹ ਘਰ 'ਚ ਰੋਟੀ ਬਣਾਉਂਦੇ ਸੀ। ਜਦੋਂ ਕਣਕ ਵੱਢਣੀ ਜਾਂ ਕੋਈ ਹੋਰ ਕੰਮ ਕਰਨਾ ਤੇ ਉਹ ਆ ਕੇ ਕਰਦੇ ਸੀ। ਤੇ ਜਦੋਂ ਮੈਂ ਉੱਥੇ ਰਹਿਣ ਲੱਗ ਗਈ, ਮੇਰੀ ਸੱਸ ਨੇ ਕਦੇ ਕਹਾਣੀ ਮਿੱਟੀ ਦੀ, ਕੱਚੇ ਘਰ ਨੇ ਉੱਧਰ, ਕਹਾਣੀ ਮਰਵਾ ਲੈਣੀ, ਛੱਤ 'ਤੇ ਚੜ੍ਹਾ ਦੇਣੀ। ਮੈਂ ਨਾਲ ਲਿੱਪੀ ਜਾਣਾ, ਨਾਲ ਰੋਈ ਜਾਣਾ। ਇਹ ਮੇਰਾ ਛੋਟਾ ਜਿਹਾ ਬੇਟਾ ਸੀ, ਐਂ ਕਰਕੇ ਮੇਰੀਆਂ ਅੱਖਾਂ ਪੂੰਝਣੀਆਂ, ਵੀ ਬੋਲਦਾ ਘੱਟ ਸੀਗਾ। ਤੇ ਨਾਲੇ ਮੈਂ ਲਿੱਪੀ ਜਾਣਾ, ਨਾਲੇ ਰੋਈ ਜਾਣਾ। ਫਿਰ ਜਿਹੜੇ ਲੋਕ ਸੀਗੇ ਆਂਢੇ ਗੁਆਂਢੀ ਦੇਖਦੀਆਂ ਸੀ, ਸਿਆਣੀਆਂ ਜਿਹੜੀਆਂ ਮੇਰਾ ਬਹੁਤ ਜ਼ਿਆਦਾ ਕਰਦੇ ਸੀਗੇ। ਜਦੋਂ ਮੈਂ ਵਿਆਹੀ ਗਈ, ਮੇਰਾ ਦਾਜ ਦੇਖ ਕੇ ਸਾਰੀਆਂ ਕੁੜੀਆਂ ਕਹਿੰਦੀਆਂ ਵੀ ਇਹੋ ਜਿਹਾ ਦਾਜ ਕਿਸੇ ਦਾ ਨਹੀਂ ਆਇਆ ਹੈਗਾ। ਵੀ ਸਾਡੇ ਘਰੇ ਆਉਂਦੇ, ਕਹਿੰਦੇ ਅਸੀਂ ਇਸ ਘਰ 'ਚ ਕਦੇ ਆਏ ਨਹੀਂ ਸੀ ਹੈਗੇ, ਕਿ ਵੀ ਤੇਰੇ ਦਾਜ ਕਰਕੇ ਅਸੀਂ ਆਉਂਦੇ ਹਾਂ, ਵੀ ਨਾਲੇ ਤੇਰਾ ਸੁਭਾਅ ਵਧੀਆ, ਅਸੀਂ ਤਾਂ ਕਰਕੇ ਆਉਂਦੇ ਹਾਂ। ਤੇ ਉਹ ਜਿਹੜੀਆਂ ਸਿਆਣੀਆਂ ਸੀ, ਭੂਆ ਸੱਸਾਂ ਲੱਗਦੀਆਂ ਸੀ, ਵੀ ਨਾਨਕੇ ਬੈਠੇ ਸੀ ਨਾ ਇਹ ਆਪਣੇ। ਤੇ ਉਹ ਫਿਰ ਮੈਨੂੰ ਕਹਿੰਦੀਆਂ ਵੀ ਤੂੰ ਨਾ ਇੱਥੇ ਨਾ ਰਹਿ, ਕਹਿੰਦੀ ਜੇ ਕੋਈ ਤੇਰਾ ਬੱਚਾ ਚੁੱਕ ਕੇ ਲੈ ਗਿਆ ਤੇ ਕਹਿੰਦੀ ਫੇਰ ਕੀ ਕਰੇਂਗੀ। ਤੇ ਮੈਂ ਕਿਹਾ ਵੀ ਜੇ ਮੈਂ ਉਹਦੇ ਘਰ ਛੱਡ ਕੇ ਚਲੀ ਗਈ, ਮੈਂ ਫੇਰ ਕਿੱਥੇ ਜਾਊਂਗੀ। ਤੇ ਮੈਂ 6-7 ਮਹੀਨੇ ਉੱਥੇ ਰਹੀ। 6-7 ਮਹੀਨੇ ਰਹੇ, ਸਾਲ ਵਾਂਗੂ ਹੀ ਉੱਥੇ ਰਹੀ। ਤੇ ਆਹੀ ਮੇਰਾ ਕੰਮ ਚੱਲਦਾ ਰਿਹਾ। ਤੇ ਫਿਰ ਮੇਰੇ ਨਨਾਣ ਤਾਂ ਉੱਥੇ ਰਹਿੰਦੀ ਸੀ, ਮਾਸੀ ਤੇ ਕੋਲ, ਮਾਸੀ ਸੱਸ ਦੇ ਕੋਲ। ਤੇ ਉਹ ਆਈ 6 ਆਪਣਾ 150 ਵਾਲਾ ਸੂਟ ਤੇ ਕਾਲੇ ਬੂਟ, ਜਿਹੜੇ ਅਸੀਂ ਕਦੇ, ਸਾਡੀ ਮਾਂ ਨੇ ਸਾਨੂੰ ਕਦੇ ਨਹੀਂ ਸੀ ਮਾੜਾ ਕੱਪੜਾ ਪਾਇਆ ਹੈਗਾ। ਭਾਵੇਂ ਅਸੀਂ 3 ਭੈਣਾਂ ਸੀਗੀਆਂ ਤੇ ਸਾਡੇ ਵਧੀਆ ਕੱਪੜੇ ਬਣਾ ਕੇ ਪਾਉਣੇ। ਮੇਰਾ ਇੱਕ ਰੰਗ ਦਾ ਹੋਣਾ, ਮੇਰੀਆਂ ਜਿਹੜੀਆਂ 2 ਜੁੜਵਾਂ ਭੈਣ ਸੀ ਉਹਨਾਂ ਦੇ ਇੱਕ ਰੰਗ ਦੇ ਹੋਣੇ। ਤੇ ਇੰਨੇ ਵਧੀਆ ਕੱਪੜੇ ਸਾਨੂੰ ਪਾਉਣੇ। ਤੇ ਉਹ 150 ਵਾਲਾ ਸੂਟ ਲਿਆਂਦਾ ਤੇ ਮੈਂ ਸਾਰਾ ਦਿਨ ਨਾਲ ਇਸ ਤਰ੍ਹਾਂ ਕੰਮ ਕਰਨਾ। ਤੇ ਇਹਨੇ ਛੋਟਾ ਜਿਹਾ ਸੀਗਾ, ਇਹਨੇ ਅੱਖਾਂ ਮੇਰੀਆਂ ਪੂੰਝਣੀਆਂ, ਨਾਲੇ ਰੋਣਾ ਵਿਚਾਰੇ ਨੇ।
ਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਨਾ ਉਹਨਾਂ ਨੇ 1 ਸਾਲ ਬਾਅਦ ਫਿਰ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵੀ CID ਕਰਦੇ ਸੀਗੇ ਤੇ ਇਹਨਾਂ ਨੇ ਜਿਹੜੇ ਸੀਗੇ ਸੂਜਾ ਜਿਹੜਾ ਤੁਸੀਂ ਕਹਿੰਦੇ ਹਾਂਜੀ ਜਿਹੜੇ ਇਹਨਾਂ ਦੇ ਮੁਖਬਰ ਸੀ ਜਿਹੜਾ ਹਾਂਜੀ ਮੁਖਬਰ ਸੀ ਜਿਹੜਾ ਗਰੁੱਪ ਸੀਗਾ ਇਹਨਾਂ ਦਾ 40 ਬੰਦੇ ਸੀ ਇਹਨਾਂ ਦੇ ਤੇ ਉਹਨਾਂ ਨੇ ਸਾਰੀ ਫਿਰ CID ਕੀਤੀ ਵੀ ਕਿਵੇਂ ਇਹਨਾਂ ਨੂੰ ਘੇਰਾ ਕਿੰਨੇ ਪਵਾਇਆ ਕਿਸ ਤਰ੍ਹਾਂ ਹੋਇਆ ਵੀ ਇਸ ਤਰ੍ਹਾਂ ਤੇ ਕਿਤੇ ਇੱਕ ਦਿਨ ਰੁਕਦੇ ਵੀ ਨਹੀਂ ਸੀਗੇ ਘੇਰਾ ਕਿੰਨੇ ਪਵਾਇਆ ਕਿ ਸਾਰੀ CID ਕਰਕੇ ਪੰਜਵੜ ਗਰੁੱਪ ਜਿਹੜਾ ਪਰਮਜੀਤ ਸਿੰਘ ਪੰਜਵੜ ਜਿਹੜੇ ਉਹਨਾਂ ਦਾ ਜਿਹੜਾ ਗਰੁੱਪ ਸੀ ਖਾਲਿਸਤਾਨ ਕਮਾਂਡੋ ਫੋਰਸ ਹਾਂਜੀ ਉਹਨਾਂ ਸਿੰਘਾਂ ਨੇ ਫਿਰ ਮਤਲਬ ਸੂਹ ਕੱਢੀ ਇਹ ਵੀ ਆਖਰ ਇਹ ਮੁਕਾਬਲਾ ਇੱਥੇ ਕਿੱਦਾਂ ਹੋਇਆ ਵੀ ਘੇਰਾ ਕਿਵੇਂ ਹੋਇਆ ਵੀ ਕਿੰਨੇ CID ਕੀਤੀ ਫਿਰ ਇੱਕ ਤਾਂ ਉਹ ਹੀ ਵੀ ਜਿਹੜਾ ਸੂਜਾ ਸੀ ਜਿਹੜਾ ਬਾਬਾ ਜੀ ਸਾਡੇ ਕਹਿੰਦੇ ਹੁੰਦੇ ਸੀ ਉਹ ਸੀ ਇੱਕ ਗੁਰਦੁਆਰੇ ਵਾਲਾ ਬਾਬਾ ਸੀਗਾ ਇੱਕ ਹੋਰ ਪਿੰਡ 'ਚ ਸੀ ਘਰ 4-5 ਘਰ ਸੀਗੇ ਜਿਹੜੇ ਜਿਨ੍ਹਾਂ ਨੇ CID ਕੀਤੀ ਸੀਗੀ ਤੇ ਉਹ ਨਾ ਫਿਰ ਰਾਤ ਨੂੰ ਟਰੱਕ ਭਰ ਕੇ ਆਏ ਸਾਲ ਬਾਅਦ ਦੀ ਗੱਲ ਉਹੀ ਦਿਨ ਉਹੀ ਵਾਰ ਤੇ ਟਰੱਕ ਭਰ ਕੇ ਆਏ ਤੇ ਪਹਿਲੋਂ ਸਾਡੇ ਘਰ ਆ ਗਏ ਮੈਂ ਸੀ ਘਰ ਤੇ ਮੇਰੀ ਭੂਆ ਸੱਸ ਸੀ ਤੇ ਮੇਰਾ ਬੇਟਾ ਸੀ ਛੋਟਾ ਸੀ 4 ਜਣੇ ਸੀਗੇ ਤੇ ਉਹ ਮੁੰਡੇ ਕਹਿੰਦੇ ਵੀ ਬਾਵਾ ਜਣੇ ਆ ਕੇ ਘਰ ਕਹਿੰਦੇ ਅਸੀਂ ਨਾ ਵੀ ਆਹ ਕੰਮ ਕਰਨਾ ਹੈਗਾ ਤੇ ਵੀ ਤੁਸੀਂ ਘਰੇ ਨਹੀਂ ਰਹਿਣਾ ਹੈਗਾ ਗਾ ਤੇ ਤੁਸੀਂ ਮਤਲਬ ਉਹਨਾਂ 'ਚ ਪਛਾਣਿਆ ਤੁਸੀਂ ਕਿਸੇ ਨੂੰ ਵੀ ਕਿਹੜੇ ਸਿੰਘ ਸੀਗੇ ਨਾਂ ਜਾਣਦੇ ਹੋ ਕਿਸੇ ਦੇ ਨਾ 40 ਸਿੰਘ ਸੀ ਨਾ ਨਹੀਂ ਮੈਂ ਜਾਣਦੀ ਹੈਗੀ ਤੇ ਨਾ ਹੀ ਵੀ ਸਾਡੇ ਨਾ ਨੈਗੇਟਿਵ ਸੋਚ ਵਾਲੇ ਸੀ ਅੱਗੇ ਕਿਸੇ ਦੇ ਸਾਹਮਣੇ ਅਸੀਂ ਗੱਲ ਨਹੀਂ ਸੀ ਕਰ ਸਕਦੇ ਹੈਗੀਆਂ ਵੀ ਇਹ ਫਿਰ ਗਲਤ ਸੋਚ ਨਹੀਂ ਹੋ ਜਾਂਦੀ ਸੀ ਇਹਨਾਂ ਦੀ ਵੀ ਉਹ ਇਲਾਕਾ ਐਵੇਂ ਦਾ ਹੀ ਹੈ ਇਹਨਾਂ ਦਾ ਤੇ ਰਾਤ ਨੂੰ ਨਾਲੇ ਆਏ ਸੀਗੇ ਤੇ ਕਹਿੰਦੇ ਤੁਸੀਂ ਵੀ ਚਲੇ ਜਾਇਓ ਤੇ ਅਸੀਂ ਆਹ ਕੰਮ ਕਰਨਾ ਹੈਗਾ ਤੇ ਫਿਰ ਮੈਂ ਵੀ ਅੱਜ ਜਿਹੜੇ ਉਹਨਾਂ ਦੁਸ਼ਟਾਂ ਨੂੰ ਸੋਧਣਾ ਜਿਨ੍ਹਾਂ ਨੇ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਤੇ ਸ਼ਹੀਦ ਭਾਈ ਦਲਜੀਤ ਸਿੰਘ ਨੂੰ ਤੇ ਬਾਕੀ 6 ਹੋਰ ਸਿੰਘਾਂ ਨੂੰ 8 ਸਿੰਘ ਜਿਹੜੇ ਸਾਡੇ ਸ਼ਹੀਦ ਕਰਾਏ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਵੀ ਅੱਜ ਅਸੀਂ ਉਹਨਾਂ ਦਾ ਬਦਲਾ ਲੈਣਾ ਫਿਰ 40 ਸਿੰਘਾਂ ਨੇ ਬਦਲਾ ਲਿਆ ਸੀ ਪੰਜਵੜ ਗਰੁੱਪ ਦੇ ਜਿਹੜੇ ਸਿੰਘ ਸੀਗੇ KCF ਦੇ ਮਤਲਬ ਫਿਰ ਉਹ ਕਹਿੰਦੇ ਵੀ ਤੁਸੀਂ ਘਰੋਂ ਚਲੇ ਜਾਓ ਹਾਂਜੀ ਘਰੇ ਚਲੇ ਜਾਓ ਤੇ ਜਿਹਨਾਂ ਦਾ ਮੈਂ ਦੱਸਦੀ ਨਾ ਸੂਜਾ ਤੇ ਉਹ ਜਿਹੜੇ ਸੀਗੇ ਕਹਿੰਦੇ ਸੀ ਅਸੀਂ ਸਾਰੇ ਜਿਹੜੇ ਆਪਣੇ ਸੀਗੇ ਸਿੰਘ ਸੀਗੇ ਉਹ ਕਹਿੰਦੇ ਅਸੀਂ ਸਾਰੇ ਪਰਿਵਾਰ ਨੂੰ ਮਾਰਾਂਗੇ ਫਿਰ ਮੇਰੀ ਜਿਹੜੀ ਸੱਸ ਸੀ ਉਹ ਕਹਿੰਦੀ ਵੀ ਸਾਰਿਆਂ ਦਾ ਵੀ ਨਾ ਜੇ ਤੁਸੀਂ ਪਹਿਲਾਂ ਤਾਂ ਇਹ ਗੱਲ ਕਰੋ ਹੀ ਨਾ ਵੀ ਉਹਨਾਂ ਨੇ ਕਿਹੜਾ ਹੁਣ ਦੁਨੀਆ ਤੇ ਆਉਣਾ ਹੈਗਾ ਵੀ ਜੋ ਕੁਛ ਹੋ ਗਿਆ ਵੀ ਠੀਕ ਹੈ ਉਹਨਾਂ ਨੇ ਜੋ ਕਰ ਲਿਆ ਉਹ ਕਹਿੰਦੇ ਮਾਤਾ ਸਾਡਾ ਇੱਕ ਬੰਦਾ 40 ਦੇ ਬਰਾਬਰ ਸੀਗਾ ਬਹੁਤ ਵੱਡਾ ਨਾਮ ਸੀ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਜਿਹਨੂੰ ਮਤਲਬ ਜਿਹਦੇ ਸਰੀਰ ਦੇਖਣ ਵਾਸਤੇ ਅੰਤਮ ਦਰਸ਼ਨ ਕਰਨ ਵਾਸਤੇ ਰਵੇਰੋ ਦੀ ਘਰਵਾਰੀ ਵੀ ਆਈ ਸੀ ਵੀ ਮੈਂ ਦੇਖਾਂ ਤਾਂ ਸੀ ਐਡਾ ਬੜਾ ਬਹਾਦਰ ਹੈ ਕਿਹੜਾ ਸ਼ਹੀਦ ਦਲਵੀਰ ਸਿੰਘ ਰਵੇਰੋ ਹਨਾ ਤੇ ਬਾਕੀ ਉਹ 40 ਕੀ ਉਹ ਤਾਂ ਮਤਲਬ ਹਜ਼ਾਰਾਂ ਦੇ ਨਾਲ ਮਤਲਬ ਮੱਥਾ ਲਾਉਣ ਵਾਲਾ ਸਿੰਘ ਸੀ ਇੱਕ ਵਾਰ ਤੋਂ ਮੇਰੇ ਤੋਂ ਗੱਲ ਛੁੱਟ ਗਈ ਪਿੰਡ ਵਿੱਚ ਨਾ ਵਿਆਹ ਸੀਗਾ ਤੇ ਉਦੋਂ ਵੀ ਉਹਨਾਂ ਨੂੰ ਪਤਾ ਸੀ ਵੀ ਇਸ ਵਿਆਹ ਵਿੱਚ ਆਉਣਗੇ ਪੁਲਿਸ ਵਾਲਿਆਂ ਨੂੰ ਪਤਾ ਸੀਗਾ ਪੁਲਿਸ ਵਾਲਿਆਂ ਨੇ ਨਾ ਉਹ ਜਿਹੜੀ ਸੜਕ ਘਰਿਆਲੀ ਉੱਥੇ ਨਾਕਾ ਵਿੱਚ ਖੇਤਾਂ ਦੇ ਲਾਇਆ ਹੋਇਆ ਸੀਗਾ ਵੀ ਇੱਧਰ ਦੀ ਆਉਣਗੇ ਇੱਧਰ ਠੱਟੇ ਵੱਲ ਦੀ ਆਏ ਤੇ ਉਹਨਾਂ ਨੂੰ ਪਤਾ ਸੀ ਵੀ ਅੱਜ ਆਉਣਾ ਹੈਗਾ ਤੇ ਜਦੋਂ ਉਹ ਆਏ ਤੇ ਅੱਗੋਂ ਪੁਲਿਸ ਵਾਲੇ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਕੌਣ ਹੋ ਉਹ ਕਹਿੰਦਾ ਮੈਂ ਰਬੈਰੋ ਆ ਤੇ ਹਾਂ ਉਹਨਾਂ ਦੇ ਹਥਿਆਰ ਛੱਡ ਕੇ ਉਹ ਤਾਂ ਭੱਜ ਗਏ ਉੱਥੇ ਸੁੱਟ ਕੇ ਚਲੇ ਗਏ ਫਿਰ ਇਹਨਾਂ ਨੇ ਫਾਇਰ ਸ਼ੁਰੂ ਕਰਤੇ ਉਧਰ ਕਰਕੇ ਨਾ ਜਦੋਂ ਉਹ ਕਹਿੰਦੇ ਅਸੀਂ ਰਬੈਰੋ ਆ ਇਹਨਾਂ ਨੇ ਫਾਇਰ ਸ਼ੁਰੂ ਕੀਤੇ ਉਹਨਾਂ ਨੇ ਹਥਿਆਰ ਸੁੱਟ ਕੇ ਭੱਜ ਗਏ ਤੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਗੋਲੀਆਂ ਚੱਲੀਆਂ ਤੇ ਮੈਂ ਨਾ ਉਹ ਲਾਈ ਹੋਈ ਸੀ ਮੱਛਰਦਾਨੀ ਤੇ ਬਾਬਾ ਕਹਿੰਦਾ ਆਲਾ ਕਹਿੰਦਾ ਤੰਬੂ ਜਿਹਾ ਤੇ ਕਹਿੰਦਾ ਸੁੱਟ ਅੰਦਰ ਤੇ ਬੱਚਿਆਂ ਨੂੰ ਅੰਦਰ ਕਰ ਅਸੀਂ ਅੰਦਰ ਕੀਤਾ ਤੇ ਇੰਨੀ ਉਦੋਂ ਘਰ ਵੀ ਐਵੇਂ ਦੇ ਸੀ ਕਿਹੜੇ ਵਧੀਆ ਮੁੰਡੇ ਹੁੰਦੇ ਸੀ ਡਰ ਇੰਨਾ ਲੱਗੇ ਵੀ ਭਾਵੇਂ ਕੁਛ ਵੀ ਸਾਨੂੰ ਕਿਹੜਾ ਪਤਾ ਸੀ ਵੀ ਇਹ ਆਏ ਨੇ ਕਿ ਕੌਣ ਆਇਆ ਹੈ ਨਾ ਤੇ ਸਾਨੂੰ ਤਾਂ ਡਰ ਜਾ ਹੈਗਾ ਹੀ ਸੀ ਬਾਬਾ ਵੀ ਕੰਬੀ ਜਾਵੇ ਅਸੀਂ ਵੀ ਕੰਬੀ ਜਾਈਏ ਵੀ ਪਤਾ ਨਹੀਂ ਹੁਣ ਇਹ ਕੀ ਹੋਇਆ ਤੇ ਕਹਾਣੀ ਦਾ ਤਾਂ ਬਾਅਦ 'ਚ ਹੀ ਪਤਾ ਲੱਗਦਾ ਵੀ ਇਹ ਵਿਆਹ ਤੇ ਆਏ ਨੇ ਤੇ ਅੱਗੋਂ ਉਹਨਾਂ ਨੇ ਨਾਕਾ ਲਾਇਆ ਹੈਗਾ ਤੇ ਉਹ ਫਿਰ ਉਹ ਤਾਂ ਵਿਆਹ ਤੇ ਆ ਕੇ ਜਿਹੜਾ ਕੁਛ ਕੁੜੀ ਨੂੰ ਦੇਣਾ ਸੀ ਦੇ ਕੇ ਚਲੇ ਗਏ ਸ਼ਗਨ ਤੇ ਨਾਲੇ ਸਾਡੇ ਕੋਲ ਹੋ ਕੇ ਚਲੇ ਗਏ ਕਹਿੰਦਾ ਮਾਤਾ ਡਰਨਾ ਨਹੀਂ ਹੈਗਾ ਬੀਬੀ ਨੇ ਕਹਿੰਦੇ ਵੀ ਅਸੀਂ ਸੀਗੇ ਆਏ ਸੀਗੇ ਮਤਲਬ ਐਡੀ ਦਹਿਸ਼ਤ ਸੀ ਤੁਹਾਡੇ ਦਿਲ ਦੀ ਉਹਨਾਂ ਦੇ ਉੱਥੇ ਐਡਾ ਦਲੇਰ ਮਤਲਬ ਉਹ ਯੋਧਾ ਸੀ ਉਹ ਜਿਹਨੂੰ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ ਜਦੋਂ ਫਿਰ 40 ਸਿੰਘ ਆਉਂਦੇ ਨੇ ਦੁਸ਼ਟਾਂ ਨੂੰ ਸੋਧਾ ਲਾਉਣ ਲਈ ਮੁਖਬਰਾਂ ਨੂੰ ਸੋਧਣ ਦੇ ਲਈ ਫਿਰ ਤੁਹਾਡੀ ਸੱਸ ਨੇ ਕਿਹਾ ਸੀ ਵੀ ਪਰਿਵਾਰਾਂ ਨੂੰ ਨਾ ਮਾਰੋ ਹਾਂਜੀ ਤੇ ਕਹਿੰਦੇ ਵੀ ਨਾ ਮਾਤਾ ਇਹ ਨਹੀਂ ਗੱਲ ਹੈਗੀ ਫਿਰ ਉਹ ਕਹਿੰਦੀ ਵੀ ਜਿਹਦਾ ਕਸੂਰ ਹੈ ਫਿਰ ਜੇ ਤੁਸੀਂ CID ਕੀਤੀ ਹੈ ਵੀ ਜਿਹੜਾ ਤੁਹਾਨੂੰ ਮੁਖਬਰ ਲੱਗਦਾ ਹੈਗਾ ਉਹ ਤੁਸੀਂ ਉਹਨੂੰ ਮਾਰੋ
ਫਿਰ ਉਹਨਾਂ ਨੇ ਐਵੇਂ ਹੀ ਕੀਤਾ ਸੀਗਾ। ਉਹ ਫਿਰ ਉਹਦੀ ਜਿਹੜੀ ਸੂਜੇ ਦੀ ਕੁੜੀ ਹੈਗੀ ਉਹ ਆਪਦੇ ਭਰਾ ਨੂੰ ਲੈ ਕੇ ਆ ਗਈ ਸਾਡੇ ਘਰੇ ਵੀ। ਉਹਨੂੰ ਆਇਆ ਵੀ ਇੱਧਰ ਨਹੀਂ ਕੁਛ ਹੋਊਗਾ। ਤੇ ਉਹ ਕਹਿੰਦੀ ਭੂਆ ਜੀ ਇਹਨੂੰ ਲੁਕਾ ਲਓ ਇੱਥੇ। ਤੇ ਕਹਿੰਦੀ ਵੀ ਬੀਬੀ ਕਹਿੰਦੀ ਭੜੋਲਿਆਂ ਨੇ ਮਗਰ ਲੁਕ ਜਾਓ। ਮੈਂ ਕਿਹਾ ਬੀਬੀ ਆਪਾਂ ਵੀ ਘਰ ਰਹਿਣਾ ਹੈਗਾ। ਜਦੋਂ ਆਪਾਂ ਨੂੰ ਮੈਂ ਪਾਸੇ ਜੇ ਕਿਹਾ ਮੈਂ ਕਿਹਾ ਵੀ ਆਪਾਂ ਵੀ ਚੱਲੇ ਆ ਵੀ ਫਿਰ ਇੱਥੇ ਕੋਈ ਇਹ ਲੁਕੂਗਾ ਤੇ ਜੇ ਉਹ ਇੱਧਰ ਘਰੇ ਆਏ ਕਿ ਫਿਰ ਉਹਨਾਂ ਨੂੰ ਭੇਤ ਆਊਗਾ ਇਹਨਾਂ ਨੂੰ ਵੀ ਇਹਨਾਂ ਦੇ ਘਰੇ ਬੰਦੇ ਆਏ ਨੇਗੇ। ਮੈਂ ਕਿਹਾ ਉਹ ਤਾਂ ਆਪਾਂ ਨੂੰ ਚੋਰੀ ਦੱਸ ਕੇ ਗਏ ਨੇਗੇ। ਤੇ ਮੈਂ ਪਾਸੇ ਜੇ ਕਿਹਾ ਫਿਰ ਉਹਨੇ ਫਿਰ ਮੇਰੀ ਬੀਬੀ ਨੇ ਕਹਿਤਾ ਕਹਿੰਦੀ ਵੀ ਅਸੀਂ ਤਾਂ ਕਹਿੰਦੀ ਆਪ ਤੁਸੀਂ ਕਿਤੇ ਹੋਰ ਹੀ ਲਗਾ ਦੇ। ਕਹਿੰਦੀ ਇੱਥੇ ਨਾ ਲਗਾ, ਇੱਥੇ ਕੀ ਪਤਾ ਹੁਣ ਕੀ ਹੋਣਾ ਤੇ ਕੀ ਨਹੀਂ ਹੋਣਾ। ਯਾਨੀ ਜਿਹੜੇ ਦੁਸ਼ਮਣ ਸੀ, ਦੁਸ਼ਮਣ ਦਾ ਪਰਿਵਾਰ ਸੀ, ਉਹਨੇ ਫੇਰ ਆ ਕੇ ਮਤਲਬ ਸ਼ਰਨ ਲਈ ਹੈ ਨਾ ਤੁਹਾਡੇ ਪਰਿਵਾਰ ਦੇ ਵਿੱਚ। ਹਾਂਜੀ ਹਾਂਜੀ, ਹੈ ਨਾ, ਮਤਲਬ ਉਹਨਾਂ ਨੇ ਹੀ ਸ਼ਹੀਦ ਕਰਵਾਏ ਸਿੰਘ, 8 ਸਿੰਘ ਸ਼ਹੀਦ ਕਰਵਾਏ। ਹਾਂਜੀ ਹਾਂਜੀ। ਤੇ ਫਿਰ ਅਸੀਂ ਰਾਤ ਨੂੰ ਵੱਟਾਂ ਦੇ ਡਿੱਗਦੀਆਂ ਢਹਿੰਦੀਆਂ ਗਈਆਂ ਤੇ ਉਹਨਾਂ ਦੀ ਹਵੇਲੀ ਤੇ ਚਲੇ ਗਏ। 5-4 ਕਿੱਲੇ 10 ਕਿੱਲੇ ਪੈ ਹੀ ਜਾਂਦਾ ਸਾਡੇ ਘਰ ਤੋਂ। ਤੇ ਉੱਥੇ ਅਸੀਂ ਚਲੇ ਗਈਆਂ ਤੇ ਜਦੋਂ ਉਹਦਾ ਹੀ ਪਤਾ ਲੱਗਿਆ, ਜਦੋਂ ਸਾਰਿਆਂ ਨੂੰ ਇੱਕੋ ਵਾਰੀ ਮਾਰਿਆ, ਇੱਕੋ ਵਾਰੀ ਸਾਰੇ ਫਾਇਰਿੰਗ ਸ਼ੁਰੂ ਹੋ ਗਈ। ਉਹਨਾਂ ਨੇ ਵੀ ਟਾਈਮ ਮਿੱਥਿਆ ਹੋਣਾ ਹੈਗਾ। ਕਿੰਨੇ ਮਾਰੇ ਸੀ ਜਿਹੜੇ ਮੁਖਬਰ ਸੀ? 4 ਜਣੇ ਸੀਗੇ। 4 ਮੁਖਬਰ ਸੀ। ਹਾਂਜੀ ਜੀ, 4 ਦੁਸ਼ਟਾਂ ਨੂੰ ਸੋਧਿਆ ਜਾਣੀ ਕਿ ਸਿੰਘਾਂ ਨੇ। ਹਾਂਜੀ ਹਾਂਜੀ। ਕਦੇ ਗੁਰਦੁਆਰੇ ਵਾਲੇ ਗ੍ਰੰਥੀ ਸੀਗਾ ਤੇ ਇੱਕ ਇਹ ਜਿਹੜਾ ਗਵਾਂਢੀ ਸੀਗਾ, ਇੱਕ ਹੋਰ ਇੱਧਰ ਹਵੇਲੀ ਜੀ ਤੇ ਆਪਾਂ ਸੜਕ ਨੂੰ। ਅੱਛਾ, ਗੁਰਦੁਆਰਾ ਸਾਹਿਬ ਦਾ ਗ੍ਰੰਥੀ ਵੀ ਮਤਲਬ ਉੱਥੇ ਸਾਰੀ ਮੀਟਿੰਗ ਹੁੰਦੀ ਸੀਗੀ। ਅੱਛਾ, ਮੁਖਬਰ ਜਿਹੜੇ ਸੀ ਉੱਥੇ ਹੁੰਦੀ ਸੀ। ਤੇ ਜਿਹੜਾ ਇਹ ਸੂਜਾ ਸੀਗਾ ਇਹ ਤਾਂ ਪੁਲਿਸ ਤਾਂ ਫਿਰ ਕੋਈ ਆਈ ਨਹੀਂ ਹੈਗੀ ਦਿਨ ਚੜੇ ਤੱਕ। ਇਹਨੂੰ ਕੁੱਤੇ ਪਰਾਂ ਚਟਾਲਿਆਂ ਦੇ ਵਿੱਚ ਲੈ ਕੇ ਖਿੱਚ ਕੇ ਲੈ ਗਏ ਸੜਕ। ਅੱਛਾ, ਕੁੱਤੇ ਮਤਲਬ ਲਾਸ਼ ਨੂੰ ਧੂ ਕੇ ਲੈ ਗਏ। ਹਾਂ, ਆਪਾਂ ਜਦੋਂ ਵੇਖੋ ਜਿਸ ਦੁਸ਼ਟ ਨੇ ਸਿੰਘਾਂ ਦੇ ਨਾਲ ਐਸਾ ਵਰਤਾਓ ਕੀਤਾ, ਸਿੰਘਾਂ ਦੀਆਂ ਮੁਖਬਰੀਆਂ ਕੀਤੀਆਂ, ਤੁਹਾਡੇ ਸਾਹਮਣੇ ਹੀ ਹੈ। ਬਿਲਕੁਲ ਵੱਡਾ ਇੱਕ ਸਬੂਤ ਹੈ ਬਈ ਉਸ ਦੁਸ਼ਟ ਸੂਜੇ ਦੀ ਜਿਹੜੀ ਲਾਸ਼ ਸੀ ਕੁੱਤੇ ਘਸੀਟ ਕੇ ਲੈ ਕੇ ਗਏ। ਔਰ ਇਹੋ ਜਿਹੇ ਦੁਸ਼ਟਾਂ ਦਾ ਇਹੋ ਜਿਹਾ ਹੀ ਹਾਲ ਹੁੰਦਾ ਹੈ। ਜਿਹੜਾ ਸਿੰਘਾਂ ਦੀ ਮੁਖਬਰੀ ਕਰਦੇ ਨੇ ਉਹਨਾਂ ਦਾ ਐਸਾ ਹੀ ਹਸ਼ਰ ਹੋਇਆ। ਉਸ ਤੋਂ ਬਾਅਦ ਹਾਂਜੀ, ਕੁੱਤੇ ਬਣਾ ਚਟਾਲੇ 'ਚ ਲੈ ਕੇ ਸੜਕ ਤੇ ਮਾਰਿਆ ਸੀਗਾ। ਜਦੋਂ ਆਪਾਂ ਪਿੰਡ 'ਚ ਨਹੀਂ ਵੜਦੇ ਘਰਿਆਲੀ, ਉੱਥੇ ਅੰਦਰ ਵੜਦੇ ਐਂਟਰੀ ਉੱਥੇ ਮਾਰਿਆ ਸੀਗਾ। ਪਿੰਡ ਦੇ ਅੰਦਰ ਐਂਟਰੀ ਹੁੰਦੀ ਉੱਥੇ ਸੀਗਾ ਉਹ। ਸਿੰਘਾਂ ਨੇ ਫਿਰ ਜਦੋਂ ਇਹਨਾਂ ਦੁਸ਼ਟਾਂ ਨੂੰ ਸੋਧਿਆ ਫਿਰ ਜਕਾਰੇ ਲਾ ਕੇ ਗਏ ਉਦੋਂ? ਹਾਂਜੀ, ਜਕਾਰੇ ਲਾ ਕੇ 40 ਜਣੇ ਆਏ ਸੀਗੇ ਟਰੱਕ ਕਰਕੇ। 40 ਸਿੰਘ ਸੀ? ਹਾਂਜੀ, 40 ਸਿੰਘ ਆਏ ਸੀ, ਜਕਾਰੇ ਲਾ ਕੇ ਗਏ ਨੇ। ਫਿਰ ਕੈਸਟ ਭਰੀ ਹੋਈ ਸੀ ਉਹਨਾਂ ਨੇ, CID ਕੀਤੀ ਸੀ ਜਿਵੇਂ ਵੀ ਕੱਲ ਨੂੰ ਕੋਈ ਕਹਿ ਨਾ ਦੇਵੇ ਵੀ ਸਾਡਾ ਨਜਾਇਜ਼ ਮਾਰਿਆ ਹੈਗਾ। ਵੀ ਅਗਲੇ ਕਹਿ ਹੀ ਦਿੰਦੇ ਨੇ ਵੀ ਸਾਡੇ ਦੀ ਤਾਂ ਕੋਈ ਗਲਤੀ ਨਹੀਂ ਸੀਗੀ। ਫਿਰ ਉਹ ਕੈਸਟ ਰੱਖ ਕੇ ਗਏ ਸੀ ਉਹਦੀ ਹਿੱਕ ਦੇ ਉੱਤੇ ਵੀ ਚਲਾ ਕੇ ਦੇਖੀ ਫਿਰ ਉਹਨਾਂ ਨੇ ਗੁਰਦੁਆਰੇ 'ਚ ਕਿਹਦਾ ਕਸੂਰ ਹੈ। ਅੱਛਾ ਜੀ, ਪੂਰੀ ਜਿਹੜੀ ਇਹ ਮੀਟਿੰਗ ਕਰਦੇ ਸੀ ਮੁਖਬਰ, ਉਹ ਫਿਰ ਖਾੜਕੂ ਸਿੰਘ ਉਹਦੀ ਰੀਲ ਉਹਨਾਂ ਦੇ ਕੋਲ, ਉਹਨੂੰ ਸਬੂਤ ਦੇ ਕੇ ਗਏ ਵੀ ਆ ਤਾਂ ਮਾਰੇ ਹੋ ਤੁਸੀਂ। 1 ਸਾਲ ਪੂਰੀ CID ਕਰਦੇ ਰਹਿਣਗੇ ਵੀ ਨਜਾਇਜ਼ ਵੀ ਨਾ ਕੋਈ ਮਾਰਿਆ ਜਾਵੇ। ਤੇ CID ਕਰਦੇ ਨੇ 1 ਸਾਲ। ਫਿਰ ਉਹੀ ਦਿਨ, ਉਹੀ ਵਾਰ, ਉਹੀ ਘੜੀ ਲਿਆਂਦੀ। ਜਿੱਦਣ ਮੁਕਾਬਲਾ ਹੁੰਦਾ ਉਸੇ ਦਿਨ ਹੀ ਦੁਸ਼ਟਾਂ ਨੂੰ ਸੋਧਿਆ ਜਾਂਦਾ। ਖਾਲਿਸਤਾਨ ਕਮਾਂਡੋ ਫੋਰਸ ਵੱਲੋਂ, 5 ਗਰੁੱਪ ਵੱਲੋਂ। ਉਹੀ 12 ਵਜੇ ਰਾਤ ਦੇ ਜਿਹੜੇ ਵਜੇ ਉਹਨਾਂ ਦਾ ਉੱਥੇ ਉਹਨਾਂ ਨੇ ਛੱਡੇ ਨੇ ਸਰੀਰ, ਉਸੇ ਟਾਈਮ ਇਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ ਹੈਗੀ। ਅੱਛਾ, ਟਾਈਮ ਵੀ ਉਹੀ ਫਿਕਸ ਕੀਤਾ ਸੀ? ਉਹੀ ਟਾਈਮ, ਦਿਨ ਵੀ ਉਹੀ ਆਇਆ ਸੀਗਾ ਵੀਰਵਾਰ ਤੇ 20 ਜਨਵਰੀ 89 ਤੇ ਉਹੀ ਉਹਨਾਂ ਨੇ ਸਾਲ ਬਾਅਦ 90 ਜਾ ਕੇ ਕੀਤਾ। ਤੁਸੀਂ ਮੌਕੇ ਤੇ ਗਵਾਹ ਹੋ ਜਾਂ ਤੁਹਾਨੂੰ ਪਤਾ ਸਾਰਾ ਪਿੰਡ ਦੇ ਵਿੱਚੋਂ ਵੀ ਪਤਾ ਲੱਗਿਆ, ਐਡਾ ਤਕੜਾ ਮੁਕਾਬਲਾ ਹੋਇਆ। ਕਿੰਨੇ ਕੁ CRP ਦੇ, ਪੰਜਾਬ ਪੁਲਿਸ ਦੇ ਕਿੰਨੇ ਕੁ ਜਵਾਨ ਮਤਲਬ ਮਾਰੇ ਗਏ ਹੋਣਗੇ ਉਸ ਮੁਕਾਬਲੇ 'ਚ? ਕਿਉਂਕਿ ਅਖਬਾਰਾਂ 'ਚ ਤਾਂ ਬਹੁਤ ਘੱਟ ਦੱਸੇ ਨੇ। 500 ਸੀ ਜਿਹੜੇ ਹਵੇਲੀਆਂ ਤੇ ਸੀ ਨਾ ਘਰ, ਉਹਨਾਂ ਨੂੰ ਨਹੀਂ ਸੀ ਕੱਢਿਆ। ਉਹ ਦੱਸਦੇ ਸੀ, ਕਹਿੰਦੇ ਵੀ ਉਹਨਾਂ ਨੇ ਕਮਾਦ ਹੀ ਉਹ ਚੁਣਿਆ ਸੀਗਾ, ਪਤਾ ਨਹੀਂ ਥੋੜ੍ਹਾ ਜਿਹਾ ਚੁਣਿਆ ਸੀ ਵੀ ਜਿਹਦੇ ਵਿੱਚੋਂ ਸਾਨੂੰ ਵੀ ਵਿਚਕਾਰ ਸਾਰੇ ਪਾਸੋਂ ਦੱਸੇ। ਫਿਰ ਕਹਿੰਦੇ ਇੰਝ ਬਰੈਸਟ ਮਾਰਦੇ ਸੀ ਤੇ ਦੜ ਦੜ ਟਿਕਦੇ ਸੀਗੇ। ਹਵੇਲੀਆਂ ਵਾਲੇ ਦੱਸਦੇ ਨੇ, ਉਹ ਆਪਣੇ ਅੰਦਰ ਚੀਥਾਂ ਦੇ ਵਿੱਚ ਦੀ ਦੇਖਦੇ ਸੀਗੇ। ਉਹ ਕਹਿੰਦੇ ਵੀ ਚਾਰੇ ਪਾਸੇ, ਚਾਰੇ ਕੋਨਿਆਂ ਤੇ ਬੈਠੇ ਸੀਗੇ ਤੇ ਚਾਰੇ ਕੋਨਿਆਂ ਤੇ ਜਦੋਂ ਵੀ ਅੱਗੇ ਪੁਲਿਸ ਵਾਲੇ ਹੁੰਦੇ ਸੀ ਕਹਿੰਦੇ ਉਹਦੀ ਛੱਡਦੇ ਸੀ ਬਰੈਸਟ ਤੇ, ਕਹਿੰਦੇ ਦੜਾ ਦੜ ਡਿੱਗਦੇ ਸੀਗੇ। ਜਿਹੜੇ 8 ਸਿੰਘਾਂ ਨੇ 500 ਫੋਰਸਾਂ ਦੇ ਬੰਦੇ ਮਾਰ CRP ਨੇ ਤਾਂ ਹੱਥ ਖੜੇ ਕਰਤੇ ਸੀਗੇ। CRP ਭੱਜ ਗਈ ਸੀ ਉੱਥੋਂ? ਹਾਂਜੀ, ਹੱਥ ਖੜੇ ਕਰਕੇ ਚਲੇ ਗਏ ਸੀ। ਫਿਰ ਇਹਨਾਂ ਨੇ BSF ਮੰਗਾਈ ਸੀਗੀ। ਅੱਛਾ, ਬਾਅਦ 'ਚ BSF? ਹਾਂਜੀ ਹਾਂਜੀ। ਤੇ ਇਹਨਾਂ ਨੇ ਸ਼ੋਅ ਨਹੀਂ ਕੀਤੇ, ਅਖਬਾਰ 'ਚ 2 ਹੀ ਕੀਤੇ ਸੀ ਸਿਰਫ। ਅਖਬਾਰ ਸਿਰਫ 2 ਕੀਤੇ? ਸਿਰਫ 2 ਹੀ ਕੀਤੇ ਸੀ। ਕਿਉਂਕਿ ਇਹ ਤਾਂ ਕੁਦਰਤੀ ਹੈ ਵੀ ਜਦੋਂ ਬਰਸਟ ਪੈਣਾ ਸਾਹਮਣੇ ਵੱਲ ਨੂੰ LMG ਦਾ, ਹੈ ਨਾ,
ਉਹ ਤਾਂ ਫਿਰ ਜਿੱਥੇ ਜਿੱਥੇ ਜਾਣਾ ਢੇਰਾਂ ਦੇ ਢੇਰ ਲੱਗਣੇ ਨੇ ਉਹ ਉੱਥੇ। ਵੇਲੀ ਵਾਲੇ ਫਿਰ ਦੱਸਦੇ ਨੇ ਨਾ, ਕਹਿੰਦੇ ਵੀ ਜਦੋਂ ਐ ਚੱਲਦੀਆਂ ਸੀ ਤੇ ਅਸੀਂ ਕਹਿੰਦੇ ਤੁਹਾਡੇ ਕਿਤੇ ਸੀਗੇ। ਉਹਨਾਂ ਨੇ ਮੇਰੇ ਦਿਓਰ ਨੇ ਨਾ ਇਹ ਗੱਲ ਕਹੀ ਸੀਗੀ, ਪਤਾ ਨਹੀਂ ਤਾਂ ਹੀ ਨਹੀਂ ਤਾਂ ਉਹ 8 ਦਿਨ ਉਸ ਕਮਾਦ 'ਚ ਕਿਉਂ ਰਿਹਾ ਤੇ ਕਿਉਂ ਉਹਨਾਂ ਦੇ ਧੱਕੇ ਚੜਿਆ ਗਵਾਂਢੀਆਂ ਦੇ, ਜਿਨ੍ਹਾਂ ਨੇ CID ਕੀਤੀ ਹੈ ਤੇ ਉਹ ਵੀ ਫਿਰ ਉੱਥੇ ਰਹੇ ਨੇ। ਕਿ ਉਹ ਕਹਿੰਦਾ ਹੁੰਦਾ ਸੀ ਵੀ ਹੋਵੇ ਵੀ ਪਿੰਡ ਵਿੱਚ ਮੁਕਾਬਲਾ ਹੋਵੇ ਮੇਰੇ ਘਰਿਆਲੀ ਦੇ ਵਿੱਚ, ਤੇ ਇੰਨਾ ਆਹ ਜਗ੍ਹਾ ਹੋਵੇ ਵੀ ਆਹ ਮਹੀਨਾ ਹੋਵੇ ਤੇ ਛੋਟੀ ਛੋਟੀ ਕਣਕ ਹੋਵੇ ਵੀ ਜਿਹੜਾ ਸਾਨੂੰ ਵੀ ਕਿਸੇ ਦਾ ਓਲਾ ਵੀ ਨਾ ਹੋਵੇ। ਉਹੀ ਗੱਲ ਹੋਈ, ਛੋਟੀ ਛੋਟੀ ਕਣਕ ਸੀ ਉਦੋਂ ਤੇ ਥੋੜੇ ਜਿਹੇ ਕਮਾਦ 'ਚ ਤੇ ਹੋਇਆ ਵੀ ਪਿੰਡ 'ਚ ਹੀ ਸੀ। ਮਤਲਬ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਦੀ ਇੱਛਾ ਸੀ ਕਿ ਮੈਂ ਸ਼ਹੀਦ ਹੋਵਾਂ ਤੇ ਆਪਣੇ ਪਿੰਡ ਦੇ ਵਿੱਚ ਹੋਵਾਂ ਤੇ ਮੁਕਾਬਲਾ ਵੀ ਇਸੇ ਪਿੰਡ ਵਿੱਚ ਹੋਵੇ। ਤੇ ਉਹ ਮੁਕਾਬਲਾ ਇੱਕ ਸਭ ਤੋਂ ਵੱਡਾ ਮੁਕਾਬਲਾ ਖਾੜਕੂਵਾਦ ਦੇ ਦੌਰਾਨ ਔਰ ਇਸ ਹਿੰਦੁਸਤਾਨ ਦੇ ਅੰਦਰ ਪੰਜਾਬ ਦੀ ਸਰਜ਼ਮੀਂ ਤੇ ਇਸ ਪੰਜਾਬ ਦੇਸ਼ ਦੇ ਅੰਦਰ ਸਭ ਤੋਂ ਤਕੜਾ ਮੁਕਾਬਲਾ ਹੋਇਆ ਸੀ, ਜਿਹਨੇ ਕੇਂਦਰ ਦੀਆਂ ਜੜ੍ਹਾਂ ਤੱਕ ਹਿਲਾ ਦਿੱਤੀਆਂ ਸੀ। ਔਰ ਸਾਰੀਆਂ ਏਜੰਸੀਆਂ, ਸਾਰੀਆਂ ਜਿਹੜੀਆਂ ਫੋਰਸਾਂ ਸੀ, ਉਹਨਾਂ ਦੇ ਕੰਨ ਖੜੇ ਹੋ ਗਏ ਸੀ ਵੀ ਆਖਰ ਇਹ ਹੈ ਕਿਹੜਾ ਯੋਧਾ ਜਿਹੜਾ ਐਡਾ ਤਕੜਾ ਮੁਕਾਬਲਾ ਕੀਤਾ, ਜਿਹਨੇ ਸਾਡੀਆਂ ਫੋਰਸਾਂ ਦੇ ਨਾਲ। ਔਰ DGP ਪੰਜਾਬ ਰਵੇਰੋ ਦੀ ਘਰਵਾਲੀ ਸਪੈਸ਼ਲ ਵੇਖਣ ਆਈ ਸੀ ਵੀ ਮੇਰੇ ਘਰਵਾਲੇ ਦੇ ਨਾਂ ਦੇ ਨਾਲ ਰਵੇਰੋ ਲੱਗਦਾ ਹੈ, ਵੀ ਇਹ ਸ਼ਹੀਦ ਦਲਵੀਰ ਸਿੰਘ ਰਵੇਰੋ ਹੈ ਕੌਣ, ਜਿਹਨੇ ਹਿੰਦੁਸਤਾਨ ਦੀਆਂ ਫੋਰਸਾਂ ਦੇ ਛੱਕੇ ਛੁਡਾ ਦਿੱਤੇ ਔਰ ਅਣਗਿਣਤ ਸੈਂਕੜੇ ਫੋਰਸਾਂ ਦੇ ਜਵਾਨ ਜਿਹਨੇ ਮਾਰ ਮੁਕਾਏ ਨੇ ਮੁਕਾਬਲੇ ਵਿੱਚ ਕੇਵਲ 8 ਜਣਿਆਂ ਨੇ। ਉਸ ਤੋਂ ਬਾਅਦ ਫਿਰ ਮੈਂ ਇੱਥੇ ਪਿੰਡ ਆ ਗਈ ਵੀ ਜਦੋਂ ਮੈਨੂੰ ਸਾਰਿਆਂ ਨੇ ਉੱਥੇ ਕਿਹਾ ਵੀ ਤੂੰ ਨਾ ਰਹਿ, ਪਿੰਡ ਦੀਆਂ ਨੇ ਵੀ ਤੇਰਾ ਜੇ ਕੋਈ ਬੱਚਾ ਚੁੱਕ ਕੇ ਲੈ ਗਿਆ ਵੀ ਫਿਰ ਕੀ ਕਰੇਂਗੀ। ਵੱਡਾ ਤਾਂ ਵੀ ਮਤਲਬ ਮੇਰੇ ਨਾਨਕੇ ਹੀ ਰਹਿਣ ਲੱਗ ਗਿਆ ਸੀਗਾ, ਉਹ ਤਾਂ 1.5 ਸਾਲ ਦੇ ਸੀ ਜਦੋਂ ਮੇਰਾ ਭਰਾ ਲੈ ਆਇਆ ਸੀਗਾ। ਉਹ ਵੀ ਤਾਂ ਲੈ ਆਇਆ ਸੀ ਜਦੋਂ ਰਾਤ ਨੂੰ ਆਉਂਦੇ ਸੀਗੇ ਤੇ ਉਹ ਅਸਲਾ ਦੇਖਦੇ ਸੀ ਤੇ ਬੱਚਾ ਸੀਗਾ ਭੱਜ ਕੇ ਦੇਖਦਾ ਸੀ, ਆ ਮੈਨੂੰ ਦੇ ਦੇ। ਇੱਕ ਵਾਰੀ ਪਿਸਤੌਲ ਮੰਗਦਾ ਸੀਗਾ, ਕਹਿੰਦਾ ਚਾਚਾ ਜੀ ਆ ਮੈਨੂੰ ਦੇ ਦਿਓ। ਕਹਿੰਦਾ ਇਹਦੀ ਬੜੀ ਵੱਡੀ ਕੁਰਬਾਨੀ ਹੈ, ਕੁਰਬਾਨੀ ਦੇਣੀ ਪੈਂਦੀ ਹੈਗੀ, ਇਹਦੀ ਕੀਮਤ ਬੜੀ ਵੱਡੀ ਹੈਗੀ ਵੀ ਇਹ ਤਾਂ ਮਤਲਬ ਉਹ ਹੀ ਕੁਰਬਾਨੀ ਲੈ ਹੀ ਲਈ ਉਹਨੇ ਵੀ ਉਹਦੇ ਡੈਡੀ ਦੀ। ਕਹਿੰਦਾ ਚਾਚਾ ਜੀ ਆ ਮੈਨੂੰ ਦੇ ਦਿਓ। ਫਿਰ ਮੇਰੇ ਬ੍ਰਦਰ ਨੂੰ ਇਹ ਹੋਇਆ ਵੀ ਬੱਚਾ ਹੈਗਾ ਤੇ ਜਦੋਂ ਅਸੀਂ ਵੀ ਪੁਲਿਸ ਆਉਂਦੀ ਸੀ ਭਜਾ ਦਿੰਦੇ ਸੀ ਤੇ ਵੀ ਡੈਡੀ ਨੂੰ ਫਿਰ ਇਹ ਰੋਂਦਾ, ਕਹਿੰਦਾ ਹਾਏ ਮੇਰੇ ਡੈਡੀ ਨੂੰ ਕਿਉਂ ਭਜਾਤਾ, ਹਾਏ ਭੂਆ ਜੀ ਮੇਰਾ ਡੈਡੀ, ਹਾਏ ਭੂਆ ਜੀ ਮੇਰਾ ਡੈਡੀ। ਇਹ ਛੋਟਾ ਤਾਂ ਜੋ ਛੋਟਾ ਹੀ ਸੀ ਉਦੋਂ। ਤੇ ਉਹਨੂੰ ਫਿਰ ਇਹਨੂੰ ਬੁਖਾਰ ਚੜ੍ਹਨ ਲੱਗ ਗਿਆ ਹੇਰਵੇ ਨਾਲ। ਆਪਣੇ ਡੈਡੀ ਦਾ ਕਰਦਾ ਬਹੁਤ ਸੀਗਾ, ਸਿਆਣਾ ਬਹੁਤ ਸੀ, ਸਮਝਦਾਰ ਸੀਗਾ। ਤੇ ਫਿਰ ਇਹਨੂੰ ਪੀਲੀਆ ਹੋ ਗਿਆ, ਪੀਲੀਏ ਤੋਂ ਬਾਅਦ ਬੁਖਾਰ ਚੜ੍ਹਨ ਲੱਗ ਗਿਆ। ਫਿਰ ਮੇਰਾ ਬ੍ਰਦਰ ਲੈ ਆਇਆ, ਫਿਰ ਇਹ ਤਾਂ ਇੱਥੇ ਨਾ ਕਹਿੰਦਾ ਬੱਚਾ ਹੈ, ਕਹਿੰਦਾ ਬੱਚੇ ਨੂੰ ਵਾਲਾ ਚਪੇੜ ਮਾਰੇ ਬੱਚਾ ਸਾਰਾ ਕੁਝ ਦੱਸ ਦੂਗਾ ਵੀ ਹਾਂ ਮੇਰੇ ਚਾਚੇ ਰੀ ਆਉਂਦੇ ਸੀ ਵੀ ਇਸ ਤਰ੍ਹਾਂ। ਉਹ ਆਏ ਮੰਜੇ 'ਤੇ ਲਿਆ ਕੇ ਸਾਫ਼ ਸੁਫ ਕਰਦੇ ਸੀ, ਰੱਖ ਲੈਂਦੇ ਸੀ ਢੇਰ ਲਾ ਕੇ। ਤੇ ਫਿਰ ਉਹ ਇੱਥੇ ਰਹਿਣ ਲੱਗ ਗਿਆ ਸੀਗਾ ਤੇ ਛੋਟਾ ਮੇਰੇ ਨਾਲ ਹੁੰਦਾ ਸੀਗਾ। ਫਿਰ ਮੈਨੂੰ ਪਿੰਡ ਦੀਆਂ ਬੀਬੀਆਂ ਸਿਆਣੀਆਂ ਕਹਿੰਦੀਆਂ ਵੀ ਤੂੰ ਇੱਥੇ ਨਾ ਰਹਿ, ਵੀ ਚੱਲ ਨੂੰ ਤੂੰ ਤੇਰਾ ਬੱਚਾ ਚੁੱਕ ਕੇ ਲੈ ਗਿਆ ਫਿਰ ਕੀ ਕਰੇਂਗੇ। ਵੀ ਹੁਣ ਇਹਨਾਂ ਦੀ ਵੀ ਦੁਸ਼ਮਣੀ ਬਣ ਗਈ ਹੈ ਵੀ 4-5 ਘਰਾਂ ਦੀ, ਇਹ ਵੀ ਕੁਛ ਕਰ ਸਕਦੇ ਨੇ, ਕੀ ਪਤਾ ਲੱਗਦਾ ਹੈਗਾ। ਫਿਰ ਮੇਰੇ ਭਰਾ ਮੈਨੂੰ ਲੈ ਆਏ ਸੀਗੇ। ਫਿਰ ਮੈਂ ਇੱਥੇ ਬੜਵਰ ਪੈਂਦਾ ਸਾਡਾ ਸੰਗਰੂਰ ਜ਼ਿਲ੍ਹੇ 'ਚ ਪਿੰਡ। ਫਿਰ ਮੈਂ 5 ਸਾਲ ਇੱਥੇ ਰਹੀ ਭਰਾ ਦੇ ਘਰ। ਫਿਰ ਇਸ ਤਰ੍ਹਾਂ ਹੀ ਬੜੂ ਸਾਹਿਬ ਦਾ ਪਤਾ ਲੱਗਿਆ, ਮੇਰਾ ਜਿਹੜਾ ਭਰਾ ਹੈਗਾ ਵੱਡਾ ਉਹਦਾ ਦੋਸਤ ਹੈਗਾ ਤੇ ਉਹਦੇ ਭੈਣ ਦੇ ਬੱਚੇ ਪੜ੍ਹਦੇ ਸੀ ਬੜੂ ਸਾਹਿਬ। ਤੇ ਉਹਨਾਂ ਦਾ ਇੱਕ ਭਰਾ ਤਾਂ ਬਾਹਰ ਸੀ, ਇੱਕ ਸ਼ਰਾਬੀ ਕਬਾਬੀ ਸੀਗਾ। ਤੇ ਫਿਰ ਇਹ ਮੇਰੇ ਭਰਾਵਾਂ ਨੂੰ, ਪਹਾੜੀ ਇਲਾਕਾ ਸੀ, ਇਹਨਾਂ ਨੂੰ ਲੈ ਕੇ ਜਾਂਦੀ ਹੁੰਦੀ। ਕਦੇ ਮੇਰਾ ਵੱਡਾ ਬ੍ਰਦਰ ਜਾਂਦਾ, ਕਦੇ ਮੇਰਾ ਛੋਟਾ ਬ੍ਰਦਰ ਜਾਂਦਾ, ਉਹ ਬੱਚਿਆਂ ਨੂੰ ਲੈਣ ਜਾਣਾ, ਛੱਡਣ ਜਾਣਾ। ਤੇ ਇਸ ਤਰ੍ਹਾਂ ਹੀ ਮੇਰੇ ਭਰਾ ਦਾ 93 ਦੇ ਵਿੱਚ ਵਿਆਹ ਹੋਇਆ ਸੀ। ਕਹਿੰਦੇ ਚਲੋ ਨਾਲੇ ਤੁਸੀਂ ਘੁੰਮ ਆਇਓ ਤੇ ਨਾਲੇ ਅਸੀਂ ਆਪਣੇ ਬੱਚੇ ਨੂੰ ਲੈ ਕੇ ਆਉਣਾ ਹੈਗਾ, ਉਹਦਾ ਜਨਮ ਦਿਨ ਹੈਗਾ। ਤੇ ਮੇਰਾ ਭਰਾ ਭਰਜਾਈ ਉੱਥੇ ਬੜੂ ਸਾਹਿਬ ਚਲੇ ਗਏ। ਤੇ ਉੱਥੋਂ ਜਦੋਂ ਆਏ ਵਾਪਸ ਤੇ ਉਹਨੇ ਫਿਰ ਮੈਨੂੰ ਕਹਿੰਦੇ ਵੀ ਮਨਜੀਤ ਨੂੰ ਲੈ ਕੇ ਆਇਓ, ਜਿਹੜੀ ਮੇਰੇ ਭਰਾ ਦੀ ਭੈਣ ਬਣੀ ਹੋਈ ਸੀਗੀ, ਬ੍ਰਦਰ ਦੀ, ਜਿਨ੍ਹਾਂ ਦੇ ਬੱਚੇ ਪੜ੍ਹਦੇ ਸੀਗੇ। ਕਹਿੰਦੇ ਮਨਜੀਤ ਨੂੰ ਸਾਡੇ ਕੋਲੇ ਛੱਡ ਜਿਓ। ਤੇ ਮੈਂ ਇਸ ਤਰ੍ਹਾਂ ਹੀ ਬੈਠੀ ਉਹਨਾਂ ਦੇ ਘਰ ਤੇ ਕਹਿੰਦੇ ਵੀ ਜੇ ਤੂੰ ਕਹਿੰਦੀ ਬੜੂ ਸਾਹਿਬ ਆਹ ਕੰਮ ਕਰ ਲੇਂਗੀ ਤੇ ਵੀ ਉੱਥੇ ਵਿਧਵਾ ਰਹਿੰਦੀਆਂ ਨੇ, ਇੱਕ ਉੱਧਰ ਗੁਰਦਾਸਪੁਰ ਦੀ ਹੈ, ਇਸ ਤਰ੍ਹਾਂ ਕਰਕੇ ਵੀ ਵਧੀਆ ਸਕੂਲ ਹੈਗਾ, ਜੇ ਤੂੰ ਕੁਛ ਕਰ ਲੇਂਗੀ। ਮੈਂ ਕਿਹਾ ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ, ਪਰ ਮੈਂ ਬੱਚਿਆਂ ਦੀ ਜ਼ਿੰਦਗੀ ਬਣਾਉਣੀ ਹੈ, ਮੈਂ ਬੱਚੇ ਚੰਗੇ ਸਕੂਲ 'ਚ ਪੜ੍ਹਾਉਣੇ ਨੇਗੇ। ਤੇ ਕਹਿੰਦੀ ਚਲ ਤੂੰ ਸਾਡੇ ਨਾਲ ਚੱਲੀ ਵੀ ਦੇਖ ਆਈ। ਫਿਰ ਜਦੋਂ ਉਹਨੂੰ ਅਸੀਂ ਛੱਡਣ ਗਏ ਉਹਨਾਂ ਦੇ ਬੱਚੇ ਨੂੰ,
ਤੇ ਉੱਥੇ ਬਾਬਾ ਜੀ ਨਾਲ ਗੱਲ ਕੀਤੀ ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਜਿੰਨਾ ਛੇਤੀ ਹੋ ਸਕਦਾ ਦੋਨੇ ਬੱਚੇ ਲੈ ਕੇ ਆ। ਬਾਬਾ ਇਕਬਾਲ ਸਿੰਘ ਬੜੂਸਾ ਵਾਲੇ? ਹਾਂਜੀ, ਬਾਬਾ ਇਕਬਾਲ ਸਿੰਘ ਜੀ ਕਹਿੰਦੇ ਤੇ ਵੀ ਜਿੰਨੀ ਛੇਤੀ ਹੋ ਸਕਦਾ ਬੇਟਾ ਲੈ ਆ, ਇਹ ਵਿਧਵਾ ਨਹੀਂ ਚਲਾਉਣਾ ਹੈਗਾ ਕਹਿੰਦਾ। ਤੇ ਚੱਲ ਅਸੀਂ ਆ ਗਏ ਇੱਥੇ। ਫਿਰ ਮੈਂ ਆਪਣੇ ਸਹੁਰੇ ਗਈ। ਫਿਰ ਮੈਂ ਆਪਣੇ ਸਹੁਰੇ ਨੂੰ ਪਾਣੀ ਪੀ ਲਾਂ ਤੇ ਮੇਰੀ ਹਿੰਮਤ ਜੀ ਨਾ ਪਵੇ ਪੁੱਛਣ ਦੀ ਵੀ ਮੈਂ ਇਸ ਤਰ੍ਹਾਂ ਕਰਕੇ ਉੱਥੇ ਜਾਣਾ ਹੈਗਾ, ਵੀ ਪਤਾ ਨਹੀਂ ਕੀ ਬੋਲਣਗੇ, ਫਿਰ ਗੱਲ ਜੀ ਨਾ ਕਰਾਂ, ਫਿਰ ਚਲੇ ਜਾਣ ਭਾਜੀ ਬਾਹਰ ਨੂੰ, ਭਾਜੀ ਕਹਿੰਦੇ ਸੀ ਅਸੀਂ। ਫਿਰ ਮੈਂ ਪਾਣੀ ਜਿਹਾ ਪੀ ਕੇ ਹਿੰਮਤ ਜੀ ਕਰਕੇ ਕਿਹਾ, ਮੈਂ ਕਿਹਾ ਭਾਜੀ ਇਸ ਤਰ੍ਹਾਂ ਕਰਕੇ ਵੀ ਬੜੂ ਸਾਹਿਬ ਹੈ ਹਿਮਾਚਲ 'ਚ ਤੇ ਵੀ ਉੱਥੇ ਅਕੈਡਮੀ ਹੈਗੀ, ਸਕੂਲ ਹੈਗਾ, ਵੀ ਇਸ ਤਰ੍ਹਾਂ ਉੱਥੇ ਕੰਮ ਕਰਕੇ ਵੀ ਬੱਚੇ ਪੜ੍ਹਾ ਦਿੰਦੇ ਨੇ। ਕਹਿੰਦੇ ਅੱਗੇ ਉਹ ਨਹੀਂ ਰਹੇ ਤੇ ਫਿਰ ਤੂੰ ਬੱਚਿਆਂ ਨੂੰ ਵੀ ਲੈ ਕੇ ਚਲੇ ਜਾਏਂਗੀ। ਮੈਂ ਕਿਹਾ ਮੈਂ ਇਹਨਾਂ ਦੀ ਪੜ੍ਹਾਈ ਦੀ ਖਾਤਰ ਹੀ ਜਾਣਾ ਹੈਗਾ, ਵੀ ਇੱਥੇ ਵੀ ਕੋਈ ਮੈਨੂੰ ਹਾਲਾਤ ਨਹੀਂ ਗੇ ਦਿਸਦੇ ਹੈਗੇ ਵੀ ਮੈਂ ਕਿੱਥੇ ਪੜ੍ਹਾਵਾਂ, ਇੱਥੇ ਵੀ ਕੋਈ ਸਕੂਲ ਵਧੀਆ ਨਹੀਂ, ਸਾਰੇ ਐਂ ਕਹਿੰਦੇ ਨੇ ਵੀ ਇੱਥੇ ਨਾ ਤੂੰ ਰਹਿ। ਚੱਲ ਉਹਨਾਂ ਨੇ ਮੈਨੂੰ ਨਾ ਹਾਂ ਕਹੀ ਨਾ ਕਹੀ ਤੇ ਮੈਂ ਫਿਰ ਆ ਗਈ ਇੱਥੋਂ। ਆ ਗਈ ਤੇ ਮੇਰਾ ਭਰਾ ਇੱਕ ਤਾਂ ਕਹਿੰਦਾ ਸੀ ਵੀ ਨਰਸਿੰਗ ਦਾ ਕਰਾਉਣਾ ਹੈਗਾ ਕੋਰਸ, ਵੀ 10ਵੀਂ ਦੇ ਪੇਪਰ ਦਿੱਤੇ ਪ੍ਰਾਈਵੇਟ। ਫਿਰ ਦੁਬਾਰਾ ਮੈਂ 8 ਹੀ ਪੜ੍ਹੀ ਹੋਈ ਸੀਗੀ। ਜਦੋਂ ਇੱਕ ਕਹਿੰਦਾ ਵੀ ਨਹੀਂ ਬੱਸਾਂ 'ਚ ਜਾਣਾ ਆਉਣਾ, ਵੀ ਲੋਕ ਗੱਲਾਂ ਬਣਾਉਂਦੇ ਨੇ ਵੀ ਇਹਨਾਂ ਦੀ ਭੈਣ ਇਸ ਤਰ੍ਹਾਂ ਹੈਗੀ। ਤੇ ਚੱਲ ਬੜੂ ਸਾਹਿਬ ਵੀ ਵਧੀਆ ਹੈਗਾ, ਉੱਥੇ ਸਿਸਟਮ ਵਧੀਆ ਹੈਗਾ, ਨਾ ਕੋਈ ਉੱਥੇ ਕੋਈ ਕਿਸੇ ਗੱਲ ਦਾ ਨਹੀਂ ਹੈਗਾ ਗਾ। ਤੇ ਚੱਲ ਫਿਰ ਮੇਰਾ ਭਰਾ ਤੇ ਇੱਕ ਨਾਲ ਸਾਡੇ ਮਿਸਤਰੀਆਂ ਦੀ ਕੁੜੀ ਸੀ, ਉਹਨੂੰ ਨਾਲ ਭੇਜਿਆ ਤੇ ਮੈਨੂੰ ਮੇਰਾ ਭਰਾ ਛੱਡ ਕੇ ਆ ਗਿਆ ਉੱਥੇ। ਤੇ ਬਾਬਾ ਜੀ ਨੇ ਇਹਦਾ ਵੀ ਵੱਡਾ ਬੇਟਾ ਮੇਰਾ 4th ਸੀਗਾ ਤੇ 5th ਦਾ ਟੈਸਟ ਲੈ ਲਿਆ, ਇਹਦਾ ਕਲੀਅਰ ਨਾ ਹੋਇਆ। ਤੇ ਉਦੋਂ ਇੰਨੀ ਸਮਝ ਨਹੀਂ ਸੀ ਕਿ ਮੈਨੂੰ ਵੀ ਮੈਂ ਇਹਦੀ ਪਿੱਛੇ ਕਲਾਸ ਕਰਾ ਦਾਂ, ਹੈ ਨਾ। ਤੇ ਉਂਝ ਮੈਨੂੰ ਇੰਝ ਹੋਵੇ ਵੀ ਜੇ ਇਹਦੇ ਵਿੱਚ ਨਾ, ਬਾਬਾ ਜੀ ਕਹਿੰਦੇ ਵੀ ਇੱਕ ਇੱਥੇ ਹਿੰਦੀ ਮੀਡੀਅਮ ਸਕੂਲ ਹੈ ਵੀ ਆਪਾਂ ਇਹਨੂੰ ਉੱਥੇ ਪਾ ਦਿੰਦੇ ਹੈਗੇ। ਮੈਂ ਕਿਹਾ ਬਾਬਾ ਜੀ ਫਿਰ ਇੰਝ ਹੋ ਜਾਊਗਾ, ਇੱਕ ਬੱਚਾ ਇੰਗਲਿਸ਼ ਵਿੱਚ ਪੜ੍ਹਦਾ, ਇੱਕ ਹਿੰਦੀ ਮੀਡੀਅਮ ਵਿੱਚ। ਬਾਬਾ ਜੀ ਕਹਿੰਦੇ ਬੇਟਾ ਮੈਂ ਵੀ ਹਿੰਦੀ ਮੀਡੀਅਮ ਵਿੱਚ ਹੀ ਪੜ੍ਹਿਆ ਹੋਇਆ ਹੈਗਾ, ਵੀ ਚੱਲ ਕੋਈ ਗੱਲ ਨਹੀਂ। ਮੈਂ ਕਿਹਾ ਵੀ ਫਿਰ ਮੈਂ ਬੇਟੇ ਨਾਲ ਗੱਲ ਕਰੀ, ਜਦੋਂ ਬੇਟਾ ਕਹਿੰਦਾ ਮੰਮੀ ਇੱਕ ਤਾਂ ਤੇਰੇ ਤੋਂ 2 ਦਾ ਕੰਮ ਲੈਣਗੇ, ਛੋਟਾ ਜਿਹਾ ਸੀਗਾ। ਤੇ ਕਹਿੰਦਾ ਫਿਰ ਮੈਂ ਸਰਕਾਰੀ ਸਕੂਲ 'ਚ ਹੀ ਠੀਕ ਹਾਂ ਕਹਿੰਦਾ। ਤੇ ਮੈਂ ਕਿਹਾ ਚੱਲ ਠੀਕ ਹੈ। ਫਿਰ ਬਾਬਾ ਜੀ ਕਹਿੰਦੇ ਵੀ ਤੇਰੇ ਪੇਕੇ ਨੇ ਉੱਥੇ ਮਸਤੂਆਣਾ ਸਾਹਿਬ ਨੇੜੇ ਪੈਂਦਾ ਤੇ ਆਪਾਂ ਇਹਦਾ ਉੱਥੇ ਕਰਾ ਦਿੰਦੇ ਹਾਂ ਐਡਮਿਸ਼ਨ। ਤੇ ਚੱਲ ਫਿਰ ਇਹਦਾ ਵੀ ਮਸਤੂਆਣਾ ਸਾਹਿਬ ਕਰਵਾਤਾ ਵੱਡੇ ਬੇਟੇ ਦਾ। ਛੋਟਾ ਫਿਰ ਮੇਰਾ ਉੱਥੇ ਅਸੀਂ ਦੋਨੇ ਰਹੇ। ਉੱਥੇ ਫਿਰ ਜੋ ਮੈਨੂੰ ਸੇਵਾ ਮਿਲਦੀ ਸੀ ਮੈਂ ਕਰਦੀ ਸੀਗੀ। ਕੀ ਕਰਦੇ ਹੁੰਦੇ ਸੀ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ? ਕੀ ਕੁਛ ਕਰਨਾ? ਮੈਂ ਵੀ ਪਹਿਲੋਂ ਤਾਂ ਮੈਂ ਜਦੋਂ ਗਈ ਸੀ ਮੈਨੂੰ ਸੀਨੀਅਰ ਬੁਆਏ 'ਚ ਡਿਊਟੀ ਦੇਤੀ, ਵੀ ਉਹਨਾਂ ਨੂੰ ਬੱਚਿਆਂ ਨੂੰ ਸਵੇਰੇ ਵੀ 3-3:30 ਵਜੇ ਉਠਾਉਣਾ। ਪਹਿਲੋਂ 3 ਵਜੇ ਮੈਂ ਉੱਠ ਕੇ ਗੀਜ਼ਰ ਲਾਉਣੇ ਤੇ ਫਿਰ ਉਹਨਾਂ ਨੂੰ 4 ਵਜੇ ਅਸੀਂ ਬੱਚਿਆਂ ਨੂੰ ਉਠਾਉਂਦੇ ਸੀਗੇ। ਫਿਰ 4:30 ਬੱਚਿਆਂ ਨੂੰ 4:45 ਤੱਕ ਵੀ ਦਰਬਾਰ ਸਾਹਿਬ ਭੇਜਣਾ ਉਹਨਾਂ ਨੂੰ। ਤੇ ਨਾਲ ਦਿਲ ਕਰਦਾ ਹੁੰਦਾ ਸੀ ਉੱਠਣ ਨੂੰ, ਇਹ ਕੁਛ ਕਰਨ ਨੂੰ? ਬਸ ਬੱਚਿਆਂ ਦੀ ਖਾਤਰ ਮੈਨੂੰ ਇਹ ਸੀ, ਮੈਂ ਸਾਰਾ ਕੁਝ ਹੱਟ ਨਾ ਕਰ ਰਹੀ ਸੀਗੀ। ਮੈਂ ਕਿਹਾ ਵੀ ਬੱਚੇ ਪੜ੍ਹਾਉਣੇ ਨੇ, ਪਰ ਮਨ ਤਾਂ ਰੋਂਦਾ ਸੀ ਅੰਦਰੋਂ ਵੀ ਜਦੋਂ ਮੈਂ ਇੱਕਦਮ ਵੀ ਸੀਨੀਅਰ ਮੁੰਡਿਆਂ 'ਚ ਚਲੀ ਗਈ। ਮੇਰੀ ਉਮਰ ਵੀ ਉਦੋਂ ਇੰਨੀ ਨਹੀਂ ਸੀ ਹੈਗੀ ਗੀ। ਤੇ ਤੁਹਾਨੂੰ ਪਤਾ ਹੀ ਹੈ ਜਦੋਂ ਬੱਚੇ ਵੱਡੇ ਹੁੰਦੇ ਨੇ ਫਿਰ ਦੁੱਖ ਤਾਂ ਲੱਗਦਾ ਹੀ ਹੈ। ਵੀ ਕਿੱਥੇ ਤਾਂ ਸਾਡੇ ਵੀ ਕਹਿ ਦਿੰਦੇ ਸੀ ਉਹਨੂੰ, ਜਿਹੜਾ ਸਾਡੇ ਘਰ 'ਚ ਕੰਮ ਆ ਸੀ, ਮੇਰੀ ਸੱਸ ਨੇ ਕਹਿਣਾ ਤੁਸੀਂ ਰੋਟੀ ਨਹੀਂ ਫੜਾਉਣੀ, ਜੇ ਅਸੀਂ ਘਰ ਨਾ ਹੋਈਏ ਤਾਂ ਅਸੀਂ ਹੀ ਫੜਾਉਣੀ ਹੈਗੀ। ਵੀ ਸਾਡੇ ਪੇਕਿਆਂ ਦੇ ਘਰੇ ਐਵੇਂ ਦੀ ਕੋਈ ਰੋਕ ਟੋਕ ਨਹੀਂ ਸੀ, ਨਾ ਹੀ ਕਦੇ ਸਾਨੂੰ ਕਿਸੇ ਨੇ ਕਿਹਾ ਸੀ। ਉਂਝ ਅਸੀਂ ਕਿਤੇ ਜਾਂਦੇ ਆਉਂਦੇ ਨਹੀਂ ਸੀਗੇ, ਜਿਵੇਂ ਨਾਨਕਿਆਂ ਦਾਦਕਿਆਂ 'ਚ ਨਹੀਂ ਸੀ ਜਾਂਦੇ ਕਿਤੇ, ਤੇ ਘਰ ਹੀ ਰਹਿੰਦੇ ਸੀ। ਪਰ ਐਵੇਂ ਦੀ ਰੋਕ ਟੋਕ ਨਹੀਂ ਸੀ ਵੀ ਘਰ ਬੰਦਾ ਕੰਮ ਆ ਭੁੱਖਾ ਬੈਠਾ ਤੇ ਅਸੀਂ ਉਹਨੂੰ ਰੋਟੀ ਨਹੀਂ ਫੜਾਉਣੀ ਹੈਗੀ, ਇਹ ਚੀਜ਼ ਨਹੀਂ ਸੀ ਹੈਗੀ। ਤੇ ਉੱਥੇ ਹੈਗੀ ਸੀਗੀ। ਤੇ ਫਿਰ ਮੈਨੂੰ ਉਹ ਗੱਲਾਂ ਤਾਂ ਫੀਲ ਹੁੰਦੀਆਂ ਹੀ ਸੀਗੀਆਂ। ਫਿਰ ਇਹ ਹੁੰਦਾ ਸੀਗਾ ਵੀ ਕਿੱਥੇ ਜਦੋਂ ਕਹਿ ਦੇਣਾ ਅੱਜ ਜਿਹੜਾ ਵਕਤ ਹੈ ਉਹ ਹਾਂਜੀ ਮਤਲਬ ਮੈਨੂੰ ਕਿੱਥੇ ਲੈ ਕੇ ਆ ਗਿਆ। ਹਾਂ ਫਿਰ ਮਦਦ ਨਹੀਂ ਹੋਈ ਨਾ, ਕਿਉਂਕਿ ਕਿਸੇ ਜਾਂ ਸਹੁਰੇ ਪਰਿਵਾਰ ਵੱਲੋਂ ਹਾਂਜੀ ਕਿਸੇ ਨੇ ਨਹੀਂ ਮੈਨੂੰ ਕਿਹਾ ਹੀ ਨਹੀਂ। ਮੈਂ ਤੁਹਾਨੂੰ ਦੱਸਿਆ ਵੀ 7 ਮਹੀਨੇ ਬਾਅਦ ਮੈਂ ਆਪੇ ਚਲੀ ਗਈ ਸੀਗੀ ਵੀ ਬੇਕਦਰਿਆਂ ਵਾਂਗੂ। ਤੇ ਮੇਰੇ ਭਰਾ ਨੇ ਕਈ ਵਾਰੀ ਸੋਨੂੰ ਦੇ ਡੈਡੀ ਨੂੰ ਕਹਿਣਾ ਵੀ ਤੂੰ ਇੱਥੇ ਬੱਸ ਚੜ੍ਹਾ ਦਿਆ ਕਰ, ਵੀ ਸਾਡਾ ਪਿੰਡ ਵੀ ਸੜਕ 'ਤੇ ਹੀ ਹੈ ਤੇ ਵੀ ਚਲੋ ਵੀ ਮਿਲ ਇੱਥੇ ਆ ਜਾ ਕਰੂਗੀ। ਤੇ ਜੇ ਤੇਰਾ ਨਹੀਂ ਟਾਈਮ ਲੱਗਦਾ, ਕਿਉਂਕਿ ਖੇਤੀ ਦਾ ਕੰਮ ਕਰਦੇ ਸੀਗੇ। ਤੇ ਕਹਿਣਾ ਨਾ ਕਹਿੰਦਾ ਅਗਲਿਆਂ ਨੂੰ ਪਿਛਲਿਆਂ ਨੂੰ ਪਤਾ ਭਾਵੇਂ ਕੋਈ ਲੈ ਜਾਵੇ। ਫਿਰ ਮੇਰੀ ਇਹ ਗੱਲ ਜੀ ਵੀ ਮਨ 'ਚ ਬਹੁਤ ਆਉਂਦੀ ਹੁੰਦੀ ਸੀ ਵੀ ਅੱਜ ਕਿਹਨੇ ਤੁਹਾਡੇ ਅੱਗੇ ਜਦੋਂ ਤੁਸੀਂ ਬੜੂ ਸਾਹਿਬ ਗਏ ਇਹ ਸ਼ਰਤ ਰੱਖੀ ਗਈ ਸੀ ਵੀ ਤੁਸੀਂ ਸੇਵਾ ਕਰੋਗੇ ਤਾਂ ਤੁਹਾਡੇ ਬੱਚਿਆਂ ਨੂੰ ਪੜ੍ਹਾਇਆ ਜਾਊਗਾ? ਹਾਂਜੀ ਉੱਥੇ ਸੇਵਾ ਤਾਂ ਕਰਨੀ ਪੈਂਦੀ ਹੈ ਫਿਰ। ਤੇ ਜੇ ਨਾ ਜਿਵੇਂ ਤੁਸੀਂ ਹੁਣ ਤੁਹਾਡੇ ਤੇ ਜੋ ਕੁਝ ਬੀਤਿਆ ਸੀ, ਜੋ ਕੁਝ ਤੁਸੀਂ ਸੰਤਾਪ ਹੰਢਾਇਆ, ਤੁਸੀਂ ਵੀ ਚਾਹੁੰਦੇ ਸੀ ਵੀ ਮੈਂ ਮਤਲਬ ਮੈਂ
ਮੈਨੂੰ ਕੋਈ ਨਾ ਬੁਲਾਵੇ ਹੈ ਨਾ, ਮੈਂ ਰੋਣਾ ਵੀ ਚਾਹੁੰਦੀ ਹਾਂ ਹੈ ਨਾ, ਤਾਂ ਮੈਂ ਰੋ ਵੀ ਨਹੀਂ ਸਕਦੀ ਹੈ ਨਾ। ਉਹ ਸਾਰਾ ਕੁਝ ਮਤਲਬ ਆਪਣੇ ਅੰਦਰ ਪੀ ਕੇ ਵੀ ਫਿਰ ਵੀ ਉਹ ਆਪਾਂ ਐਂ ਕਹ ਲਈਏ ਵੀ ਇੱਕ ਪਾਬੰਦੀ ਤਾਂ ਸੀ ਤੁਹਾਡੇ ਤੇ ਵੀ ਹਾਂ ਤੁਸੀਂ ਸੇਵਾ ਕਰੋਗੇ ਤਾਂ ਤੁਹਾਡੇ ਬੱਚੇ ਪੜ੍ਹਾਏ ਜਾਣਗੇ। ਆਪਾਂ ਇੱਥੋਂ ਇਹ ਗੱਲ ਕਹਿ ਲਈਏ ਵੀ ਕੋਈ ਫਰੀ ਨਹੀਂ ਪੜ੍ਹਾਉਂਦਾ। ਨਹੀਂ ਫਰੀ ਨਹੀਂ ਪੜ੍ਹਾਉਂਦਾ ਵੀ, ਪਰ ਇਹ ਮੈਂ ਬਹੁਤ ਬਾਬਾ ਜੀ ਦਾ ਸ਼ੁਕਰਗੁਜ਼ਾਰ ਹਾਂ। ਬਾਬਾ ਜੀ ਵੱਲੋਂ ਸਾਨੂੰ ਕੋਈ ਨਹੀਂ ਸੀ। ਅੱਗੇ ਜੋ ਹੁੰਦੇ ਨੇਗੇ ਤੁਹਾਨੂੰ ਪਤਾ ਹੀ ਹੈ ਵੀ ਕਿਸੇ ਵੀ ਟਰਸਟ ਚਲੇ ਜਾਓ, ਕਿਸੇ ਵੀ ਗੁਰਦੁਆਰੇ ਚਲੇ ਜਾਓ, ਕੋਈ ਸੌਖਾ ਨਹੀਂ ਹੁੰਦਾ ਬਾਹਰ ਕੱਟਣਾ। ਤੁਹਾਡੇ ਅੰਦਰ ਕੀ ਚੱਲ ਰਿਹਾ ਜਾਂ ਤੁਹਾਡੇ ਉੱਪਰ ਕਿਹੋ ਜਿਹੇ ਦੁੱਖਾਂ ਦੇ ਪਹਾੜ ਟੁੱਟੇ ਨੇ, ਉਹ ਸੁਣ ਕੇ ਵੀ ਮਤਲਬ ਅਣਸੁਣੇ ਕਰ ਦਿੱਤੇ ਜਾਂਦੇ ਨੇ ਨਾ। ਜਿਹੜੀ ਤਕਰੀਬਨ ਇਹਨਾਂ ਜਿਹੜੀਆਂ ਕੁਛ ਸੰਸਥਾਵਾਂ ਨੇ ਹੈ ਨਾ, ਮਤਲਬ ਚਾਹੀਦਾ ਤਾਂ ਇਹ ਸੀ ਵੀ ਇੱਕ ਐਡੇ ਤਕੜੇ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਦੀ ਇਹ ਭਰਜਾਈ ਹੈ ਔਰ ਇਹਦਾ ਪਤੀ ਵੀ ਸ਼ਹੀਦ ਹੈ। ਚਾਹੀਦਾ ਤੇ ਅਸੀਂ ਬਹੁਤ ਸਨਮਾਨ ਦੇ ਨਾਲ ਤੁਹਾਨੂੰ ਕਿਹਾ ਜਾਂਦਾ ਬੀਬੀ ਜੀ ਤੁਹਾਡੀ ਮਰਜ਼ੀ ਹੈ, ਤੁਸੀਂ ਕੁਛ ਸੇਵਾ ਕਰਨੀ ਕਰੋ, ਨਹੀਂ ਕਰਨੀ ਨਾ ਕਰੋ। ਸਾਡਾ ਫਰਜ਼ ਆ, ਅਸੀਂ ਆ ਜਿਹੜੇ ਕੌਮ ਦਾ ਖਜ਼ਾਨਾ ਸ਼ਹੀਦ ਸਰਮਾਇਆ ਹੁੰਦੇ ਨੇ, ਅਸੀਂ ਉਹਨਾਂ ਦੇ ਬੱਚਿਆਂ ਨੂੰ ਸਾਂਭਣਾ ਚਾਹੀਦਾ ਤਾਂ ਇਹ ਸੀ ਨਾ। ਲੇਕਿਨ ਗੱਲ ਕੀ ਸੀ, ਗੱਲ ਕੀ ਹੈ, ਜੋ ਅਸਲੀਅਤ ਹੈ ਉਹ ਇਹ ਹੈ ਬਈ ਅਗਰ ਤੁਸੀਂ ਕੁਛ ਕਰੋਗੇ ਤਾਂ ਤੁਹਾਡੇ ਬੱਚੇ ਪੜ੍ਹਾਏ ਜਾਣਗੇ, ਉੱਦਾਂ ਨਹੀਂ ਪੜ੍ਹਾਏ ਜਾਂਦੇ। 18 ਘੰਟੇ ਕੰਮ ਕਰਦੇ ਸੀ, ਐਂ ਨਹੀਂ ਹੈਗਾ ਕਿ 18 ਘੰਟੇ। ਹਾਂਜੀ, ਮੇਰੇ ਨਿਸ਼ਾਨ ਪਏ ਹੋਏ ਨੇ ਪੈਰਾਂ ਤੇ। ਇਹ ਖੜ ਕੇ ਕੰਮ ਡਿਊਟੀਆਂ ਕਰ ਕਰਕੇ ਡਿਊਟੀ ਜੋ ਵੀ ਮਿਲੀ ਹੈ ਉਹੀ ਕਰਦੇ ਨੇ, ਉਹੀ ਉਦੋਂ ਦੇ ਹੋਏ ਹੋਏ ਨੇ ਆ ਸਾਰੇ। ਜਦੋਂ ਸਾਰਾ ਟਾਈਮ ਖੜਨਾ, ਜੇ ਮੈਸੇਜ ਜਾਣਾ ਬੱਚਿਆਂ ਦੇ ਨਾ ਖੜਨਾ, ਪੈਰਾਂ ਤੇ ਨਿਸ਼ਾਨ ਪੈ ਗਏ ਖੜ ਕੇ 18 ਘੰਟੇ। ਪਰ ਕਿਸੇ ਨੂੰ ਦਰਦ ਨਹੀਂ ਆਇਆ ਜਾਂ ਕਿਸੇ ਨੂੰ ਅਹਿਸਾਸ ਹੀ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਕਈ ਸਾਲ ਮੈਂ ਉਹਨਾਂ ਬੱਚਿਆਂ 'ਚ ਹੀ ਡਿਊਟੀ ਕੀਤੀ ਹੈਗੀ। ਇੱਕ ਵੀਰ ਜੀ ਆਉਂਦੇ ਹੁੰਦੇ ਸੀ ਸੌਣ ਵਾਸਤੇ, ਬਾਕੀ ਇੱਕ ਮੇਰੇ ਨਾਲ ਹੋਰ ਸੀ ਲੇਡੀ ਪਾਤੜਾਂ ਦੀ, ਉਹ ਸਫਾਈ ਸਫੂਈ ਕਰਦੀ ਸੀ। ਅਤੇ ਮੈਂ ਬੈੱਡ ਸੈੱਟ ਕਰਨੇ, ਬੈੱਡ ਸੈੱਟ ਉਂਗਲਾਂ ਲੋਹੇ ਦੇ ਬੈੱਡ ਹੁੰਦੇ ਨੇਗੇ, ਬੈੱਡ ਸੈੱਟ ਕਰਨੇ। ਫਿਰ ਜਿਹੜੇ ਉੱਤੇ ਕੋਈ ਦੇਖਣ ਆਉਂਦੀ ਸੀਗੀ, ਦਿੱਲੀ ਤੋਂ ਸੀਗੀ ਆਂਟੀ, ਉਹਨੇ ਕਹਿਣਾ ਆਹ ਨਹੀਂ ਚੰਗੇ, ਵੱਟ ਨਹੀਂ ਕੱਢਿਆ ਹੈਗਾ, ਆਹ ਨਹੀਂ ਕਰਿਆ, ਉਹ ਨਹੀਂ ਕਰਿਆ, ਨੁਕਸ ਕੱਢਣੇ ਬਹੁਤ ਜ਼ਿਆਦਾ। ਵੀ ਤੰਗੀਆਂ ਤਾਂ ਬਹੁਤ ਆਈਆਂ ਨੇਗੀਆਂ, ਪਰ ਮੈਂ ਬਾਬਾ ਜੀ ਨੂੰ ਕੋਈ ਨਹੀਂ ਉਹ ਕਹਿ ਸਕਦੀ। ਮਹਿਸੂਸ ਕਰਦੇ ਹੋ ਨਾ ਵੀ ਤੁਸੀਂ ਚਾਹੇ ਉਹ ਮਤਲਬ ਇਹ ਹੈ ਵੀ ਹਾਂ ਅਸੀਂ ਜੀ ਮਦਦ ਕਰਦੇ ਹਾਂ ਸਿੱਖ ਪਰਿਵਾਰਾਂ ਦੀ ਜਾਂ ਸ਼ਹੀਦ ਪਰਿਵਾਰਾਂ ਦੀ, ਪਰ ਮਤਲਬ ਆਪਣਾ ਆਪ ਤਾਂ ਉੱਥੇ ਤੋੜਨਾ ਪੈਂਦਾ ਹੈ ਨਾ। ਇਹ ਤਾਂ ਤੁਸੀਂ ਇਸ ਚੀਜ਼ ਦੇ ਗਵਾਹ ਹੋ ਨਾ ਕਿ 18 ਘੰਟੇ ਤੁਸੀਂ ਕੰਮ ਕੀਤਾ ਹੈ ਨਾ। ਉਸ ਤੋਂ ਬਾਅਦ ਤਾਂ ਬੱਚੇ ਪੜ੍ਹਾਏ। ਮੇਰੀ ਲੰਗਰ 'ਚ ਡਿਊਟੀ ਲੱਗ ਗਈ। ਲੰਗਰ ਦੇ ਵਿੱਚ ਅਸੀਂ 2:30 ਵਜੇ ਉੱਠ ਕੇ ਪਹਿਲੋਂ 3 ਪੂਰ ਦੇਗ ਦੇ ਬਣਾਈ ਦੇ ਸੀਗੇ, ਬੱਚਿਆਂ ਵਾਸਤੇ ਦੇਗ ਬਣਦੀ ਸੀ। ਪਹਿਲੋਂ ਰਾਤ ਦੇ ਉਹਦੀ ਬਣਦੀ ਸੀਗੀ, ਜਿਹੜਾ ਰਾਤ ਨੂੰ ਨਿਤ ਸੌਂਦੇ ਕਿੰਨੇ ਵਜੇ ਸੇਵਾਦਾਰ 2:30 ਵਜੇ ਤਾਂ ਉੱਠਦੇ, ਸੌਂਦੇ ਕਿੰਨੇ ਵਜੇ? ਸੁੱਤੇ ਹੀ ਨਹੀਂ ਗਏ, ਬਸ ਜਿਹੜਾ ਟਾਈਮ ਉੱਥੇ ਰੌਲਾ ਰੱਪਾ ਹੀ ਹੁੰਦਾ ਸੀ ਨੀਂਦਾਂ। ਕਿੰਨੇ ਸਾਲ? 24 ਸਾਲ ਹੀ ਹੈ ਬਸ। 24 ਸਾਲ ਫਿਰ ਇੱਦਾਂ ਹੀ ਗੁਜ਼ਾਰੇ। ਹਾਂਜੀ, ਅਤੇ 2:30 ਵਜੇ ਉੱਠ ਕੇ ਅਸੀਂ ਪਹਿਲਾਂ ਦੇਗ ਬਣਾਉਣੇ 3 ਪੂਰ। ਇੱਕ ਬੀਬੀ ਸੀ ਮੇਰੇ ਨਾਲ, ਉਹ ਤੇ ਉਹਨੇ ਵੀ ਮੈਨੂੰ ਇੰਨੀਆਂ ਤੰਗੀਆਂ ਦੇਣੀਆਂ। ਜੇ ਮੈਂ ਜਿਵੇਂ ਦੇਗ ਵਾਲੇ ਭਾਂਡੇ ਪਰਾਤ ਮਾਂਜ ਕੇ ਲਿਆਉਣੀ, ਕਈ ਵਾਰੀ ਕੰਧ ਨਾਲ ਲੱਗ ਜਾਣੀ, ਫਿਰ ਉਹਨੇ ਕਹਿਣਾ ਦੁਬਾਰਾ ਮਾਂਜ ਕੇ ਲਿਆ। ਅਤੇ ਠੰਡਾ ਪਾਣੀ, ਬਰਫ਼ ਵਰਗਾ ਪਾਣੀ ਹੁੰਦਾ ਪਾਣੀ ਦਾ, ਪਹਾੜਾਂ ਦਾ, ਫਿਰ ਮੈਂ ਉਹ ਦੁਬਾਰਾ ਮਾਂਜਣੇ। ਫਿਰ ਇੰਨੀ ਉੱਚੀ ਮਸ਼ੀਨ ਸੀਗੀ ਅਤੇ ਆਟਾ ਗੁੰਨਣਾ। 3 ਪੀਪੇ ਮੇਰੇ ਆਪਰੇਸ਼ਨ ਹੋਏ ਸੀ, ਬੱਚੇ ਆਪਰੇਸ਼ਨਾਂ ਨਾਲ ਹੋਏ ਸੀਗੇ। ਅਤੇ ਫਿਰ ਮੈਂ ਜਦੋਂ ਪੀਪਾ ਭਰ ਕੇ ਆਟਾ ਐਂ ਕਰਕੇ ਮਸ਼ੀਨ 'ਤੇ ਪਾਉਣਾ, ਸਾਰਾ ਜ਼ੋਰ ਤਾਂ ਪੈਂਦਾ ਹੀ ਸੀ। ਫਿਰ ਪਾਣੀ ਵੀ ਪਾਉਣਾ, ਫਿਰ ਆਟਾ ਗੁੰਨ ਕੇ ਅਤੇ ਅੱਗੇ ਇੰਨਾ ਉੱਚਾ ਥੜਾ ਸੀਗਾ ਅਤੇ ਥੱਲੇ ਪੌੜੀ ਲਾ ਕੇ ਫਿਰ ਆਟਾ ਇੱਕ ਬਣੀ ਹੋਈ ਸੀ ਲੋਹੇ ਦੀ ਟਰੋਲੀ ਜੀ, ਉਹਦੇ ਵਿੱਚ ਪਾ ਕੇ ਲਿਆ ਕੇ ਫਿਰ ਮੈਂ ਤਵੀ 'ਤੇ ਅੱਗ ਬਾਲਣੀ। ਪਹਿਲਾਂ 3 ਪੂਰ ਦੇਗ ਦੇ ਨਾਲ ਬਣਾ ਕੇ ਫਿਰ ਕਹਿੰਦੀ ਆਟਾ ਗੁੰਨ। ਮਤਲਬ ਮਨ 'ਚ ਬੀਬੀ ਮਨਜੀਤ ਕੌਰ ਜੀ ਮੈਨੂੰ ਸੱਚ ਦੱਸਿਓ, ਤੁਸੀਂ ਇੰਨਾ ਕੁਛ ਦੁੱਖ ਹੰਢਾਇਆ, ਸੰਤਾਪ ਹੰਢਾਇਆ, ਇੰਨਾ ਕੁਛ ਦੁੱਖਾਂ ਦੇ ਪਹਾੜ ਤੁਹਾਡੇ 'ਤੇ ਟੁੱਟੇ, ਜਦੋਂ ਤੁਸੀਂ ਬੱਚਿਆਂ ਦੀ ਖਾਤਰ ਇਹ ਕੁਛ ਕਰ ਰਹੇ ਸੀ, ਤੁਸੀਂ ਸਭ ਕੁਝ ਸਮਝਦੇ ਸੀ, ਜਾਣਦੇ ਸੀ ਕਿ ਲੋਕਾਂ ਨੂੰ ਮੇਰਾ ਦੁੱਖ ਵੀ ਪਤਾ, ਦਰਦ ਵੀ ਪਤਾ, ਉਹਦੇ ਬਾਵਜੂਦ ਤੁਹਾਡੀ ਫਿਰ ਵੀ ਉੱਥੇ ਮਦਦ ਥੋੜ੍ਹੀ ਕਰ ਰਿਹਾ ਸੀ ਕੋਈ? ਕੀ ਕਰ ਰਿਹਾ ਸੀ ਕੋਈ? ਨਹੀਂ, ਕਿਸੇ ਨੂੰ ਕੋਈ ਪਰਵਾਹ ਤਾਂ ਨਹੀਂ ਸੀ ਬੀਬੀ ਮਨਜੀਤ ਕੌਰ ਦੇ ਉੱਤੇ ਕੀ ਗੁਜ਼ਰੀ? ਫਿਰ ਤਾਂ ਜਿਸ ਤਨ ਲਾਗੇ ਸੋ ਤਨ ਜਾਣੇ ਨਾ। ਫਿਰ ਉਦੋਂ ਗੈਸ ਨਹੀਂ ਸੀ ਹੁੰਦੀ, ਲੱਕੜਾਂ ਦੀ ਅੱਗ ਬਾਲਣੀ, ਅਤੇ ਜੇ ਮੈਂ ਵੀ ਤੇਲ ਪਾ ਕੇ ਅੱਗ ਬਾਲਣੀ ਅਤੇ ਬੀਬੀ ਨੇ ਕਹਿਣਾ ਘਰੇ ਜਿਵੇਂ ਐਂ ਹੀ ਖਰਚਾ ਕਰਦੀਆਂ ਨੇ, ਇਹਨਾਂ ਵਿੱਚ ਤੇਲ ਪਾਤਾ। ਉਹਨੇ ਬੜਾ ਹੀ ਬੋਲਣਾ ਸਵੇਰੇ। ਆਹ ਕੁਛ ਹੁੰਦਾ ਸਾਡੇ ਅਦਾਰਿਆਂ ਦੇ ਵਿੱਚ, ਬਹੁਤ ਥਾਈਂ ਐਸਾ ਕੁਛ ਹੁੰਦਾ ਹੈ।
ਨਾ ਉੱਥੇ ਕਿਸੇ ਦਾ ਦੁੱਖ ਜਾਣਿਆ ਜਾਂਦਾ, ਨਾ ਦਰਦ ਸਮਝਿਆ ਜਾਂਦਾ। ਬਸ ਹਾਂ ਵੀ ਇੱਕ ਚੌਧਰ ਜ਼ਰੂਰ ਹੁੰਦੀ ਹੈ ਜਿਹੜੇ ਅੱਗੇ ਰੱਖੇ ਹੁੰਦੇ ਨੇ ਵੀ ਹਾਂ ਇਹ ਤੋਂ ਕੰਮ ਅਸੀਂ ਲੈਣਾ। ਉਹ ਕਿਸ ਹਾਲਾਤ 'ਚੋਂ ਗੁਜ਼ਰ ਕੇ ਆਈ ਹੈ ਬੀਬੀ ਮਨਜੀਤ ਕੌਰ, ਉਹਦੇ ਨਾਲ ਕਿਸੇ ਨੂੰ ਕੋਈ ਵਾਸਤਾ ਨਹੀਂ। ਪੁੱਤ ਪੜ੍ਹਾਉਣੇ ਸੀ, ਉਹਦੇ ਲਈ ਫੇਰ ਆਪਣੇ ਆਪ ਨੂੰ ਤੋੜਿਆ, ਸੌਂ ਕੇ ਨਹੀਂ ਵੇਖਿਆ। 24 ਸਾਲ ਥੋੜ੍ਹੀ ਬਹੁਤ ਨੀਂਦ, 2:30 ਵਜੇ ਉੱਠ ਜਾਣਾ, 10-11 ਵਜੇ ਰਾਤ ਨੂੰ ਪੈਣਾ। ਕਿੰਨੀ ਨੀਂਦ ਆਉਂਦੀ ਹੋ? 2 ਘੰਟੇ। ਇਹ ਸਾਰਾ ਕੁਛ ਚੱਲਿਆ ਇੱਕ ਕਿਹਦੇ ਨਾਲ? ਇੱਕ ਸ਼ਹੀਦ ਦੀ ਪਤਨੀ ਔਰ ਇੱਕ ਖਾੜਕੂ ਸਫਾ ਦੇ ਵਿੱਚ ਚੋਟੀ ਦਾ ਜੋ ਨਾਮ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ ਦੀ ਭਰਜਾਈ ਦੇ ਨਾਲ ਆਹ ਕੁਝ ਹੋਇਆ, ਆਹ ਕੁਝ ਵਾਪਰਿਆ। ਸੁਣ ਰਹੇ ਹੋ ਤੁਸੀਂ। ਫਿਰ ਜਦੋਂ ਮੈਂ ਵੀ ਜ਼ੋਰ ਦਾ ਕੰਮ ਕਰਨਾ, ਫਿਰ ਆਟਾ ਰੱਖਣਾ, ਫਿਰ ਆਟਾ ਰੱਖ ਕੇ ਇੰਨੇ ਨੂੰ ਦੂਜੀਆਂ ਬੀਬੀਆਂ ਨੇ ਆ ਜਾਣਾ, ਫਿਰ ਕਹਿੰਦੇ ਚਾਹ ਬਣਾ ਕੇ ਫਿਰ ਮੈਂ ਉਹਦੇ ਵਿੱਚ ਟੈਂਕੀ 'ਤੇ ਪਾ ਕੇ ਰੱਖਣੀ। ਫਿਰ ਉਹਨਾਂ ਦੇ ਨਾਲ ਰੋਟੀਆਂ ਬਣਾਉਣੀਆਂ, ਰੋਟੀਆਂ ਬਣਾ ਕੇ ਫਿਰ ਜਿਹੜੀਆਂ ਬਚ ਕੇ ਆਉਂਦੀਆਂ ਫਿਰ ਕਹਿੰਦੀ ਉਹ ਸੁਕਾ ਕੇ ਅਤੇ ਫਿਰ ਮੈਂ 9-10 ਵੱਜ ਜਾਂਦੇ, ਫਿਰ ਮੈਂ ਜਾ ਕੇ ਬਹਿ ਜਾਂਦੀ ਉੱਥੇ, ਫਿਰ ਸੌਂਦੀ ਸੀ ਜਾ ਕੇ। ਫਿਰ ਦੁਪਹਿਰ ਦਾ ਸ਼ੁਰੂ ਹੋ ਜਾਂਦਾ ਸੀਗਾ। ਹੋਰ ਬੜੂ ਸਾਹਿਬ ਤੋਂ ਬਿਨਾਂ ਵੀ ਕਿਸੇ ਹੋਰ ਟਰਸਟ ਵਿੱਚ ਰਹੇ, ਕਿਸੇ ਹੋਰ ਸੰਸਥਾ 'ਚ ਰਹੇ ਤੁਸੀਂ? ਨਹੀਂ, ਉੱਥੇ ਹੀ ਰਹੀ ਹਾਂ ਮੈਂ 24 ਸਾਲ। ਅਤੇ ਇਹਨਾਂ 24 ਸਾਲ ਤਾਂ ਤੁਸੀਂ ਉੱਥੇ ਰਹੇ। 99 'ਚ ਸ਼ਹੀਦੀ ਹੋ ਜਾਂਦੀ ਹੈ। ਹਾਂਜੀ। 18 'ਚ ਆਈ ਹਾਂ ਜੀ ਉੱਥੋਂ ਮੈਂ। 11 ਤੇ 21 ਉਹ 32 ਸਾਲ ਉਹ ਹੋ ਗਏ। ਹਾਂਜੀ। ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਬੀਬੀ ਮਨਜੀਤ ਕੌਰ ਜੀ ਕਿ ਇਹਨਾਂ 32 ਸਾਲਾਂ ਦੇ ਵਿੱਚ ਇਸ ਸ਼ਹੀਦ ਦੀ ਪਤਨੀ ਔਰ ਇੱਕ ਚੋਟੀ ਦੇ ਸ਼ਹੀਦ ਜਰਨੈਲ ਦੀ ਭਰਜਾਈ ਬੀਬੀ ਮਨਜੀਤ ਕੌਰ ਦੀ ਕਿਸੇ ਨੇ ਸਾਰ ਲਈ? ਮੈਂ ਤਾਂ ਬਰਦਾਸ਼ਤ ਕਰ ਲਿਆ ਸੀ, ਪਰ ਹੁਣ ਜਦੋਂ ਲੋਕੀ ਗੱਲਾਂ ਕਰਦੇ ਨੇ ਉਹ ਨਹੀਂ ਬਰਦਾਸ਼ਤ ਹੁੰਦਾ। ਕੀ ਕਰਦੇ ਗੱਲਾਂ ਲੋਕੀ? ਹੁਣ ਨਨਾਣ ਮੇਰੀ ਨੇ ਕਹਿਤਾ ਸੀ, ਕਹਿੰਦੀ ਵੀ ਐਵੇਂ ਕੋਈ ਗੱਲ ਜੀ ਹੋਈ, ਕਹਿੰਦੀ ਆਖੇ ਇੱਕ ਵਾਰੀ ਫੋਨ ਕੀਤਾ ਬੇਟੇ ਮੇਰੇ ਨੂੰ, ਜੋ ਕੋਈ ਗੱਲ ਕਰਦੀਆਂ ਸੀ ਮੈਂ ਨੰਬਰ ਲਿਖ ਕੇ ਵੀ ਆਉਂਦੀ ਅਤੇ ਨੰਬਰ ਮੈਂ ਉਹਨਾਂ ਨੂੰ ਦੱਸਦੀ ਵੀ ਆਹ ਮੇਰਾ ਨੰਬਰ ਹੈ, ਮੈਨੂੰ ਨਾ ਫੋਨ ਕਰਦੇ, ਮੇਰੇ ਬੇਟੇ ਨੂੰ ਫੋਨ ਕਰਦੇ ਇਸ ਨੂੰ। ਇਹ ਬਹੁਤ ਜ਼ਿਆਦਾ ਭੋਲਾ ਜਿਹਾ, ਇਹਨੇ ਮੈਨੂੰ ਅੱਗੇ ਸੁਨੇਹਾ ਲਾਉਣਾ ਮੰਮੀ ਇਸ ਕਰਕੇ ਭੂਆ ਜੀ ਦਾ ਫੋਨ ਆਇਆ ਹੈਗਾ। ਕੀ ਕਹਿੰਦੇ ਹੁੰਦੇ ਸੀ ਉਹ? ਅਸੀਂ ਜ਼ਮੀਨ ਵੇਚਣੀ ਸੀ, ਮੇਰੇ ਬੇਟੇ ਨੇ ਕਿਹਾ ਵੀ ਜ਼ਮੀਨ ਵੇਚ ਕੇ ਉਹਨੂੰ ਕੋਈ ਚਾਹੀਦੇ ਸੀ ਪੈਸੇ। ਅਤੇ ਵੀ ਮੈਂ ਕਿਹਾ ਵੀ ਇਹਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਨਾ ਹੀ ਮੈਨੂੰ ਕੋਈ ਕਹਾਣੀ ਆਪਣੀ ਦੱਸਦੀ ਹੋਈ ਆ। ਮੇਰੇ ਬੇਟੇ ਨੂੰ ਕੋਈ ਗੱਲ ਦਾ ਨਹੀਂ ਪਤਾ, ਵੱਡੇ ਨੂੰ ਸਾਰਾ ਪਤਾ। ਮੈਨੂੰ ਕਦੇ ਦੱਸਿਆ ਹੀ ਨਹੀਂ ਵੀ ਮੈਂ ਤਾਂ ਚੱਲ ਦੁੱਖ ਹੰਡਾਉਣੀ ਹੈ ਇਹਨਾਂ ਨੂੰ, ਮੈਂ ਕਿਉਂ ਦੁਖੀ ਕਰਾਂ ਵੀ ਚੱਲ ਇਹ ਤਾਂ ਆਪਦਾ ਖੁਸ਼ ਰਹਿਣ। ਅਤੇ ਉਹ ਫਿਰ ਮੈਨੂੰ ਇਸ ਤਰ੍ਹਾਂ ਹੀ ਗੱਲ ਕਰਨ ਲੱਗ ਗਈ ਅਤੇ ਕਹਿੰਦੀ ਹੈ ਕਿ ਵੀ ਸੋਨੂ ਦਾ ਫੋਨ ਆ ਜਾਂਦਾ, ਵੱਡੇ ਦਾ ਨਾਂ ਸੋਨੂ ਹੈ। ਮੈਂ ਕਿਹਾ ਹਾਂ ਗੋਲਡੀ ਦਾ, ਠੀਕ ਹੈ। ਕਹਿੰਦੀ ਫੋਨ ਨਹੀਂ ਕਰਦੇ। ਮੈਂ ਕਿਹਾ ਵੀ ਤੁਸੀਂ ਭੈਣ ਜੀ ਮਿਸ ਕਾਲ ਮਾਰ ਲਿਆ ਕਰੋ। ਕਹਿੰਦੀ ਆਪੇ ਤਾਂ ਤੂੰ ਰੋਕਿਆ ਸੀਗਾ। ਮੈਂ ਕਿਹਾ ਮੈਂ ਰੋਕਿਆ ਨਹੀਂ ਹੈਗਾ। ਮੈਂ ਕਿਹਾ ਵੀ ਮੈਂ ਤਾਂ ਇਹ ਗੱਲ ਕਹੀ ਹੈ ਵੀ ਜਿਹੜੀ ਗੱਲ ਕਰਨ ਵਾਲੀ ਹੁੰਦੀ ਹੈ ਵੱਡਿਆਂ ਦੇ ਕਰਨ ਵਾਲੀ, ਉਹ ਮੇਰੇ ਨਾਲ ਗੱਲ ਕਰ ਲਿਆ ਕਰੋ। ਬੱਚੇ ਨੂੰ ਨਹੀਂ ਵੀ ਯਾਦ ਰਹਿੰਦਾ ਉਹਦੇ, ਉਹ ਭੋਲਾ ਜਿਹਾ ਹੈਗਾ ਵੀ ਉਹ, ਮੈਂ ਕਿਹਾ ਇੰਨੀ ਸੀਰੀਅਸ ਨਹੀਂ ਗੱਲ ਲੈਂਦਾ, ਤੁਸੀਂ ਮੇਰੇ ਨਾਲ ਕਰ ਲਿਆ ਕਰੋ। ਅਤੇ ਕਹਿੰਦੀ ਆਖੇ ਤੇਰੇ ਭਰਾਵਾਂ ਨੇ ਤੈਨੂੰ ਗੁਰਦੁਆਰੇ ਭੇਜਿਆ। ਮੈਂ ਕਿਹਾ ਮੈਨੂੰ ਮੇਰੇ ਭਰਾਵਾਂ ਨੇ ਗੁਰਦੁਆਰੇ ਨਹੀਂ ਭੇਜਿਆ, ਵੀ ਮੈਂ ਖੁਦ ਆਪ ਗਈ ਸੀ। ਮੈਂ ਵੀ ਮੇਰੇ ਭਰਾਵਾਂ 'ਤੇ ਬੋਝ ਬਣਨਾ ਨਹੀਂ ਸੀ ਚਾਹੁੰਦੀ ਹੈਗੀ। 5 ਸਾਲ ਤਾਂ ਮੈਂ ਉੱਥੇ ਰਹੀ ਸੀ। ਫਿਰ ਮੈਂ ਕਿਹਾ ਮੇਰੇ ਭਰਾ ਵਿਆਹੁਣ ਵਾਲੇ ਸੀ, ਇੱਕ ਵਿਆਹਿਆ ਹੋਇਆ ਸੀਗਾ। ਅਤੇ ਮੈਂ ਕਿਹਾ ਵੀ ਉਹ ਅਗਲਾ ਕਹਿੰਦਾ ਵੀ 2 ਬੱਚੇ ਲੈ ਕੇ ਬੈਠੀ ਹੈ, ਰਿਸ਼ਤਾ ਨਹੀਂ ਕੋਈ ਕਰਦਾ। ਅਗਲਾ ਕਹਿੰਦਾ ਵੀ ਇਹਦੇ ਤਾਂ ਅੱਗੇ ਬੈਠੀ ਹੈ, ਭੈਣ ਬੈਠੀ ਹੈ ਘਰ 'ਚ। ਅਤੇ ਕਹਿੰਦੀ ਮੈਂ ਕਿਹਾ ਵੀ ਹੁਣ ਤਾਂ ਤੁਸੀਂ ਮੇਰੇ ਭਰਾਵਾਂ ਦਾ ਖਹਿੜਾ ਛੱਡ ਦਿਓ, ਵੀ ਮੈਂ ਭਰਾਵਾਂ ਨੂੰ ਨਹੀਂ ਬਰਦਾਸ਼ਤ ਕਰ ਸਕਦੀ, ਕਿਉਂਕਿ ਉਹਨਾਂ ਨੇ ਜੋ ਮੇਰੇ ਨਾਲ ਸੰਘਰਸ਼ ਮੇਰੇ ਨਾਲ ਕੱਟਿਆ ਹੈਗਾ, ਅਤੇ ਉਹਨਾਂ ਨੂੰ ਕੋਈ ਮਾੜਾ ਚੰਗਾ ਕਹਿੰਦਾ ਵੀ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਹੈਗੀ। ਸਾਰਾ ਕੁਛ ਤਾਂ ਉਹਨਾਂ ਨੇ ਮੇਰਾ ਕੀਤਾ ਹੈਗਾ, ਵੀ ਮੈਂ ਤਾਂ ਇੰਨੇ ਜੋਗੇ ਹੈ ਹੀ ਨਹੀਂ ਸੀ, ਕਦੇ ਬਾਹਰ ਨਿਕਲੇ ਨਹੀਂ ਸੀਗੇ। ਫਿਰ ਕਹਿੰਦੀ ਮਰ ਤਾਂ ਕਹਿੰਦੀ ਸਾਡੇ ਹੀ ਗਏ ਨੇਗੇ। ਨਹੀਂ ਤੇ ਤੁਹਾਡਾ ਕੁਛ ਨਹੀਂ ਸੀ ਲੱਗਦਾ? ਤੇ ਜੇ ਉਹ ਕਹਿੰਦੇ ਨੇ ਵੀ ਮਰ ਸਾਡੇ ਗਏ ਨੇ, ਤੁਹਾਡੀ ਮੈਂ ਇਹ ਨਹੀਂ ਕਹਿੰਦੀ ਵੀ ਭੈਣਾਂ ਨੂੰ ਦੁੱਖ ਨਹੀਂ ਹੁੰਦਾ, ਮਤਲਬ ਮਰੇ ਨਹੀਂ, ਉਹ ਸ਼ਹੀਦ ਹੋਏ ਨੇ। ਪਹਿਲੀ ਗੱਲ ਤਾਂ ਉਹਦੀ ਇਹ ਸ਼ਬਦਾਵਲੀ ਹੀ ਗਲਤ ਹੈ, ਇਹ ਨਹੀਂ ਕਹਿੰਦੀ ਵੀ ਮਰ ਗਏ ਸਾਡੇ, ਹਨਾ ਵੀ ਭੈਣਾਂ ਨੂੰ ਦੁੱਖ ਨਹੀਂ ਹੁੰਦਾ ਹੈਗਾ। ਜਿਨ੍ਹਾਂ ਨੇ ਸਾਰੀ ਉਮਰ ਕੱਟਣੀ ਹੁੰਦੀ ਆ, ਆਪਦੇ ਭੈਣ ਭਰਾ ਛੱਡ ਕੇ ਪਤੀ ਦੇ ਲੜ ਲੱਗੀਆਂ ਹੁੰਦੀਆਂ ਨੇ। ਤੁਸੀਂ ਵੀ ਤਾਂ ਭਰਜਾਈ ਲੱਗਦੇ ਹੋ ਨਾ ਉਹਦੀ, ਜਿਹੜੇ ਕਹਿੰਦੇ ਮਰ ਸਾਡੇ ਗਏ, ਹਨਾ। ਮਤਲਬ ਇਹ ਸ਼ਬਦਾਵਲੀ ਬੜੀ ਗਲਤ ਸੀ ਤੁਹਾਡੀ ਭਰਜਾਈ ਦੀ। ਉਹ ਸ਼ਹੀਦ ਹੋਏ ਨੇ, ਉਹ ਮਰੇ ਨਹੀਂ। ਸ਼ਹੀਦ ਮਰਦਾ ਨਹੀਂ ਹੁੰਦਾ, ਮਰਦਾ ਹੁੰਦਾ ਸਾਕਤ। ਸੰਤ ਔਰ ਜਿਹੜਾ ਸ਼ਹੀਦ ਹੈ ਉਹ ਕਦੇ ਮਰਦਾ ਨਹੀਂ, ਉਹ ਸਦਾ ਅਮਰ ਰਹਿੰਦੇ ਹੁੰਦੇ ਨੇ। ਮੈਂ ਇੱਕ ਫੇਰ ਦੁਬਾਰਾ ਤੁਹਾਨੂੰ ਅਰਜ਼ ਕਰਾਂ, ਜੋ ਮੈਂ ਪੁੱਛਣਾ ਚਾਹੁੰਦਾ
32 ਸਾਲ ਹੋ ਗਏ ਤੁਹਾਡੇ ਪਤੀ ਦੀ ਸ਼ਹਾਦਤ ਨੂੰ, ਤੁਹਾਡੇ ਦਿਓਰ ਦੀ ਸ਼ਹੀਦੀ ਨੂੰ। ਇਹਨਾਂ 32 ਸਾਲਾਂ ਦੇ ਵਿੱਚ ਕਿਸੇ ਧਾਰਮਿਕ ਸੰਸਥਾ ਨੇ, ਨਹੀਂ ਕਿਸੇ ਜਥੇਬੰਦੀ ਨੇ, ਨਹੀਂ ਕਿਸੇ ਧਾਰਮਿਕ ਸੁਸਾਇਟੀ ਨੇ ਨਹੀਂ ਜੀ, ਇਸ ਸ਼ਹੀਦ ਪਰਿਵਾਰ ਦੀ ਬੀਬੀ ਮਨਜੀਤ ਕੌਰ ਦੀ ਸਾਰ ਲਈ ਨਹੀਂ ਜੀ, ਕੋਈ ਮਦਦ ਕੀਤੀ 1 ਰੁਪਈਏ ਦੀ ਕਿਸੇ ਪਾਸਿਓਂ? ਮੈਂ 5 ਰੁਪਈਆਂ ਦੀ ਮੈਂ ਸੌਂ ਦੇਣ ਨੂੰ ਤਿਆਰ ਹਾਂ ਵੀ ਮੇਰੇ ਕੋਲ ਕਿਸੇ ਨੇ ਮੇਰੇ ਬੱਚਿਆਂ ਦੇ ਹੱਥ ਤੇ 5 ਰੁਪਈਏ ਵੀ ਰੱਖੇ ਹੋਣ 32 ਸਾਲਾਂ ਦੇ ਵਿੱਚ। 32 ਸਾਲਾਂ 'ਚ ਨਾ ਮੇਰੇ ਕਿਸੇ ਨਨਾਣ ਨੇ, ਕਿਸੇ ਨਾ ਕਿਤੇ ਸਹੁਰਿਆਂ ਨੇ, ਕਿਸੇ ਨੇ ਨਹੀਂ। ਫਿਰ ਕੋਈ ਉਹ- ਕੋਈ ਜਿਹੜੀਆਂ ਜਥੇਬੰਦੀਆਂ ਨੇ ਜਿਸ ਤਰ੍ਹਾਂ ਪੰਜਵਟ ਗਰੁੱਪ ਜਾਂ KCF ਜਾਂ ਹੋਰ ਜਿਹੜੀਆਂ ਖਾੜਕੂ ਜਥੇਬੰਦੀਆਂ ਨੇ? ਇਹ ਆਈਆਂ ਸੀ, ਉਹਨਾਂ ਨੂੰ ਮਦਦ ਆਈ ਸੀ ਜਦੋਂ ਮੇਰੀ ਨਨਾਣ ਦਾ ਵਿਆਹ ਸੀਗਾ ਤੇ ਉਦੋਂ ਜਥੇਬੰਦੀ ਆਈ ਸੀਗੀ ਤੇ ਉਹਨਾਂ ਮੇਰੇ ਨਨਾਣ ਦੇ ਕੋਲੇ ਸੁੱਟ ਕੇ ਗਏ ਸੀ ਥੈਲੇ ਜੀ 'ਚ। ਮੈਨੂੰ ਨਹੀਂ ਪਤਾ ਨਾ, ਆਪਾਂ ਨੂੰ ਕੋਈ ਦੱਸਿਆ ਹੀ ਹੈ ਕਿਸੇ ਨੇ, ਕੋਈ ਦੱਸਦਾ ਹੀ ਨਹੀਂ ਸੀ ਮੈਨੂੰ ਤਾਂ ਗੱਲ। ਸਾਨੂੰ ਨਹੀਂ ਪਤਾ ਉਹਦੇ 'ਚ ਪੈਸੇ, ਸਾਨੂੰ ਨਹੀਂ ਪਤਾ ਉਹਦੇ 'ਚ ਗਹਿਣੇ ਸੀਗੇ, ਪਰ ਉਦੋਂ ਵਿਆਹ ਸੀ ਜਦੋਂ, ਉਦੋਂ ਦੇ ਕੇ ਗਏ ਨੇਗੇ। ਮਤਲਬ ਹੁਣ ਇਹਨਾਂ 32 ਸਾਲਾਂ 'ਚ ਕੋਈ ਕੈਨੇਡਾ, ਅਮਰੀਕਾ, NRI ਵੀਰਾਂ ਨਹੀਂ, ਵੱਲੋਂ, ਕਿਸੇ ਬਾਹਰਲੀਆਂ ਸੰਗਤਾਂ ਵੱਲੋਂ ਕੋਈ ਮਦਦ ਆਈ ਮਨਜੀਤ ਨਹੀਂ, ਕੌਰ ਕਿਸੇ ਬੀਬੀ ਜੀ? ਨੂੰ- ਮੈਂ ਕਿਸੇ ਨੂੰ ਕਿਹਾ ਹੀ ਨਹੀਂ, ਮੈਂ ਤਾਂ ਗੁਰੂ ਤੋਂ ਹੀ ਮੰਗਦੀ ਹਾਂ, ਪਰਮਾਤਮਾ ਹੀ ਉਹ ਹੀ ਦੇਣ ਵਾਲਾ। ਪਰ ਜਿਹੜੀ ਹੁਣ ਮੈਨੂੰ ਮਜਬੂਰੀ ਮੇਰੀ ਆ ਰਹੀ ਹੈ, ਇਹਦੇ ਵਾਸਤੇ ਕੋਈ ਜੇ ਅਜਨਬੀ ਬਣ ਆਉਂਦਾ ਹੈਗਾ ਮੇਰੇ ਲਈ ਤਾਂ ਵੀ ਮੈਨੂੰ ਕੋਈ ਇਨਕਾਰ ਨਹੀਂ ਕਰਦਾ। ਹੁਣ ਮਜਬੂਰੀ ਕੀ ਬਣ ਰਹੀ ਹੈ? ਮੇਰੀ ਮਜਬੂਰੀ ਇਹ ਬਣ ਰਹੀ ਹੈ ਵੀ ਵੱਡੇ ਬੇਟੇ ਦਾ ਤਾਂ ਸ਼ਾਦੀ ਹੋ ਗਈ, ਚਲੋ ਉਹਨੇ ਤਾਂ ਕਰ ਲਈ। ਇਹ ਬੇਟਾ ਇਹਦਾ ਕਰਨਾ ਸੀ ਆਪ ਹੀ ਇਹ ਰਿਸ਼ਤਾ। ਮੇਰੇ ਬ੍ਰਦਰ ਕਹਿ ਦਿੰਦੇ ਨੇ ਵੀ ਤੇਰੀ ਕੰਪਨੀ 'ਚ ਕੋਈ ਹੋਊਗੀ, ਤੂੰ ਹਾਈ ਹੈਲੋ ਕਰ ਤੇ ਅਸੀਂ ਸਿਰ ਤੇ ਹੱਥ ਰੱਖ ਦਾਂਗੇ। ਪਰ ਇਹ ਬੱਚਾ ਰਹਿ ਚੰਡੀਗੜ੍ਹ 'ਚ ਰਿਹਾ, ਪਰ ਇਵੇਂ ਦਾ ਨਹੀਂ ਹੈਗਾ ਗਾ। ਮੈਂ ਕਹਿੰਦੀ ਆ ਵੀ ਕੋਈ ਕਹਿੰਦਾ ਕੋਈ ਲੱਖਾਂ 'ਚ ਵਿਆਹ ਕਰਨ 'ਚ ਪ੍ਰੋਬਲਮ ਆ ਰਹੀ ਹੈ? ਹਾਂਜੀ, ਕੋਈ ਰਿਸ਼ਤੇ ਰਿਸ਼ਤਾ ਇਹ ਹੈ, ਜੇ ਮੇਰੇ ਬ੍ਰਦਰ ਕਹਿੰਦੇ ਨੇ, ਕਿਸੇ ਨਾਲ ਗੱਲ ਕਰਦੇ ਨੇ, ਕਹਿੰਦੇ ਜਦੋਂ ਅਸੀਂ ਸਾਰੀ ਕਹਾਣੀ ਦੱਸ ਦਿਆਂਗੇ, ਕਹਿੰਦੇ ਅਗਲੇ ਚੁੱਪ ਕਰ ਜਾਂਦੇ ਨੇ ਵੀ ਇੱਕ ਘਰ ਨਹੀਂ ਹੈਗਾ। ਤੁਹਾਡੇ ਕੋਲ ਇਸ ਟਾਈਮ ਤੁਸੀਂ ਕਿਰਾਏ ਤੇ ਹੋ, ਤੁਹਾਡੇ ਕੋਲ ਆਪਣਾ ਘਰ ਹੈ ਇਸ ਟਾਈਮ? ਨਹੀਂ ਜੀ, ਕੋਈ ਘਰ ਨਹੀਂ? ਨਹੀਂ, ਆਪਣਾ ਇੱਕ ਕਮਰਾ ਵੀ ਹੈ ਨਹੀਂ ਤੁਹਾਡੇ ਕੋਲ? ਉਹ ਇਸੇ ਖਾਂ ਦੇ ਕੋਟ ਦੱਸਿਆ ਨੇ ਜਿਹੜੇ 5 ਮਰਲੇ ਹੈਗੇ ਥਾਂ, ਉਹ ਅਸੀਂ ਉੱਥੇ, ਹੁਣ ਮੈਨੂੰ ਬਣਾਉਣ ਦਾ ਫਾਇਦਾ ਨਹੀਂਗਾ ਕਿਉਂਕਿ ਬੇਟਾ ਮੇਰਾ ਇੱਥੇ ਹੈਗਾ। ਅਸੀਂ ਉਹ ਸੋਚਦੇ ਸੀ ਵੀ ਅਸੀਂ ਵੇਚ ਦਿੰਨੇ ਆ ਸਿਰਫ 5 ਮਰਲੇ ਜਗ੍ਹਾ? ਹਾਂਜੀ। ਤੇ ਉਹ ਮੇਰੀ ਦਰਾਣੀ ਨੇ ਕਹਿਤਾ, ਕਹਿੰਦੀ ਅਸੀਂ ਕਿਸੇ ਨੂੰ ਲੈਣ ਨਹੀਂ ਦੇਣਾ ਹੈਗਾ ਤੇ ਜੇ ਦੇਣੇ ਤੇ 2 ਲੱਖ ਹੀ ਦੇਣਾ ਹੈਗਾ। ਫਿਰ 2 ਲੱਖ ਨਾਲ ਜਿਹੜੀ ਸ਼ਹੀਦ ਭਾਈ ਦਲਵੀਰ ਸਿੰਘ ਰਿਵੇਰੋ ਦੀ ਜ਼ਮੀਨ ਸੀ ਔਰ ਸ਼ਹੀਦ ਭਾਈ ਦਲਜੀਤ ਸਿੰਘ ਦਾ ਜੋ ਹਿੱਸਾ ਸੀ ਪਰਿਵਾਰ ਦੇ ਵਿੱਚ ਜ਼ਮੀਨ ਵਿੱਚ, ਉੱਥੋਂ ਕੁਝ ਮਿਲਿਆ ਸਹੁਰੇ ਪਰਿਵਾਰ ਵੱਲੋਂ? ਹਾਂਜੀ, ਉਹ ਜਿਵੇਂ ਵੀ ਸਾਰਿਆਂ ਨੂੰ ਹੀ ਬਰਾਬਰ ਦੇ ਮਿਲ ਗਿਆ ਸੀਗਾ। ਮਿਲ ਗਿਆ ਸੀਗਾ? ਹਾਂਜੀ। ਤੇ ਜਿਹੜਾ ਸ਼ਹੀਦ ਭਾਈ ਦਲਵੀਰ ਸਿੰਘ ਰਿਵੇਰੋ ਦਾ ਹਿੱਸਾ ਸੀਗਾ ਉਹ ਤੁਹਾਨੂੰ ਮਿਲਿਆ ਉਹਦੇ 'ਚ ਕੁਝ? ਨਹੀਂ, ਉਹ ਵੀ 3 ਹਿੱਸੇ, ਸਾਰੀ ਜ਼ਮੀਨ 13 ਕਿੱਲੇ ਸੀਗੀ ਤੇ ਉਹ 4 ਹਿੱਸੇ ਕਰਤੇ ਸੀ, 3 ਹਿੱਸੇ। ਤੁਹਾਡੇ ਹਿੱਸੇ ਕਿੰਨੇ ਜ਼ਮੀਨ ਆਈ ਸੀ? 4 ਕਿੱਲੇ। 4 ਕਿੱਲੇ। ਉਹ 4 ਕਿੱਲੇ ਤੁਹਾਡੇ ਕੋਲ ਹੈਗੇ ਕਿ ਵੇਚਦੇ? ਨਹੀਂ ਹੈਗੇ। ਹੈਗੇ ਆ? ਹਾਂਜੀ। ਪਿੰਡ ਹੀ ਆ ਉੱਥੇ? ਉਹ ਜਿਹੜੀ ਸਾਡੀ ਜ਼ਮੀਨ ਆਪਣੀ ਸੀਗੀ, ਉਹ ਸਾਡੀ ਜੀਰੇ ਸੀ, ਮੇਰੇ ਸਹੁਰੇ ਤਾਂ ਜੀਰੇ ਸੀਗੇ ਤੇ ਉਹਨਾਂ ਜਦੋਂ ਵੀ ਮੇਰਾ ਜਿਹੜਾ ਦਿਓਰ ਇੱਕ ਹੋਏਗਾ ਦੂਜਾ ਸੀਗਾ, ਉਹ ਕਹਿੰਦਾ ਸੀ ਜਾਂ ਮੈਨੂੰ ਟਰੱਕ ਲੈ ਕੇ ਦਿਓ ਜਾਂ ਮੈਨੂੰ ਬਾਰਡਰ ਤੇ ਲੈ ਕੇ ਦਿਓ ਜ਼ਮੀਨ। ਤੇ ਫਿਰ ਉਦੋਂ ਸਾਨੂੰ ਤਾਂ ਡੈਡੀ ਕਹਿੰਦਾ ਸੀ ਵੀ ਜੇ ਤੁਸੀਂ ਮੈਨੂੰ ਕਹੋ ਵੀ ਉੱਥੇ ਖੇਤੀ ਕਰਨ ਨੂੰ, ਮੈਂ ਉੱਥੇ ਨਿਗਾ ਜਾਣਾ ਹੈਗਾ। ਤੇ ਉਹ ਫਿਰ ਉੱਥੇ ਲੈ ਲਈ ਸੀ ਖੇਮ ਕਰਨ ਬਾਰਡਰ ਤੇ, ਪਤਾ ਨਹੀਂ ਕਿੰਨੀ ਲਈ ਸੀ, ਇੱਥੇ 9 ਕਿੱਲੇ ਸੀਗੇ। ਮੇਰੀ ਭੂਆ ਜੀ ਨੇ ਮੇਰਾ ਰਿਸ਼ਤਾ ਕਰਾਇਆ ਸੀ, ਉਹ ਤਾਂ ਚੋਰੀ ਵੇਚ ਕੇ ਉੱਥੇ ਲੈ ਲਈ ਸੀਗੀ। ਉਹ ਜ਼ਮੀਨ ਜਦੋਂ ਇਹ ਸ਼ਹੀਦ ਹੋ ਜਾਂਦੇ ਨੇ ਉਹ ਵੇਚ ਦਿੰਦੇ ਨੇਗੇ। ਉਹਦਾ ਨਹੀਂ ਮੈਨੂੰ ਪਤਾ ਕੀ ਕੀਤਾ ਹੈਗਾ। ਉਦੋਂ ਇੱਕ ਵੀ ਸਾਡੀ ਨਨਾਣ ਮੇਰੀ ਵਿਆਹਣ ਵਾਲੀ ਸੀ, ਉਹਦਾ ਵਿਆਹ ਹੋਏਗਾ ਤੇ ਇੱਥੇ 11 ਮਰਲੇ ਲਿਆ ਸੀ ਥਾਂ ਕੋਟ ਹਿੱਸੇ ਖਾਂ ਤੇ, ਉਹ ਜ਼ਮੀਨ ਜਿਹੜੀ ਤੁਹਾਡੇ ਕੋਲ 4 ਕਿੱਲੇ ਜ਼ਮੀਨ ਜਿਹੜੀ ਆ ਹੁਣ ਇਸ ਟਾਈਮ ਹੈ, ਉਹ ਸਾਡੇ ਜਿਹੜੀ ਸੱਸ ਹੈ ਨਾ, ਉਹਦਾ ਮਾਮਾ ਸਹੁਰਾ ਜਿਹੜਾ ਉਹ ਸਾਧੂ ਸੰਤ ਸੀਗਾ, ਉਹਦੀ ਹੈਗੀ। ਉਹ ਅਸੀਂ ਵੇਚ ਵੀ ਨਹੀਂ ਸਕਦੇ ਹੈਗੇ। ਤੁਹਾਡੇ ਨਾਂ ਨਹੀਂ ਹੈ? ਹਾਂ, ਨਾ ਤਾਂ ਕਰ ਗਈ ਸੀ ਮੇਰੀ ਮੰਮੀ। ਮੈਂ ਵੇਚ ਨਹੀਂ ਸਕਦੇ ਉਹਨੂੰ? ਵੇਚ ਨਹੀਂ ਸਕਦੇ ਕਿਉਂਕਿ ਉਹ ਬਾਬਾ ਜੀ ਦੀ ਜ਼ਮੀਨ ਹੈਗੀ ਤੇ ਉਹ ਜਿਹੜੇ ਵੀ ਮੇਰੇ ਜੇਠ ਨੇ ਵੇਚੀ ਸੀਗੀ। ਹੁਣ ਬਾਬੇ ਜੀ ਦੀ ਜਗ੍ਹਾ ਤੇ ਨਾ ਕੋਈ ਮਾਰਿਆਂ ਦਾ ਮੁੰਡਾ ਬੈਠਾ, ਉਹ ਕਹਿੰਦੇ ਵੀ ਤੁਸੀਂ ਜੇ ਜ਼ਮੀਨ ਵੇਚੋਗੇ ਤੁਹਾਨੂੰ ਨੁਕਸਾਨ ਹੋਊਗਾ, ਤੁਸੀਂ ਬਾਬੇ ਦੀ ਜ਼ਮੀਨ ਨਹੀਂ ਵੇਚਣੀ ਹੈਗੀ। ਤੇ ਮੇਰੇ ਭਰਾ ਕਹਿੰਦੇ ਵੀ ਵੇਚ ਕੇ ਘਰ ਬਣਾ ਲੈਗਾ ਤੂੰ। ਮੈਂ ਨਾ ਵੇਚਣ ਵੀ ਨਹੀਂ ਦਿੰਦੇ, ਜਦੋਂ ਅਸੀਂ ਵੇਚਣ ਦਾ ਚਾਹੁੰਦੇ ਆਂਗੇ ਉੱਥੇ ਫਿਰ ਇਹਨਾਂ ਦਾ ਨਾਨਾ ਦਾ ਚਲਾ ਜਾਂਦਾ ਉੱਥੇ ਸੁਨੇਹਾ ਵੀ ਨਹੀਂ ਵੇਚਣ ਦੇਣੀ, ਨਹੀਂ ਖਰੀਦਣ ਦੇਣੀ। ਕਿੰਨਾ ਦਾ ਸੁਨੇਹਾ ਚਲਾ ਜਾਂਦਾ? ਮੇਰਾ ਨਾਨਾ ਦਾ, ਨਾਨਵੀਆਂ ਦਾ। ਅੱਛਾ। ਪਹਿਲਾਂ ਮੇਰਾ ਇੱਕ ਵਾਰੀ ਗਿਆ ਸੀ ਮੇਰਾ ਭਰਾ ਵੀ ਚਲੋ ਵੇਚ ਕੇ ਤੇ ਇੱਧਰ ਲੈ ਦਿੰਦੇ ਆ ਵੀ ਜ਼ਮੀਨ, ਵੀ ਚਲ ਦੇਖੀ ਜਾਂਦੀ ਹੈ ਨਾਲੇ, ਜਾਂ ਕੋਈ ਮਕਾਨ ਬਣਾ ਲੈਣਗੇ ਸ਼ਹਿਰ 'ਚ। ਉਹ ਨਹੀਂ ਆਮਦਨ ਸ਼ਹਿਰ 'ਚ ਜੇ ਮਕਾਨ ਬਣਾ ਲਓ ਤੇ ਉਹਦੀ ਆ ਜਾਂਦੀ ਹੈਗੀ।
ਵੀ ਉੱਥੇ ਹੀ ਸੀ। ਮਤਲਬ 24 ਸਾਲ ਇੱਕ ਬੜੂ ਸਾਹਿਬ ਲਾ ਦਿੱਤੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ। ਉਸ ਤੋਂ ਬਾਅਦ ਹੁਣ ਕਿਰਾਏ 'ਤੇ ਬੈਠੇ ਹੋ ਕਈ ਸਾਲਾਂ ਤੋਂ। 32 ਸਾਲਾਂ ਤੋਂ ਕਿਸੇ ਸੰਸਥਾ ਨੇ, ਕਿਸੇ ਜਥੇਬੰਦੀ ਨੇ ਤੁਹਾਡੀ ਸਾਰ ਨਹੀਂ ਲਈ? ਨਹੀਂ ਜੀ, ਕੋਈ ਨਹੀਂ। 1 ਰੁਪਈਆ ਤੱਕ ਵੀ ਨਹੀਂ ਨਾ ਜੀ। ਤੁਹਾਡੀ ਮਦਦ ਵਾਸਤੇ ਆਇਆ ਕਿਤੋਂ? ਨਾ ਜੀ, ਕਿਸੇ ਨੇ ਪੁੱਛਿਆ ਹੀ ਨਹੀਂ ਆ ਕੇ। ਮੈਂ ਤੁਹਾਨੂੰ ਦੱਸੀ ਜਾਂਦੀ ਵੀ ਕਿਸੇ ਨੇ, ਮੈਂ ਇਕੱਲੀ ਆਪਣੀਆਂ ਕੰਧਾਂ ਨਾਲ ਨਾ ਕਿਸੇ ਨਾਲ ਵੀ ਨਹੀਂ ਮੈਂ, ਕਿਉਂਕਿ ਉੱਥੇ ਜਿੱਥੇ ਆਪਾਂ ਰਹਿੰਦੇ ਹਾਂ ਦੁਨੀਆ ਤਰ੍ਹਾਂ ਤਰ੍ਹਾਂ ਦੀ ਹੁੰਦੀ ਹੈ। ਉਹ ਕਹਿੰਦੇ ਹੁੰਦੇ ਨੇ ਅੰਨੇ ਅੱਗੇ ਰੋਣਾ ਤੇ ਅੱਖੀਆਂ ਦਾ ਗਵਾਉਣਾ ਹੀ ਹੁੰਦਾ। ਕਿਸੇ ਅੱਗੇ ਰੋਣਾ ਵੀ ਮੈਂ ਨਹੀਂ ਸੀ ਠੀਕ ਸਮਝਦੀ ਹੈਗੀ। ਜਦੋਂ ਮੈਂ ਰੋਂਦੀ ਸੀ ਤੇ ਇਕੱਲੀ ਬਹਿ ਕੇ ਰੋ ਲੈਂਦੀ ਸੀ, ਇਕੱਲੀ ਵੀ ਗੱਲਾਂ ਕਰਦੀ ਰਹਿੰਦੀ ਸੀ। ਉਹ ਵੀ ਫਿਰ ਮੇਰਾ ਉਹ ਸੀਰੀਅਸ ਜਿਹਾ ਸੁਭਾਅ ਜਿਹਾ ਬਣ ਗਿਆ ਜਦੋਂ ਮੈਨੂੰ ਇੱਕ ਉੱਥੇ ਸੇਵਾਦਾਰ ਹੈ ਕਰਨਲ, ਉਹ ਕਹਿੰਦਾ ਭੈਣ ਜੀ ਤੁਸੀਂ, ਮੈਂ ਜਦੋਂ ਦੇਖਦਾ ਤੁਸੀਂ ਉਦਾਸ ਹੁੰਦੇ ਹੋ। ਫਿਰ ਕਹਾਣੀ ਦਾ ਉਹਨੂੰ ਸਾਰਾ ਹੀ ਪਤਾ ਸੀਗਾ। ਅਤੇ ਉਹ ਕਹਿੰਦਾ ਵੀ ਮੈਂ ਅੱਜ ਤੱਕ ਨਹੀਂ ਦੇਖਿਆ ਹੈਗਾ ਵੀ ਜੇ ਬੰਦੇ ਦੇ 2 ਬੱਚੇ ਨੇ ਜਾਂ 4 ਬੱਚੇ ਨੇ ਅਤੇ ਬੰਦਾ ਫਿਰ ਵੀ ਵਿਆਹ ਕਰਾ ਲੈਂਦਾ। ਅਤੇ ਕਹਿੰਦਾ ਮੈਂ ਭੈਣ ਜੀ ਤੇਰੇ ਪੈਰੀਂ ਹੱਥ ਲਾਉਣਾ ਵੀ ਧੰਨ ਤੂੰ ਹੈ ਜਿਹਨੇ ਵੀ ਇੰਨੀ ਉਮਰ ਕੱਟੀ ਹੈਗੀ। ਅਤੇ ਕਿਉਂਕਿ ਇਹਨਾਂ ਨੇ ਘਰਦਿਆਂ ਨੇ ਨਹੀਂ ਮੈਨੂੰ ਕੋਈ ਵੀ ਸ਼ਾਬਾਸ਼ੀ ਦਿੱਤੀ। ਮੇਰੇ ਬ੍ਰਦਰ ਬਥੇਰੇ ਕਹਿੰਦੇ ਨੇ ਵੀ ਇੰਨਾ ਸੰਘਰਸ਼ ਕਰਕੇ ਬੱਚੇ ਇੱਥੋਂ ਤੱਕ ਪਹੁੰਚਾ ਲਏ, ਮਕੈਨੀਕਲ ਕਰ ਲਿਆ, ਆਪਣੇ BTech ਕਰ ਲਈ। ਇਹਦੇ ਸੰਘਰਸ਼ ਨਾਲ ਹੀ ਹੈਗਾ ਵੀ ਇੱਕ ਸਰੀਰ ਦੇ ਨਾਲ, ਨਾ ਕੋਈ ਬੰਦਾ ਸੀ ਨਾ ਕੋਈ ਸੰਦਾ ਸੀ। ਮੈਨੂੰ ਤਾਂ ਕੋਈ ਹੁਣ ਜਿਹੜੀ ਤੁਹਾਡੀ ਕੋਈ ਜਿਹੜੀ ਮੰਗ ਹੈ, ਤੁਹਾਡੇ ਕੋਲ ਕੋਈ ਚੈਨਲ ਵਾਲਾ ਵੀ ਅੱਜ ਤੱਕ 32 ਸਾਲਾਂ 'ਚ ਕੋਈ ਨਹੀਂ ਬੋੜਿਆ? ਨਹੀਂ ਜੀ। ਤੁਹਾਡੀ ਕਿਸੇ ਨੇ ਕੋਈ ਇੰਟਰਵਿਊ ਵਗੈਰਾ ਲਈ ਗੁਰਬਾਣੀ ਅਖੰਡ ਬਾਣੀ ਤੋਂ ਬਿਨਾਂ? ਨਹੀਂ ਜੀ। ਅਸੀਂ ਪਹਿਲੀ ਵਾਰ ਆਏ ਤੁਹਾਡੇ ਕੋਲ? ਹਾਂਜੀ। ਪਹਿਲੀ ਵਾਰ ਹੀ ਚੈਨਲ ਆਇਆ ਗੁਰਬਾਣੀ ਅਖੰਡ ਬਾਣੀ? ਹਾਂਜੀ। ਇਸ ਤੋਂ ਪਹਿਲਾਂ ਕੋਈ ਚੈਨਲ ਵੀ ਨਹੀਂ ਆਇਆ? ਨਹੀਂ ਜੀ। ਕਿਸੇ ਮੀਡੀਆ ਨੇ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ? ਨਾ ਜੀ। ਕਿਸੇ ਜਥੇਬੰਦੀ ਦੀ ਕੋਈ ਪਹੁੰਚ ਨਹੀਂ ਹੋਈ? ਨਾ ਜੀ। 1 ਰੁਪਈਆ ਤੱਕ ਤੁਸੀਂ ਕਹਿੰਦੇ ਵੀ ਸਾਨੂੰ ਕਿਤੋਂ ਮਦਦ ਨਹੀਂ ਆਈ? ਹੁਣ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੁਹਾਨੂੰ ਸੁਣ ਵੀ ਰਹੀਆਂ ਨੇ, ਦੇਖ ਵੀ ਰਹੀਆਂ ਨੇ। ਕੋਈ ਆਰਥਿਕ ਮਦਦ ਲਈ, ਕਿਸੇ ਮਕਾਨ ਦੇ ਲਈ ਅਗਰ ਤੁਸੀਂ ਸੰਗਤ ਨੂੰ ਅਪੀਲ ਕਰਨੀ ਹੈ, ਦੇਸ਼ ਵਿਦੇਸ਼ ਵਿੱਚ ਸੰਗਤਾਂ ਸੁਣ ਰਹੀਆਂ ਨੇ। ਚੋਟੀ ਦੇ ਨਾਮ ਨੇ ਸ਼ਹੀਦ ਭਾਈ ਦਲਵੀਰ ਸਿੰਘ ਰਵੈਰੋ, ਕੋਈ ਛੋਟਾ ਮੋਟਾ ਨਾਮ ਨਹੀਂ। ਸ਼ਹੀਦ ਤਾਂ ਵੱਡਾ ਹੀ ਹੁੰਦਾ, ਉਹਦਾ ਰੁਤਬਾ ਤਾਂ ਵੱਡਾ ਹੀ ਹੁੰਦਾ। ਪਰ ਖਾੜਕੂ ਸਭਾ ਵਿੱਚ ਉੱਚ ਕੋਟੀ ਦੇ ਜਿਹੜੇ ਖਾੜਕੂ ਹੋਏ ਉਹਨਾਂ ਵਿੱਚ 9 ਹੈ ਸ਼ਹੀਦ ਭਾਈ ਦਲਵੀਰ ਸਿੰਘ ਰਵੇਰੋ, ਔਰ ਉਹਨਾਂ ਦੇ ਸਕੇ ਭਰਾ ਸ਼ਹੀਦ ਭਾਈ ਦਲਜੀਤ ਸਿੰਘ ਔਰ ਰਵੇਰੋ, ਸ਼ਹੀਦ ਭਾਈ ਦਲਜੀਤ ਸਿੰਘ ਰਵੇਰੋ ਦੀ ਭਰਜਾਈ ਔਰ ਸ਼ਹੀਦ ਭਾਈ ਦਲਜੀਤ ਸਿੰਘ ਦੀ ਸੁਪਤਨੀ। ਪਰਿਵਾਰ ਵਿੱਚੋਂ 2 ਸ਼ਹੀਦੀਆਂ ਹੁੰਦੀਆਂ ਨੇ। ਕੀ ਕਹਿਣਾ ਚਾਹੁੰਦੇ ਹੋ? ਸੰਗਤ ਤੁਹਾਨੂੰ ਸੁਣ ਰਹੀ ਹੈ, ਤੁਸੀਂ ਆਪਣਾ ਇੱਕ ਫ਼ੋਨ ਨੰਬਰ ਦੇਣਾ ਸੰਗਤ ਨੂੰ। ਜਿਹਨੇ ਕੋਈ ਮਦਦ ਕਰਨੀ ਹੈ, ਕਿਸੇ ਨੇ ਵੀ, ਅਸੀਂ ਗੁਰਬਾਣੀ ਅਖੰਡ ਬਾਣੀ ਚੈਨਲ ਵੱਲੋਂ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਤਕਰੀਬਨ ਅਸੀਂ ਜਿੰਨੀਆਂ ਸ਼ਹੀਦ ਪਰਿਵਾਰਾਂ ਦੀਆਂ ਇੰਟਰਵਿਊਆਂ ਕਰਦੇ ਹਾਂ, ਅਸੀਂ ਸਿੱਧਾ ਸੰਪਰਕ ਉਸ ਸ਼ਹੀਦ ਪਰਿਵਾਰ ਦੇ ਨਾਲ ਤੁਹਾਡਾ ਕਰਵਾਉਂਦੇ ਹਾਂ। ਫ਼ੋਨ ਨੰਬਰ ਅਸੀਂ ਉੱਪਰ ਵੀ ਫਲੈਸ਼ ਕਰਦੇ ਹਾਂ ਔਰ ਪਰਿਵਾਰ ਦੇ ਕੋਲੋਂ 2 ਵਾਰ ਫ਼ੋਨ ਨੰਬਰ ਬੁਲਾਉਂਦੇ ਵੀ ਹਾਂ। ਕਿਸੇ ਨੇ ਵੀ ਤੁਹਾਡੇ 'ਚੋਂ ਮਦਦ ਕਰਨੀ ਹੋਵੇ ਇਸ ਸ਼ਹੀਦ ਪਰਿਵਾਰ ਦੀ, ਬੀਬੀ ਮਨਜੀਤ ਕੌਰ ਜੀ ਦੀ, ਤਾਂ ਇਹ ਆਪਣਾ ਨੰਬਰ ਤੁਹਾਨੂੰ ਦੱਸਣ ਲੱਗੇ ਨੇ। ਤੁਸੀਂ ਸਿੱਧਾ ਇਹਨਾਂ ਦੇ ਨਾਲ ਸੰਪਰਕ ਕਰੋ। ਬੀਬੀ ਜੀ ਨੰਬਰ ਕਿੰਨਾ ਤੁਹਾਡਾ? 995915 906 ਦੁਬਾਰਾ ਫਿਰ ਦੱਸੋ। 9915906774। ਇੱਕ ਵਾਰੀ ਮੈਂ ਵੀ ਨੰਬਰ ਦੱਸ ਦਿੰਦਾ ਬੀਬੀ ਮਨਜੀਤ ਕੌਰ ਜੀ ਦਾ। 9915906774 9915906774 ਇਹ ਨੰਬਰ ਹੈ ਬੀਬੀ ਮਨਜੀਤ ਕੌਰ ਜੀ ਦਾ। ਤੁਸੀਂ ਸਿੱਧਾ ਸੰਪਰਕ ਇਹਨਾਂ ਦੇ ਨਾਲ ਕਰ ਸਕਦੇ ਹੋ। ਔਰ ਬਿਲਕੁਲ ਪਰਿਵਾਰ ਦਾ ਨੰਬਰ ਹੀ ਅਸੀਂ ਇੰਟਰਵਿਊ 'ਤੇ ਫਲੈਸ਼ ਕਰਨਾ ਹੈ, ਕਿਉਂਕਿ ਕਈ ਵਾਰ ਤੁਸੀਂ ਕਮੈਂਟ ਕਰਦੇ ਹੋ ਕਿਹਦਾ ਨੰਬਰ ਹੈ। ਸਾਡੇ ਚੈਨਲ ਦਾ ਨੰਬਰ ਨਹੀਂ ਹੁੰਦਾ ਉਹ ਨੰਬਰ ਅਸੀਂ ਸ਼ਹੀਦ ਪਰਿਵਾਰਾਂ ਦੇ ਹੀ ਫਲੈਸ਼ ਕੀਤੇ ਨੇ। ਜਿੰਨੀਆਂ ਇੰਟਰਵਿਊਜ਼ ਅਸੀਂ ਕੀਤੀਆਂ ਨੇ ਅਤੇ ਜਿੰਨੀਆਂ ਕਰ ਰਹੇ ਹਾਂ, ਜਿੰਨੀਆਂ ਅੱਗੋਂ ਕਰਨੀਆਂ ਨੇ, ਅਸੀਂ ਸਾਰੀਆਂ ਇੰਟਰਵਿਊਜ਼ ਦੇ ਉੱਪਰ ਨੰਬਰ ਫਲੈਸ਼ ਸ਼ਹੀਦ ਪਰਿਵਾਰ ਦੇ ਹੀ ਅਸੀਂ ਕੀਤੇ ਹੋਏ ਨੇ। ਤੁਸੀਂ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਖਾਤਾ ਨੰਬਰ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਸਾਡੇ ਕੋਲ ਕਿਸੇ ਪਰਿਵਾਰ ਦਾ ਕੋਈ ਖਾਤਾ ਨੰਬਰ ਨਹੀਂ ਹੁੰਦਾ, ਨਾ ਅਸੀਂ ਰੱਖਦੇ ਹਾਂ, ਨਾ ਅਸੀਂ ਅੱਜ ਤੱਕ ਇਹ ਲੋੜ ਮਹਿਸੂਸ ਕੀਤੀ ਹੈ। ਸਿੱਧੀ ਮਦਦ ਅਸੀਂ ਚਾਹੁੰਦੇ ਹਾਂ ਤੁਹਾਡੇ ਵੱਲੋਂ। ਸਾਡਾ ਚੈਨਲ ਚਾਹੁੰਦਾ ਹੈ ਵੀ ਐਸਾ ਪਾਰਦਰਸ਼ੀ ਕਰਮ ਹੋਵੇ
ਵੀ ਉਹਦੇ ਵਿੱਚ ਅਸੀਂ ਕੋਈ ਵਿਚੋਲਾ ਨਹੀਂ ਰੱਖਣਾ ਚਾਹੁੰਦੇ। ਐਸੀ ਪਾਰਦਰਸ਼ਤਾ ਅਸੀਂ ਚਾਹੁੰਦੇ ਹਾਂ ਆਪਣੇ ਚੈਨਲ ਵੱਲੋਂ, ਗੁਰਬਾਣੀ ਅਖੰਡ ਬਾਣੀ ਵੱਲੋਂ। ਤੁਸੀਂ ਸਿੱਧੀ ਹੈਲਪ ਕਰੋ ਸ਼ਹੀਦ ਪਰਿਵਾਰਾਂ ਦੀ, ਜਿੰਨੀਆਂ ਇੰਟਰਵਿਊਆਂ ਸਾਡਾ ਚੈਨਲ ਕਰ ਰਿਹਾ ਹੈ। ਸੋ ਬੀਬੀ ਜੀ, ਤੁਹਾਡਾ ਨੰਬਰ ਜਿਹੜਾ ਹੈ ਸੰਗਤਾਂ ਦੇ ਕੋਲ ਆ ਗਿਆ। ਕੁਝ ਹੋਰ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ? ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ, ਜਿਹੜਾ ਮੇਰਾ ਇਹ ਬੇਟਾ ਹੈਗਾ, ਇਹਦੀ ਮੈਂ 3 ਵਾਰੀ ਅਸੀਂ ਬਾਹਰ ਦਾ ਲਾਈ ਸੀਗੀ ਫਾਈਲ। ਪਹਿਲਾਂ ਸਟੱਡੀ ਬੇਸ 'ਤੇ ਲਾਈ ਸੀ, 7.5 ਬੈਂਡ ਆਉਂਦੇ ਨੇਗੇ। ਹੁਣ ਅਸੀਂ ਇਹਦੀ ਪੀਆਰ ਬੇਸ 'ਤੇ ਲਾਏ ਨੇ, ਇਹਦੇ ਵੀ 7.5 ਆਏ ਹੋਏ ਨੇ, ਤੇ ਹੁਣ ਵੀ ਬੈਂਡ ਮਤਲਬ 8 ਚਾਹੀਦੇ ਨੇਗੇ। ਥੋੜਾ ਸਪੀਕਿੰਗ 'ਚ ਰਹਿ ਜਾਂਦਾ, ਜਿਵੇਂ ਵੀ ਦਬਾਅ ਜਿਹੇ 'ਚ ਰਿਹਾ ਹੈ। ਜਦੋਂ ਕਿਸੇ ਨਾਲ ਮੈਂ ਵੀ ਗੱਲ ਕਰਦੀ ਹਾਂ, ਮੈਂ ਵੀ ਤਾਂ ਤੁਹਾਡੇ ਸਾਹਮਣੇ ਝੱਕਦੀ ਹਾਂ, ਉਹ ਇਸ ਤਰ੍ਹਾਂ ਸਪੀਕਿੰਗ 'ਚ ਇੰਗਲਿਸ਼ ਵਾਧੂ ਹੈ ਇਹਦੀ। ਵੀ ਬਾਹਰਲੀ ਕੰਟਰੀ ਨਾਲ ਜਦੋਂ ਇੱਥੇ ਕਰਦਾ ਸੀ ਘਰ ਕੰਮ, ਵਧੀਆ ਇੰਗਲਿਸ਼ 'ਚ ਕਰਦਾ ਗੱਲਾਂ, ਥੋੜ੍ਹਾ ਜਿਹਾ ਇੰਝ ਹੀ ਹੋ ਜਾਂਦਾ ਵੀ। ਜੇ ਪੁੱਤਰ ਨੂੰ ਬਾਹਰ ਭੇਜਣਾ ਚਾਹੁੰਦੇ ਹੋ? ਮੈਂ ਕਹਿੰਦੀ ਹਾਂ ਵੀ ਅਸੀਂ ਤਿੰਨੇ ਮਾਂ ਪੁੱਤ ਇਕੱਠੇ ਹੋ ਜਾਈਏ, ਤਿੰਨੇ ਮਾਂ ਪੁੱਤ ਇਕੱਠੇ ਹੋ ਜਾਈਏ। ਵੀ ਅਸੀਂ ਅੱਜ ਤੱਕ ਅਸੀਂ ਤਿੰਨੇ ਮਾਂ ਪੁੱਤ ਇਕੱਠੇ ਨਹੀਂ ਹੋਏ ਹੈਗੇ। ਪਹਿਲੀ ਵਾਰ ਅਸੀਂ ਮੇਰੀ ਭਤੀਜੀ ਦੇ ਵਿਆਹ 'ਤੇ 32 ਸਾਲਾਂ ਬਾਅਦ ਇਕੱਠੇ ਹੋਏ ਸੀਗੇ। ਅਸੀਂ ਇਕੱਠੇ ਨਹੀਂ ਹੋ ਰਹੇ ਹੈਗੇ। ਬੀਬੀ ਮਨਜੀਤ ਕੌਰ ਜੀ ਚਾਹੁੰਦੇ ਨੇ ਆਪਣੇ ਪੁੱਤਰ ਨੂੰ ਬਾਹਰ ਘੱਲਣਾ, ਔਰ ਪਰਿਵਾਰ ਕਦੇ ਇਕੱਠਾ ਨਹੀਂ ਹੋਇਆ। ਕਹਿੰਦੇ ਅਸੀਂ ਤਿੰਨੇ ਮਾਂ ਪੁੱਤਰ ਜਿਹੜੇ ਨੇ ਨਾ, ਅਸੀਂ ਤਿੰਨੇ ਜਣੇ ਮਤਲਬ ਦੋਨੋਂ ਪੁੱਤਰ, ਤੇ ਅਸੀਂ ਇਕੱਠੇ ਹੋ ਜਾਈਏ ਸਾਰੇ, ਹੈ ਨਾ। ਤੇ ਇਹਨਾਂ ਦੀ ਇਹ ਮੰਗ ਹੈ, ਇੱਕ ਤਾਂ ਇਹ ਆਪਣੇ ਪੁੱਤਰ ਨੂੰ ਬਾਹਰ ਘੱਲਣਾ ਚਾਹੁੰਦੇ ਨੇ। ਤੁਹਾਡੇ ਵਿੱਚੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਗਰ ਇਹ ਮਦਦ ਵੀ ਪਰਿਵਾਰ ਦੀ ਕਰ ਸਕਦੀਆਂ ਨੇ ਤੇ ਕਰਨ। ਬੀਬੀ ਜੀ, ਕੋਈ ਆਰਥਿਕ ਮਦਦ ਦੀ ਜ਼ਰੂਰਤ ਹੈ ਸੰਗਤ ਵੱਲੋਂ, ਜਿਹਨੂੰ ਆਪਾਂ ਪੈਸਾ ਕਹਿੰਦੇ ਹਾਂ ਆਰਥਿਕ ਤੌਰ 'ਤੇ? ਆਰਥਿਕ ਤਾਂ ਇਹ ਹੁਣ ਜਿਹੜਾ ਮੇਰਾ ਬੇਟਾ ਵਿਚਾਰਾ ਕਦੇ ਕਿਵੇਂ ਜਾਂਦਾ, ਜੇ ਹੋਵੇ ਤਾਂ ਕੋਈ ਗੱਡੀ ਲੈ ਸਕਦਾ, ਕੋਈ ਆਪਣਾ ਕੋਈ ਸਾਧਨ ਨਹੀਂ ਹੈ? ਨਹੀਂ, ਕੋਈ ਨਹੀਂ ਨਾ, ਉਹ ਕੈਬ 'ਤੇ ਹੀ ਜਾਂਦਾ ਹੈਗਾ। ਫਿਰ ਜਦੋਂ ਰਾਤ ਨੂੰ 10 ਵੱਜ ਜਾਂਦੇ ਨੇ, ਮੈਂ ਕਹਿੰਦੀ ਵੀ ਤੂੰ ਇੰਨਾ ਲੇਟ ਕਿਉਂ ਹੋ ਜਾਂਦਾ। ਉਹ ਰਜਿਸਟ ਏਰੀਏ 'ਚ ਹੈ ਨਾ ਉਹਦੀ ਕੰਪਨੀ। ਕਹਿੰਦਾ ਮੰਮੀ ਜੇ ਕੋਈ ਚੀਜ਼ ਮਿਲੂ ਮੈਂ ਫੇਰ ਹੀ ਆਉਣਾ ਹੈਗਾ। ਤੇ ਫਿਰ 10 ਵੱਜ ਜਾਂਦੇ ਨੇ ਜਦੋਂ ਆਉਂਦਾ ਹੈਗਾ। ਤੇ ਮੈਂ ਇਹੀ ਕਹਿੰਦੀ ਵੀ ਜੇ ਕੋਈ ਕਰ ਸਕਦਾ ਉਹਦੀ ਮਦਦ, ਤੇ ਸਵਾਰੀ ਵੀ ਨਹੀਂ, ਕੋਈ ਆਪਣਾ ਘਰ ਵੀ ਨਹੀਂ ਹੈ ਤੁਹਾਡੇ ਕੋਲ? ਹਾਂ, ਘਰ ਵੀ ਹੈ ਨਹੀਂਗਾ। ਤੇ ਵਿਆਹ ਦੇ ਵਿੱਚ ਇਹੀ ਰੁਕਾਵਟ ਪੈਂਦੀ ਹੈ ਵੀ ਜਦੋਂ ਕੋਈ ਗੱਲ ਕਰਦੇ ਨੇ ਮੇਰੇ ਬ੍ਰਦਰ, ਤੇ ਕਹਿੰਦੇ ਨੇ ਵੀ ਘਰ ਨਹੀਂ, ਸਾਰੀ ਸਟੋਰੀ ਦੱਸਣੀ ਪੈਂਦੀ ਜਦੋਂ ਅਗਲੇ ਆਪਾਂ ਰਿਸ਼ਤਾ ਜੋੜਨਾ ਕਿਸੇ ਦੇ ਧੀ ਭੈਣ ਨਾਲ, ਅਗਲਾ ਸਭ ਕੁਛ ਦੇਖਦਾ ਹੈਗਾ। ਤੇ ਰੁਕਾਵਟ ਇਹ ਹੀ ਆਉਂਦੀ ਹੈ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਰੀਆਂ ਹੀ ਗੱਲਾਂ ਹੱਲ ਹੋ ਜਾਣਗੀਆਂ ਜੇ ਤਾਂ ਬਾਹਰ ਦਾ ਬਣ ਜਾਵੇ। ਇਹਦੀ ਪੀਆਰ ਦੇ ਵੀ 8 ਬੈਂਡ ਚਾਹੀਦੇ ਨੇ, ਤੇ 350 ਬਣਦੇ ਨੇਗੇ, 386। ਤੇ ਐਲ ਵੀ ਪਤਾ ਨਹੀਂ ਕੀ ਹੁੰਦੀ ਹੈ ਜਿਹੜੀ, ਜੇ ਕੋਈ ਉਹ ਕਰ ਸਕਦਾ ਹੈਗਾ ਉਹਦਾ ਕਾਫੀ ਖਰਚਾ ਆਉਂਦਾ ਹੈਗਾ। ਇੱਥੇ ਪਤਾ ਕੀਤਾ ਸੀਗਾ ਮੈਂ। ਆਰਥਿਕ ਮਦਦ ਦੀ ਜ਼ਰੂਰਤ ਹੈ ਪਰਿਵਾਰ ਨੂੰ। ਪਰਿਵਾਰ ਦੇ ਕੋਲ ਮਤਲਬ ਆਪਣਾ ਕੋਈ ਘਰ ਵੀ ਹੈ ਨਹੀਂ, ਕੋਈ ਫਲੈਟ ਵੀ ਹੈ ਨਹੀਂ। ਕੋਈ ਅਗਰ ਤੁਹਾਡੇ ਵਿੱਚੋਂ ਸਤਿਗੁਰੂ ਦੀ ਕਿਰਪਾ ਵਾਲੇ ਜਿਹੜੇ ਸਿੰਘ ਨੇ, ਸੰਗਤਾਂ ਨੇ, ਇਸ ਪਰਿਵਾਰ ਨੂੰ ਅਗਰ ਘਰ ਵੀ ਕੋਈ ਲੈ ਕੇ ਮੁਹੱਈਆ ਕਰਵਾ ਦੇਣ ਤਾਂ ਬੜੀ ਮਿਹਰਬਾਨੀ ਹੋਏਗੀ ਤੁਹਾਡੀ ਸਭ ਦੀ। ਸੋ ਬੀਬੀ ਮਨਜੀਤ ਕੌਰ ਜੀ, ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ? ਕੋਈ ਮਨ 'ਚ ਗੱਲ ਰਹਿ ਨਾ ਜਾਵੇ ਅੱਜ। ਮੈਂ ਇਸੇ ਕਰਕੇ ਤੁਹਾਡੀ ਜਿਹੜੀ ਇੰਟਰਵਿਊ ਹੈ ਉਹਨੂੰ ਮਤਲਬ ਪੂਰੀ ਹਰ ਇੱਕ ਗੱਲ ਮੈਂ ਚਾਹੁੰਦਾ ਤੁਹਾਡੇ ਅੰਦਰ ਕੁਛ ਰਹਿ ਨਾ, ਕਿਉਂਕਿ 32 ਸਾਲਾਂ ਤੋਂ ਅੰਦਰ ਸਾਂਭੀ ਬੈਠੇ ਹੋ। ਮੈਂ ਚਾਹੁੰਦਾ ਅੱਜ ਤੁਸੀਂ ਉਹ ਕੈਮਰੇ ਦੇ ਸਾਹਮਣੇ ਰੱਖੋ। ਇਹੀ ਹੈ ਵੀ ਜਿਹੜਾ ਇੰਨਾ ਕਸ਼ਟ ਸਹਿ ਕੇ ਹੈ ਨਾ, ਬੱਚੇ ਪਾਲ ਕੇ ਇੱਥੇ ਕੀਤੇ ਨੇ, ਕਿਸੇ ਨੇ ਇਹ ਨਹੀਂ ਵੀ ਸ਼ਾਬਾਸ਼ੀ ਦੇਣ ਦੇ ਬੇਟੇ ਦੇ ਵਿਆਹ 'ਤੇ ਬਹਾਨਾ ਬਣਾ ਲਿਆ ਵੀ ਤਾਏ ਨੂੰ ਮਨਾ ਕੇ ਲਿਆਉਣਾ। ਹੁਣ ਬ੍ਰਦਰ ਮੈਂ ਤੁਹਾਨੂੰ ਦੱਸਿਆ ਸੀ ਗੁੱਸੇ 'ਚ ਬੋਲ ਦਿੰਦਾ, ਤੇ ਹਫਤੇ ਦੇ ਵਿੱਚ ਕੀਤਾ ਸੀਗਾ ਵੀ ਉਹਦਾ ਵਿਆਹ। ਹਫਤੇ ਦੇ ਵਿੱਚ ਵੀ ਜਨਵਰੀ ਦਾ ਦਿਨ ਸੀ, ਮੈਂ ਉਹਦੇ ਬ੍ਰਦਰ ਨੂੰ ਲੈ ਕੇ ਫਿਰ ਰਹੀ ਹਾਂ। ਜਨਵਰੀ ਦੇ ਦਿਨ ਵਿੱਚ ਪਹਿਲਾਂ ਮੈਂ ਛੋਟੀ ਨਨਾਣ ਕੋਲ ਗਏ, ਫਿਰ ਦੂਜੀ ਕੋਲ ਗਏ, ਫਿਰ ਇਹਦੀ ਚਾਚੀ ਸੀ ਕੋਟ 'ਤੇ, ਇੱਥੇ ਗਏ। ਤੇ ਧਰਮਕੋਟ ਦਾ ਤਾਇਆ ਸੀ, ਕਹਿੰਦੇ ਤੁਸੀਂ ਉਹਦੇ ਕੋਲੇ ਵੀ ਜਾ ਕੇ ਆਇਓ। ਵੀ ਛੋਟੇ ਦਿਨ ਸੀ, ਅਸੀਂ ਨਹੀਂ ਜਾਏ ਗਏ, ਤੇ ਅਸੀਂ ਫੋਨਾਂ 'ਤੇ ਕਿਹਾ, ਤੇ ਕਹਿੰਦੇ ਉਹਨੂੰ ਨਾ ਕਦੇ ਵੱਡੀ ਦਾ ਫੋਨ ਆ ਜਾਏ ਨਨਾਣ ਦਾ, ਕਦੇ ਛੋਟੀ ਦਾ ਆ ਜਾਏ, ਵੀ ਕਹਿੰਦੇ ਇਹਦੇ ਤਾਏ ਨੂੰ ਵੀ ਮਨਾ ਕੇ ਲਿਆਓ। ਤੇ ਇੱਕ ਨਨਾਣ ਦੀ ਕੁੜੀ ਕਹਿੰਦੀ ਵੀ ਮੰਮੀ ਨੇ ਆਪਰੇਸ਼ਨ ਕਰਾਇਆ ਹੈਗਾ, ਵੀ ਤੁਸੀਂ ਉਹਦਾ ਪਤਾ ਲੈ ਕੇ ਆਓ, ਤਾਂ ਕਰਨ ਆਊਗਾ ਲੈਣ ਵਾਸਤੇ, ਤਾਂ ਵਿਆਹ 'ਤੇ ਆਉਣ ਦਊਗਾ। ਹੁਣ ਮੇਰੇ 5 ਆਪਰੇਸ਼ਨ ਹੋਏ ਨੇ, ਜੋ ਮੇਰੇ ਭਰਜਾਈਆਂ ਨੇ ਮੇਰੇ ਨਾਲ ਸੰਘਰਸ਼ ਕੀਤਾ, ਮੇਰੇ ਭਰਾਵਾਂ ਨੇ ਸੰਘਰਸ਼ ਕੀਤਾ। ਇੱਕ ਬ੍ਰਦਰ ਮੇਰਾ ਵਿਆਹ ਵੀ ਨਹੀਂ ਸੀ ਕਰਾ ਰਿਹਾ ਹੈਗਾ, ਉਹਨੇ ਮੈਂ ਮਿੰਨਤਾਂ ਕੀਤੀਆਂ। ਜੇ ਕੋਈ ਉਹਨੂੰ ਮਾੜਾ ਕਹੇਗਾ ਫਿਰ ਮੈਂ ਤਾਂ ਨਹੀਂ ਨਾ ਬਰਦਾਸ਼ਤ ਕਰ ਸਕਦੀ। ਉਹ ਭਰਾ ਪਿੱਛੇ ਮੈਂ ਦੁਨੀਆ ਛੱਡ ਦੂੰਗੀ। ਫਿਰ ਉਹਦੇ ਮਾਂ ਪਿਓ ਨੂੰ ਇਹੀ ਮੇਰੇ ਭਰਾ ਨੇ ਸ਼ਰਤ ਰੱਖੀ ਵੀ ਮੇਰੀ ਭੈਣ ਕਿਤੇ ਵੀ ਰਵੇ,
ਮੇਰੀ ਭੈਣ ਨੂੰ ਨਹੀਂ ਕੋਈ ਹਿੱਸੇ ਨੇ ਚੰਗੀ ਮਾੜੀ ਨਹੀਂ ਕਹਿਣੀ ਹੈਗੀ, ਮੈਂ ਤਾਂ ਮੈਨੂੰ ਰਿਸ਼ਤਾ ਮਨਜ਼ੂਰ ਹੈ, ਮੇਰੀ ਕੋਈ ਮੰਗ ਨਹੀਂ ਹੈਗੀ ਗੀ। ਤੇ ਅੱਜ ਜਦੋਂ ਮੇਰੇ ਬ੍ਰਦਰਾਂ ਨੂੰ ਕਹਿ ਦਿੰਦੇ ਨੇ ਫਿਰ ਮੈਨੂੰ ਗੁੱਸਾ ਲੱਗਦਾ ਹੈਗਾ ਵੀ ਇਹ ਕਿਉਂ ਕਹਿੰਦੇ ਨੇ। ਚਲੋ ਹੁਣ ਮੇਰੇ ਬੇਟੇ ਤਾਂ ਹੀ ਕਹਿੰਦੇ ਨੇ ਮੰਮੀ ਕਿਸੇ ਦੀ ਸੋਚ ਨਹੀਂ ਤੁਸੀਂ ਬਦਲ ਸਕਦੇ, ਜੇ ਤੁਸੀਂ ਇਹ ਗੱਲਾਂ ਕਰਦੇ ਹੋਗੇ ਲੋਕ ਕੀ ਕਹਿਣਗੇ, ਲੋਕਾਂ ਦੇ ਮਗਰ ਨਾ ਲੱਗਿਆ ਕਰੋ। ਮੈਂ ਇਹ ਕਹਿ ਸੁਣ ਕੇ ਵੀ ਲੋਕ ਕੀ ਕਹਿਣਗੇ, ਵੀ ਇੰਨੇ ਸਾਲ ਮੈਂ ਇਹਨਾਂ ਨਾਲ ਇੰਝ ਹੀ ਨਹੀਂ ਚੰਗੀ ਮਾੜੀ ਕੀਤੀ ਹੈਗੀ ਵੀ ਮੇਰੇ ਬੱਚਿਆਂ ਦਾ ਅੱਗੇ ਲੱਗ ਕੇ ਸ਼ਾਦੀਆਂ ਕਰਨਗੇ। ਤੇ ਮੈਨੂੰ ਕੀ ਪਤਾ ਸੀ ਮੈਂ ਜੇ 30 ਸਾਲਾਂ ਪਿੱਛੋਂ ਮੈਨੂੰ ਉਹੀ ਕੁਛ ਮਿਲਣਾ ਹੈਗਾ। ਮੈਂ ਇਹ ਚੀਜ਼ਾਂ ਸੋਚ ਕੇ ਤੇ ਮੈਂ ਟੈਨਸ਼ਨ 'ਚ ਆ ਗਈ ਸੀ। ਇੱਥੇ ਆ ਕੇ ਟੈਨਸ਼ਨ 'ਚ ਆਈ, ਮੈਂ ਕਿਸੇ ਨੂੰ ਨਹੀਂ ਦੱਸਿਆ ਹੈਗਾ। ਤੇ ਮੈਨੂੰ ਐ ਸੀ ਵੀ ਮੈਂ ਕੁਛ ਕਰ ਲਵਾਂ, ਹੈ ਨਾ, ਵੀ ਕੁਛ ਖਾ ਲਵਾਂ। ਫਿਰ ਮੈਂ ਇਹੀ ਸੋਚਾਂ ਮਤਲਬ ਆਪਣੇ ਆਪ ਨੂੰ ਖਤਮ ਕਰ ਲਾਂ। ਫਿਰ ਮੈਂ ਸੋਚਿਆ ਵੀ ਮੈਂ ਐਡੇ ਸ਼ਹੀਦ ਦੀ ਪਤਨੀ ਹੈ ਔਰ ਐਡੇ ਤਕੜੇ ਸ਼ਹੀਦ ਦੀ ਤੁਸੀਂ ਭਰਜਾਈ ਹੋ। ਇਹ ਨਾ ਸੋਚੋ ਤੁਸੀਂ, ਸੰਗਤ ਤੁਹਾਡੇ ਨਾਲ ਆ, ਤੁਹਾਨੂੰ ਸੰਗਤ ਨੇ ਸੁਣ ਲਿਆ, ਤੁਹਾਡਾ ਦੁੱਖ ਦਰਦ ਜੋ ਤੁਸੀਂ ਬਿਆਨ ਕੀਤਾ ਸਾਰੀ ਸੰਗਤ ਸੁਣ ਰਹੀ ਹੈ ਔਰ ਬੜੀ ਇਕਾਗਰਤਾ ਦੇ ਨਾਲ ਸੁਣੇਗੀ ਤੁਹਾਡੇ ਇਸ ਦਰਦ ਨੂੰ, ਤੁਹਾਡੀ ਇਸ ਇੰਟਰਵਿਊ ਨੂੰ। ਸੋ ਬੇਨਤੀ ਇਹੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿਹੜੀ ਹੈ ਆਪ ਸੰਗਤਾਂ ਵੱਲੋਂ ਅਗਰ ਮਦਦ ਹੋ ਜਾਵੇ ਤਾਂ ਬਹੁਤ ਜ਼ਰੂਰੀ ਹੈ। 32 ਸਾਲ ਹੋ ਗਏ, ਠੀਕ ਹੈ, ਬਹੁਤ ਜਿਹੜੀਆਂ ਸੰਗਤਾਂ ਨੇ, ਜਥੇਬੰਦੀਆਂ ਨੇ, ਸੰਸਥਾਵਾਂ ਨੇ, ਉਹਨਾਂ ਨੇ ਸ਼ਹੀਦ ਪਰਿਵਾਰਾਂ ਦੀ ਸਾਰ ਲਈ ਹੈ ਅਤੇ ਲੈ ਵੀ ਰਹੇ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਉਹ ਅੱਜ ਤੱਕ ਕਿਸੇ ਸ਼ਹੀਦ ਪਰਿਵਾਰ ਦੀ ਕੋਈ ਸਾਰ ਨਹੀਂ ਲਈ, ਬਿਲਕੁਲ ਨਹੀਂ। ਬਹੁਤ ਵੱਡੇ ਪੱਧਰ 'ਤੇ ਬਹੁਤ ਵੱਡੇ ਉਪਰਾਲੇ ਹੋਏ ਨੇ, ਅੱਛੇ ਘਰ ਮਕਾਨ ਬਣਾ ਕੇ ਦਿੱਤੇ ਨੇ ਸ਼ਹੀਦ ਪਰਿਵਾਰਾਂ ਨੂੰ। ਉਹਨਾਂ ਦੇ ਬੱਚੇ ਵੀ ਪੜ੍ਹਾਏ ਜਾ ਰਹੇ ਨੇ, ਪਹਿਲਾਂ ਵੀ ਪੜ੍ਹਾਏ ਨੇ, ਉਹਨਾਂ ਦੇ ਬੱਚੇ ਵਕੀਲ ਵੀ ਬਣਾ ਦਿੱਤੇ, ਡਾਕਟਰ ਵੀ ਬਣਾ ਦਿੱਤੇ। ਬੀਬੀ ਸੰਦੀਪ ਕੌਰ ਜੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ, ਸ਼ਹੀਦ ਭਾਈ ਧਰਮ ਸਿੰਘ ਚੈਰੀਟੇਬਲ ਟਰਸਟ ਵਾਲਿਆਂ ਨੇ। ਸੋ ਬੀਬੀ ਸੰਦੀਪ ਕੌਰ ਜੀ ਦਾ ਵੀ ਬਹੁਤ ਵੱਡਾ ਉਪਰਾਲਾ ਹੈ, ਉਹ ਵੀ ਬੜੀ ਹੈਲਪ ਕਰਦੇ ਨੇ ਸ਼ਹੀਦ ਪਰਿਵਾਰਾਂ ਦੀ। ਹੋਰ ਵੀ ਗੁਰਾਸਾ ਟਰਸਟ ਹੈ, ਹੋਰ ਵੀ ਬਹੁਤ ਇੱਦਾਂ ਦੇ ਟਰਸਟ ਹਨ। ਪਰ ਇੱਕ ਹਕੀਕਤ ਹੈ ਔਰ ਇੱਕ ਕੌੜਾ ਸੱਚ ਵੀ ਹੈ ਕਿ ਇਸ ਸ਼ਹੀਦ ਪਰਿਵਾਰ ਤੱਕ 32 ਸਾਲਾਂ 'ਚ ਅੱਜ ਤੱਕ ਕੋਈ ਨਹੀਂ ਪਹੁੰਚਿਆ, ਕੋਈ ਨਹੀਂ ਪਹੁੰਚਿਆ। ਔਰ ਇਹ ਅਸੀਂ ਡੰਕੇ ਦੀ ਚੋਟ 'ਤੇ ਕਹਿ ਰਹੇ ਹਾਂ, ਅਸੀਂ ਕਿਸੇ ਨੂੰ ਇਹਦੇ ਵਿੱਚ ਬੁਰਾ ਨਹੀਂ ਕਹਿ ਰਹੇ। ਕੋਈ ਜਥੇਬੰਦੀ ਨਹੀਂ ਪਹੁੰਚੀ ਇਸ ਪਰਿਵਾਰ ਤੱਕ, ਜਦੋਂ ਕਿ 2 ਸ਼ਹੀਦ ਨੇ ਇਸ ਪਰਿਵਾਰ ਦੇ ਵਿੱਚੋਂ। ਬੀਬੀ ਜੀ ਕੀ ਦੱਸਣਾ ਚਾਹੁੰਦੇ ਹੋ? ਆਹ ਨੰਬਰ ਦੱਸ ਰਹੀ ਹਾਂ ਜਿਹੜੇ ਬੇਟੇ ਨੇ ਆਈਲੈਟਸ ਕੀਤੀ ਹੈ, ਪੀਆਰ ਬੇਸ 'ਤੇ ਜੇ ਲਾਉਣੇ ਨੇ, ਬਸ ਇੱਕ ਚੀਜ਼ 6.5 ਇਹ ਤੁਹਾਡੇ ਨਾਲ ਨਾ ਸੰਗਤ ਸੰਪਰਕ ਕਰ ਲੂਗੀ ਸਾਰਾ। ਇੱਕ ਤੁਸੀਂ ਦੱਸ ਰਹੇ ਸੀ ਕੋਈ UK ਇੰਗਲੈਂਡ ਦੇ ਵਿੱਚੋਂ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਸੀ, ਉਹ ਦੱਸੋ। ਕੋਈ ਇੰਗਲੈਂਡ ਤੋਂ ਪਰਿਵਾਰ ਸੀ, USA ਤੋਂ? ਹਾਂਜੀ। USA ਅਮਰੀਕਾ ਤੋਂ ਕੋਈ ਪਰਿਵਾਰ ਸੀ, ਉਹਨਾਂ ਨੇ ਇਹਨਾਂ ਦੇ ਨਾਲ ਸੰਪਰਕ ਵੀ ਕੀਤਾ ਸੀ। 94-95 ਦੀ ਗੱਲ ਹੈ ਇਹ 94-95 ਦੀ ਗੱਲ ਹੈ। ਐਡਰੈਸ ਦਿੱਤਾ ਸੀ ਉਹਨਾਂ ਨੇ ਮੈਨੂੰ, ਆਪਣਾ ਐਡਰੈਸ ਦਿੱਤਾ ਸੀ, ਨੰਬਰ ਨਹੀਂ ਸੀ ਕੋਈ ਉਸ ਟਾਈਮ, ਨੰਬਰ ਨਹੀਂ ਸੀ ਹੈਗਾ। ਕਰਮਜੀਤ ਸਿੰਘ, ਜਸਵੀਰ ਸਿੰਘ। ਇਹ 94-95 ਦੇ ਵਿੱਚ ਇੱਕ ਪਰਿਵਾਰ ਹੈ USA ਅਮਰੀਕਾ ਤੋਂ ਆ, ਅਤੇ ਕਰਮਜੀਤ ਸਿੰਘ, ਜਸਵੀਰ ਕੌਰ ਸੰਧੂ, 123 ਸਟੋਨ ਐਜ਼ ਲੇਨ, ਸਪਾਲਟਾ NG 07871 USA। ਇਸ ਅਗਰ ਸੁਣ ਰਹੇ ਨੇ ਇਸ ਇੰਟਰਵਿਊ ਨੂੰ ਸਰਦਾਰ ਕਰਮਜੀਤ ਸਿੰਘ ਅਤੇ ਬੀਬੀ ਜਸਵੀਰ ਕੌਰ ਸੰਧੂ ਜੀ, ਤਾਂ ਇਸ ਪਰਿਵਾਰ ਦਾ ਨੰਬਰ ਅਸੀਂ ਇੰਟਰਵਿਊ ਦੇ ਵਿੱਚ ਬੀਬੀ ਜੀ ਤੋਂ ਬੁਲਾ ਦਿੱਤਾ। ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰੋ। ਤੁਸੀਂ ਕਿਹਾ ਸੀ ਵੀ ਅਸੀਂ ਕੋਈ ਤੁਹਾਡੀ ਹੈਲਪ ਕਰਾਂਗੇ ਜ਼ਰੂਰ, ਪਰ ਉਦੋਂ ਜਿਹੜਾ ਸੀਗਾ ਮੋਬਾਈਲ ਵਗੈਰਾ ਨਹੀਂ ਹੁੰਦੇ ਸੀਗੇ। ਸੋ ਹੁਣ ਪਰਿਵਾਰ ਦਾ ਨੰਬਰ ਅਸੀਂ ਇੰਟਰਵਿਊ 'ਚ ਫਲੈਸ਼ ਕਰਨਾ ਹੈ ਔਰ ਦੱਸ ਵੀ ਦਿੱਤਾ। ਸੋ ਆਪ ਜੀ ਕਿਰਪਾ ਕਰਕੇ ਇਸ ਪਰਿਵਾਰ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਕਰਮਜੀਤ ਸਿੰਘ, ਜਸਵੀਰ ਕੌਰ ਸੰਧੂ, ਸਪਾਲਟਾ USA ਤੋਂ ਇਹ ਪਰਿਵਾਰ ਸੀ, ਜਿਨ੍ਹਾਂ ਨੇ ਕਿਹਾ ਸੀ ਵੀ ਤੁਹਾਡੀ ਕੋਈ ਅਸੀਂ ਮਦਦ ਕਰਾਂਗੇ, ਪਰ ਕੋਈ ਸੰਪਰਕ ਨਹੀਂ ਹੋ ਸਕਿਆ। 94 ਤੋਂ ਲੈ ਕੇ ਹੁਣ 2021 ਆ ਗਿਆ ਅਤੇ ਤਕਰੀਬਨ ਇਹ ਹੋ ਗਏ 27-28 ਸਾਲ ਹੋ ਗਏ। ਸੋ ਯਤਨ ਕਰਨ ਇਹ ਪਰਿਵਾਰ ਵਾਲੇ ਵੀ, ਅਗਰ ਇਸ ਇੰਟਰਵਿਊ ਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਇਸ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ। ਬੀਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਬਾਣੀ ਅਖੰਡ ਬਾਣੀ ਨੂੰ ਸਮਾਂ ਦੇਣ ਲਈ। ਧੰਨਵਾਦ ਤਾਂ ਮੈਂ ਤੁਹਾਡਾ ਕਰਦੀ ਹਾਂ, ਬਹੁਤ ਬਾਣੀ ਵਾਲਿਆਂ। ਇਹ ਸਾਡਾ ਫਰਜ਼ ਹੈ। ਅੱਜ ਤੱਕ ਸਾਡੀ ਜਿਨ੍ਹਾਂ ਨੇ ਸਾਰ ਨਹੀਂ ਲਈ ਕਿਸੇ ਨੇ,
ਚਲੋ ਮੇਰਾ ਦੁੱਖ ਹੀ ਸਾਂਝਾ ਹੋਇਆ। ਮੈਂ ਜਿਹੜੀ ਇਕੱਲੀ ਰੋਂਦੀ ਸੀਗੀ, ਕਿਸੇ ਨਾਲ ਦੁੱਖ ਸਾਂਝਾ ਨਹੀਂ ਸੀ ਕਰ ਸਕਦੀ। ਹਜੇ ਤਾਂ ਬਹੁਤ ਗੱਲਾਂ ਨੇ ਜਿਹੜੀਆਂ ਢਿੱਡ ਦੇ ਵਿੱਚ ਰਹਿ ਗਈਆਂ ਨੇ। ਅੱਜ ਮਨ ਹਲਕਾ ਹੋਇਆ? ਅੱਜ ਬਹੁਤ ਹਲਕਾ ਹੋ ਗਿਆ। 5 ਮੇਰੇ ਆਪਰੇਸ਼ਨ ਹੋਏ ਨੇਗੇ। ਤੇ ਫਿਰ ਵੀ ਮੈਂ ਅਜੇ ਵੀ ਕਹਿ ਦਿੰਦੀ ਹਾਂ ਬੇਟੇ ਨੂੰ ਵੀ ਮੈਂ ਕਿਤੇ ਕੰਮ ਤੇ ਮੈਨੂੰ ਲਾ ਦੇ ਤੇ ਵੀ ਮੈਂ ਕੰਮ ਕਰ ਲਾ। ਕਹਿੰਦਾ ਮੰਮੀ ਉਹਨੇ ਤਾਂ ਤੇਰੇ ਰਿਪੇਅਰ ਤੇ ਲੱਗ ਜਾਣਗੇ। ਕਹਿੰਦਾ ਉਹਨੇ ਤਾਂ ਤੇਰੇ ਰਿਪੇਅਰ ਤੇ ਲੱਗ ਜਾਣਗੇ। ਮੈਂ ਅਜੇ ਵੀ ਪਰਮਾਤਮਾ ਤੁਹਾਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ। ਔਰ ਸਾਡੇ ਗੁਰਬਾਣੀ ਅਖੰਡ ਬਾਣੀ ਦੇ ਜਿਹੜੇ MD ਨੇ ਸਰਦਾਰ ਪ੍ਰੀਤ ਸਿੰਘ ਸੈਣੀ, ਉਹਨਾਂ ਨੇ ਮੈਨੂੰ ਹੁਣੇ ਘੱਲਿਆ, ਕਹਿੰਦੇ ਹੁਣੇ ਜਾ ਕੇ ਇੰਟਰਵਿਊ ਕਰਕੇ ਆਓ ਬੀਬੀ ਜੀ ਨੂੰ, ਅਗਰ ਟਾਈਮ ਦਿੱਤਾ। ਤੇ ਮੈਂ ਆਇਆ ਵੀ, ਤੇ ਤੁਹਾਨੂੰ ਪਤਾ ਮੇਰੇ ਥੋੜੀ ਸੱਟ ਵੀ ਲੱਗੀ, ਪਰ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਧੰਨਵਾਦ ਨਾ ਤੁਸੀਂ ਕਰੋ, ਹੱਥ ਤਾਂ ਅਸੀਂ ਤੁਹਾਡੇ ਅੱਗੇ ਜੋੜਦੇ ਹਾਂ, ਕਿਉਂਕਿ ਤੁਸੀਂ ਸ਼ਹੀਦ ਪਰਿਵਾਰ ਦੇ ਵਿੱਚੋਂ ਹੋ, ਔਰ ਸ਼ਹੀਦ ਦੀ ਪਤਨੀ ਹੋ, ਔਰ ਸ਼ਹੀਦ ਦੀ ਭਰਜਾਈ ਹੋ। ਉਹ ਕੌਮੀ ਪਰਵਾਨੇ, ਕੌਮੀ ਯੋਧੇ, ਜਿਨ੍ਹਾਂ ਨੂੰ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ, ਜਿਨ੍ਹਾਂ ਨੂੰ ਕੌਮ ਨੇ ਕੌਮੀ ਪਰਵਾਨਿਆਂ ਦਾ ਦਰਜਾ ਦਿੱਤਾ, ਤੁਸੀਂ ਉਸ ਪਰਿਵਾਰ ਦੇ ਵਿੱਚੋਂ। ਹੱਥ ਅਸੀਂ ਤੁਹਾਡੇ ਅੱਗੇ ਜੋੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।